प्रोग्राम ਸਾਹਿਤ ਦੇ ਅੰਗ ਸੰਗ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਕਮਲਜੀਤ ਸਿੱਧੂ ਵੱਲੋਂ ਸਤਿ ਸ਼੍ਰੀ ਅਕਾਲ। ਦੋਸਤੋ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਜਿਵੇਂ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਅਦਬ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਾਉਂਦੇ ਆ ਤੇ ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਦੇ ਵੱਖ-ਵੱਖ ਖੋਜ ਕਾਰਜ ਜਿਹੜੇ ਕੀਤੇ ਹੁੰਦੇ ਆ ਸਾਹਿਤ ਵਿੱਚ ਉਹਨਾਂ ਦੇ ਬਾਰੇ ਹੀ ਗੱਲਬਾਤ ਕਰਦੇ ਆ। ਅੱਜ ਵੀ ਇੱਕ ਅਜਿਹੀ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ। ਜੀ ਹਾਂ, ਸਾਡੇ ਕੋਲੇ ਡਾਕਟਰ ਸੁਖਦਿਆਲ ਸਿੰਘ ਜੀ ਜਿਹੜੇ ਕਿ ਖੋਜੀ ਇਤਿਹਾਸਕਾਰ ਨੇ, ਬਹੁਤ ਸਾਰੀਆਂ ਕਿਤਾਬਾਂ ਦੇ ਰਚੇਤਾ ਨੇ। ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਗੱਲਬਾਤ ਕਰਾਂਗੇ। ਸਾਡਾ ਅੱਜ ਦਾ ਜਿਹੜਾ ਵਿਸ਼ਾ ਹੋਊਗਾ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਹੋਏਗਾ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਓ ਕੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ। ਡਾਕਟਰ ਸਾਹਿਬ, ਸਾਡੇ ਪ੍ਰੋਗਰਾਮ ਸਾਹਿਤ ਦੇ ਅੰਗ ਸੰਗ ਵਿੱਚ ਤੁਹਾਡਾ ਸਵਾਗਤ ਹੈ। ਪ੍ਰਵਾਨ ਕਰੋ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਸਰਕਾਰੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੀ ਅਸੀਂ ਗੱਲ ਕਰਦੇ ਹਾਂ। ਪੌਣੀ ਸਦੀ ਦਾ ਸਾਡਾ ਮੁਗਲਾਂ ਤੇ ਅਫਗਾਨਾਂ ਦੇ ਨਾਲ ਜਿਹੜਾ ਅਸੀਂ ਭੇੜ ਹੁੰਦੀ ਰਹੀ ਆ। ਇਸ ਤੋਂ ਬਾਅਦ ਖਾਲਸਾ ਰਾਜ ਸਾਹਮਣੇ ਆਇਆ, ਇੱਕ ਬਹੁਤ ਵੱਡੀ ਪ੍ਰਾਪਤੀ ਸੀਗੀ। ਆਪ ਜੀ ਖਾਲਸਾ ਰਾਜ ਦੇ ਬਾਰੇ ਹੀ ਜਿਹੜਾ ਤੁਸੀਂ ਕਾਫੀ ਕੁਛ ਖੋਜ ਕਾਰਜ ਵੀ ਕੀਤੇ ਹੋਏ ਆ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ, ਤੇ ਤੁਸੀਂ ਇਹ ਦੱਸੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜਕਾਲ ਸੀਗਾ ਉਹ ਸਿੱਖਾਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਪ੍ਰਾਪਤੀ ਸੀ ਕੌਮ ਦੀ। ਇਸ ਬਾਰੇ ਆਪ ਜੀ ਦਾ ਕੀ ਕਹਿਣਾ ਹੈ? ਜੀ, ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲ ਕਰਨ ਤੋਂ ਪਹਿਲਾਂ ਜੀ ਮੈਂ ਉਸ ਬੈਕਗਰਾਉਂਡ ਦੀ ਗੱਲ ਕਰਾਂਗਾ ਜੀ ਜੀ ਜਿਸ ਬੈਕਗਰਾਉਂਡ ਦੀ ਮਹਾਰਾਜਾ ਰਣਜੀਤ ਸਿੰਘ ਕ੍ਰੀਏਸ਼ਨ ਸੀ, ਜੀ ਬਿਲਕੁਲ, ਜਿਸ ਬੈਕਗਰਾਉਂਡ ਦੇ ਵਿੱਚ ਉਹ ਨਿਕਲੇ ਸਨ। ਜੀ ਜੀ ਕਿਉਂਕਿ ਜਦ ਤੱਕ ਆਪਾਂ ਬੈਕਗਰਾਉਂਡ ਨੂੰ ਪਿਛੋਕੜ ਨੂੰ ਨਹੀਂ ਸਮਝਾਂਗੇ, ਜੀ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨੂੰ ਤੇ ਅਹਿਮੀਅਤ ਨੂੰ ਨਹੀਂ ਆਪਾਂ ਉਹਨਾਂ ਚਿਰ ਸਮਝ ਸਕਦੇ। ਬਿਲਕੁਲ। ਮੈਂ ਕਿਉਂਕਿ ਇਤਿਹਾਸ ਦਾ ਵਿਦਿਆਰਥੀ ਹਾਂ, ਜੀ ਜੀ ਸਾਰੀ ਉਮਰ ਮੈਂ ਇਤਿਹਾਸ ਲਿਖਣ ਵਿੱਚ ਤੇ ਇਤਿਹਾਸ ਪੜ੍ਹਨ ਵਿੱਚ ਹੀ ਗੁਜ਼ਾਰੀ ਹੈ। ਜੀ ਇਸ ਕਰਕੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਤਿਹਾਸ ਦੇ ਬਾਰੇ ਸੰਖੇਪ 'ਚ ਮੈਂ ਦੱਸਣਾ ਚਾਹੁੰਦਾ। ਜੀ ਬਿਲਕੁਲ। ਇਤਿਹਾਸ ਪਹਿਲੀ ਗੱਲ ਜੀ ਜੇਤੂ ਦਾ ਹੈ। ਜੀ ਬਿਲਕੁਲ। ਹਾਰੇ ਹੋਏ ਬੰਦੇ ਦਾ ਇਤਿਹਾਸ ਨਹੀਂ ਹੁੰਦਾ। ਬਿਲਕੁਲ, ਕੋਈ ਸ਼ੱਕ ਨਹੀਂ। ਜੇਤੂ ਹੀ ਹਾਰੇ ਹੋਏ ਬੰਦੇ ਦਾ ਇਤਿਹਾਸ ਲਿਖਾਉਂਦਾ ਹੈ, ਆਪਦਾ ਇਤਿਹਾਸ ਤਾਂ ਲਿਖਦਾ ਹੀ ਲਿਖਦਾ ਹੈ। ਬਿਲਕੁਲ। ਉਹ ਫਿਰ ਆਪਣਾ ਇਤਿਹਾਸ ਲਿਖਣ ਤੋਂ ਪਿੱਛੋਂ ਜੀ ਜੀ ਹਾਰੇ ਹੋਏ ਬੰਦੇ ਦਾ ਇਤਿਹਾਸ ਆਪਦੇ ਬੰਦਿਆਂ ਕੋਲੋਂ ਲਿਖਵਾਉਂਦਾ ਹੈ ਜੇ ਆਪ ਲਿਖਦਾ ਹੈ। ਜਾਪ ਲਿਖਦੇ, ਠੀਕ ਹੈ ਨਾ। ਜੀ ਜੀ ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਮੰਨ ਕੇ ਚੱਲਣਾ ਚਾਹੀਦਾ ਹੈ, ਇਤਿਹਾਸ ਹਮੇਸ਼ਾ ਜੇਤੂਆਂ ਦਾ ਇਤਿਹਾਸ ਹੈ। ਜੀ ਬਿਲਕੁਲ। ਰੂਲਿੰਗ ਕੌਮ ਦਾ ਇਤਿਹਾਸ ਹੁੰਦਾ ਹੈ। ਜੀ ਜੀ ਤੁਸੀਂ ਥੋੜਾ ਜਿਹਾ ਪਿਛੋਕੜ ਜਾ ਕੇ ਮੈਂ ਤੁਹਾਨੂੰ ਯਾਦ ਕਰਾਉਣਾ। ਜੀ ਜਦੋਂ ਸਿਕੰਦਰ ਆਇਆ ਸੀ, ਜੀ ਆਮ ਤੌਰ ਤੇ ਅਸੀਂ ਪਹਿਲਾ ਹਮਲਾ ਸਿਕੰਦਰ ਦਾ ਮੰਨਦੇ ਨੇ। ਸਿਕੰਦਰ ਮੰਨਦੇ ਜੀ। ਸਿਕੰਦਰ ਦੇ ਨਾਲ ਉਹਦੇ ਇਤਿਹਾਸਕਾਰ ਆਏ ਸੀ, ਜਿੰਨੇ ਇਤਿਹਾਸਕਾਰ ਸਨ ਉਹ ਸਾਰਿਆਂ ਨੂੰ ਨਾਲ ਲੈ ਆਇਆ ਸੀ। ਹੁਕਮ ਇਹ ਸੀ ਜਿੱਥੇ ਜਿੱਥੇ ਆਪਾਂ ਚੱਲਦੇ ਹਾਂ, ਜਿੱਥੇ ਜਿੱਥੇ ਆਪਾਂ ਜਿੱਤਦੇ ਹਾਂ, ਜਿਹਨੂੰ ਹਰਾਉਂਦੇ ਹਾਂ, ਸਾਰਾ ਨਾਲ ਦੀ ਨਾਲ ਇਤਿਹਾਸ ਰਿਕਾਰਡ ਕਰੀ ਜਾਓ। ਜੀ ਫਿਰ ਹੋਰ ਹਮਲਾ ਅਹਿਮਦ ਸ਼ਾਹ ਅਬਦਾਲੀ ਆਇਆ। ਅਹਿਮਦ ਸ਼ਾਹ ਅਬਦਾਲੀ ਵੀ ਆਪਦੇ ਨਾਲ ਕਾਜੀ ਨੂਰ ਮੁਹੰਮਦ ਖਾਨ ਵਰਗਿਆਂ ਨੂੰ ਲੈ ਕੇ ਆਇਆ। ਬਿਲਕੁਲ ਕਿ ਮੇਰੀ ਤੁਸੀਂ ਮੂਵਮੈਂਟ ਜਿਹੜੀ ਆ ਰੋਜ਼ਾਨਾ ਦੀ, ਜੀ ਜੀ ਲੜਾਈ ਦੀ ਵੀ ਭਾਵੇਂ ਰਾਜਨੀਤੀ ਦੀ, ਉਹ ਰੋਜ਼ਾਨਾ ਨੋਟ ਕੀਤੀ ਜਾਂਦੀ। ਇਸ ਕਰਕੇ ਜੇਤੂਆਂ ਦਾ ਇਤਿਹਾਸ ਉਹਨਾਂ ਦਾ ਆਪਣਾ ਲਿਖਵਾਇਆ ਹੁੰਦਾ ਹੈ, ਹਾਰੇ ਹੋਏ ਬੰਦੇ ਦਾ ਕੋਈ ਨਹੀਂ ਲਿਖਵਾਉਂਦਾ। ਜੀ ਜਿੰਨੇ ਗੁਣ ਹੁੰਦੇ ਨੇ ਇੱਕ ਲੀਡਰਸ਼ਿਪ ਦੇ ਵਿੱਚ, ਉਹ ਜੇਤੂ ਸਾਰਾ ਆਪਣੇ ਇਤਿਹਾਸ ਦੇ ਵਿੱਚ ਭਰ ਲੈਂਦਾ। ਜਿੰਨੇ ਔਗਣ ਹੁੰਦੇ ਨੇ ਉਹ ਸਾਰੇ ਦੇ ਸਾਰੇ ਹਾਰੀ ਹੋਈ ਕੌਮ ਦੇ ਵਿੱਚ ਭਰੇ ਹੁੰਦੇ ਨੇ। ਬਿਲਕੁਲ। ਸਾਡੀ ਜਿਹੜੀ ਮੂਵਮੈਂਟ ਸੀ ਜੀ ਸਿੱਖ ਲਹਿਰ, ਗੁਰੂ ਨਾਨਕ ਸਾਹਿਬ ਦੀ ਸ਼ੁਰੂ ਕੀਤੀ ਹੋਈ, ਜੀ ਮੈਂ ਤੁਹਾਨੂੰ ਦੱਸਾਂ ਕਿ ਇਹਦਾ ਜਿਹੜਾ ਆਪਣਾ ਇਤਿਹਾਸ ਹੈ ਜੀ ਉਹ 1469 ਤੋਂ ਲੈ ਕੇ 1849 ਤੱਕ ਦਾ। ਜੀ ਇਸ ਲਹਿਰ ਦਾ ਸਮਾਂ ਵੀ ਇਹੀ ਹੈ। ਜੀ ਜੀ 1469 ਤੋਂ ਲੈ ਕੇ 1849 ਤੱਕ ਦਾ। ਜੀ ਕਿਉਂਕਿ ਪਹਿਲਾਂ 10 ਗੁਰੂ ਸਾਹਿਬਾਨ ਦਾ ਪੀਰੀਅਡ ਰਿਹਾ। ਜੀ ਜੀ 1469 ਤੋਂ ਲੈ ਕੇ 1708 ਤੱਕ ਦਾ। 1708 ਤੱਕ ਉਹ ਆਪਣੇ ਆਪ ਦੇ ਵਿੱਚ ਸੋਵਰਨ ਸਨ। ਜੀ ਬਿਲਕੁਲ ਬਿਲਕੁਲ। ਸੋਵਰਨ, ਮੈਂ ਸੰਖੇਪ ਚ ਗੱਲ ਮੁਕਾ ਦਿਆਂ, ਠੀਕ ਹੈ ਨਾ। ਜਿਹੜੀ ਮੀਰੀ ਪੀਰੀ ਦੇ ਵਿੱਚ ਜਿਹੜੀ ਗੱਲ ਹੁੰਦੀ ਹੈ ਕਿ ਮੀਰੀ ਪੀਰੀ ਦੀਆਂ ਸ਼ਕਤੀਆਂ ਸਾਡੇ ਕੋਲ ਨੇ। ਜੀ ਸਿੱਖ ਧਰਮ ਦੇ ਵਿੱਚ ਮੀਰੀ ਪੀਰੀ ਦੀਆਂ ਸ਼ਕਤੀਆਂ ਮੁੱਢ ਤੋਂ ਰਹੀਆਂ ਨੇ, ਉਹਦਾ ਮਤਲਬ ਹੈ ਸੋਵਰਨ ਰਹੇ ਨੇ। ਜੀ ਬਿਲਕੁਲ। ਗੁਰੂ ਪੀੜ ਦੇ ਸਮੇਂ ਜਿਹੜੀ ਵੀ ਲਿਖਤ ਸਾਡੀ ਲਿਖੀ ਗਈ, ਜੀ ਜੀ ਉਹ ਗੁਰੂ ਸਾਹਿਬਾਨਾਂ ਦੀ ਹਜ਼ੂਰੀ 'ਚ ਰਹਿ ਕੇ ਲਿਖੀ ਗਈ ਜੀ, ਜਾਂ ਗੁਰੂ ਸਾਹਿਬਾਨਾਂ ਨੇ ਆਪ ਲਿਖਵਾਈ। ਇਹਦਾ ਮਤਲਬ ਸਾਡੇ ਇਤਿਹਾਸ ਨੂੰ ਲਿਖਣ ਵਾਲੇ ਜਾਂ ਲਿਖਵਾਉਣ ਵਾਲੇ ਗੁਰੂ ਸਾਹਿਬਾਨ ਆਪ ਸਨ। ਜੀ ਜੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਹਿਲੀ ਲਿਖਤ ਹੈ ਸਾਡੀ। ਜੀ ਜੀ, ਗੁਰੂ ਗ੍ਰੰਥ ਸਾਹਿਬ। ਦੇਖੋ, ਗੁਰੂ ਗ੍ਰੰਥ ਸਾਹਿਬ 1452 ਤੋਂ ਲੈ ਕੇ 1552 ਤੱਕ ਦਾ। 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 14
ਤੁਸੀਂ ਇਮੇਜਿਨ ਕਰੋ ਕਿ ਜਿਹੜਾ ਉਹਦਾ ਪਾਠ ਕਰਨ ਵਾਲਾ ਹੈ, ਜੀ ਜਿਹੜਾ ਉਹਨੂੰ ਸਮਝਣ ਵਾਲਾ ਹੈ, ਉਹਨੂੰ ਵੀ ਨਿਰਭਉ ਅਤੇ ਨਿਰਵੈਰ ਹੋਣ ਦੀ ਸਿੱਖਿਆ ਦਿੰਦਾ ਹੈ। ਬਿਲਕੁਲ ਜੀ, ਬਿਲਕੁਲ ਇਹ ਗੁਰੂਆਂ ਦੀ ਸਿੱਖਿਆ ਹੈ। ਗੁਰੂਆਂ ਦੀ ਸਿੱਖਿਆ ਜੀ। ਤੁਸੀਂ ਨਿਰਭਉ ਅਤੇ ਨਿਰਵੈਰ ਹੋ, ਜੀ ਜੀ ਤੁਸੀਂ ਸੁਤੰਤਰ ਹੋ, ਕਿਸੇ ਦੇ ਅਧੀਨ ਨਹੀਂ ਹੋ। ਇਹੀ ਜੀ ਲਿਖਤ ਗੁਰੂ ਸਾਹਿਬਾਨ ਨੇ ਸਾਨੂੰ ਪੇਸ਼ ਕੀਤੀ ਕਿ ਉਹਨੂੰ ਹਰ ਪਾਠ ਕਰਨ ਵਾਲਾ, ਹਰ ਪੜ੍ਹਨ ਵਾਲਾ ਨਿਰਭਉ ਅਤੇ ਨਿਰਵੈਰ ਰਹਿੰਦਾ ਹੈ। ਬਿਲਕੁਲ ਬਿਲਕੁਲ ਇਹ ਸਾਡੀ ਪਹਿਲੀ ਲਿਖਤ ਹੈ। ਪਹਿਲੀ ਲਿਖਤ ਇਹ ਕਿਸੇ ਜੇਤੂ ਨੇ ਨਹੀਂ ਲਿਖਾਈ, ਨਾ ਕਿਸੇ ਹਾਕਮ ਨੇ ਲਿਖਾਈ ਹੈ, ਨਾ ਕਿਸੇ ਹਮਲਾਵਰ ਨੇ ਲਿਖਾਈ ਹੈ। ਇਹ ਸਾਡੇ ਇਸ ਧਰਤੀ ਤੋਂ ਪੈਦਾ ਹੋਏ ਗੁਰੂ ਸਾਹਿਬਾਨ ਨੇ ਆਪਣੀ ਜਿਹੜੀ ਫਿਲਾਸਫੀ ਆਪਣੇ ਲੋਕਾਂ ਲਈ ਦਿੱਤੀ ਸੀ, ਜੀ ਜੀ ਨਿਰਭੈ ਅਤੇ ਨਿਰਵੈਰ ਹੋਣ ਦੀ, ਇਹ ਉਹਨਾਂ ਨੇ ਖੁਦ ਲਿਖੀ ਹੈ, ਜੀ ਜੀ ਖੁਦ ਉਚਾਰੀ ਹੈ। ਇਹ ਪਹਿਲੀ ਲਿਖਤ ਹੈ। ਪਹਿਲੀ ਲਿਖਤ ਕਿੰਨੀ ਤੁਹਾਨੂੰ ਇਨਸਪੀਰੇਸ਼ਨ ਮਿਲਦੀ ਹੈ ਜੀ ਜੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਵਿੱਚੋਂ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਵਿੱਚੋਂ। ਬਿਲਕੁਲ ਬਿਲਕੁਲ ਦੂਜੀ ਸਾਡੀ ਲਿਖਤ ਹੈ ਆਪਣੀ, ਜੀ ਜਿਹੜੀ ਗੁਰੂ ਸਾਹਿਬਾਨ ਦੀ ਹਜ਼ੂਰੀ ਵਿੱਚ ਬਹਿ ਕੇ ਲਿਖੀ ਗਈ ਗੁਰੂ ਅੰਗਦ ਦੇਵ ਜੀ ਵਿੱਚ। ਜੀ ਇੱਕ ਗੁਰੂ ਨਾਨਕ ਦੇਵ ਜੀ ਦੇ ਪੱਕੇ ਸਾਥੀ ਭਾਈ ਬਾਲਾ ਵੱਲੋਂ ਲਿਖਵਾਈ ਗਈ। ਜੀ ਜੀ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਜੀ ਭਾਈ ਬਾਲਾ ਜੀ ਵੱਲੋਂ ਲਿਖਵਾਈ ਗਈ, ਭਾਈ ਪੈੜਾ ਜੀ ਵੱਲੋਂ ਲਿਖੀ ਗਈ। ਜੀ ਮਤਲਬ ਮੇਰੀਆਂ ਗੱਲਾਂ ਨੂੰ ਤੁਸੀਂ ਇਹ ਜਦੋਂ ਮਗਰੋਂ ਸੋਚ ਕੇ ਦੇਖੋਗੇ ਨਾ, ਤੁਹਾਨੂੰ ਇੱਕ ਨਵੇਂ ਪੱਖ ਦਾ ਤੁਹਾਨੂੰ ਮਤਲਬ ਸਾਹਮਣੇ ਆਏਗਾ ਸਾਰਾ ਕੁਝ। ਜੀ ਜੀ ਭਾਈ ਬਾਲਾ ਗੁਰੂ ਨਾਨਕ ਦੇਵ ਜੀ ਦੇ ਦੋ ਸਾਥੀਆਂ ਦੇ ਵਿੱਚੋਂ ਦੂਜਾ ਸਾਥੀ ਸੀ। ਸਰ ਇੱਥੇ ਮੈਂ ਥੋੜੀ ਜਿਹੀ ਗੱਲ ਕਰਾਂ, ਜਿਹੜੀ ਭਾਈ ਬਾਲੇ ਵਾਲੀ ਸਾਖੀ, ਜਨਮ ਸਾਖੀ ਅਤੇ ਭਾਈ ਮੋਖੇ ਤੇ ਪੈੜੇ ਵਾਲੀ ਜਿਹੜੀ ਹੈਗੀ ਆ, ਇਹ ਮਤਲਬ ਉਹ ਸਹੀ ਤੱਥਾਂ ਦੇ ਹਵਾਲੇ ਸੀਗੇ? ਬਿਲਕੁਲ। ਮੈਂ ਤੁਹਾਨੂੰ ਉਹੀ ਗੱਲ ਕਰਾਂਗਾ ਜਿਹੜੀ ਤੱਥਾਂ ਦੇ ਹਵਾਲੇ ਨਾਲ ਠੀਕ ਹੈ। ਜੀ ਜੀ ਸੁਪਰਫਲੂਅਸ ਗੱਲਾਂ ਤਾਂ ਕਰਨ ਦਾ ਕੋਈ ਫਾਇਦਾ ਨਹੀਂ। ਜੀ ਜੀ ਠੀਕ ਹੈ ਨਾ। ਕਿਉਂ ਇਹਦੇ ਬਾਰੇ ਸ਼ੰਕੇ ਪੈਦਾ ਹੋਏ ਨੇ, ਜੀ ਇਹ ਮੈਂ ਅੱਗੇ ਜਾ ਕੇ ਦੱਸਾਂਗਾ ਤੁਹਾਨੂੰ। ਜੀ ਜੀ ਠੀਕ ਹੈ ਨਾ। ਜੀ ਭਾਈ ਬਾਲਾ ਜੀ ਭਾਈ ਮਰਦਾਨੇ ਵਾਂਗ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਹੇ ਨੇ। ਜੀ ਜੀ ਉਹ ਉਮਰ ਦਾ ਬਹੁਤ ਵੱਡਾ ਹਿੱਸਾ ਭਾਈ ਬਾਲਾ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਦੇਖਿਆ, ਸਾਰੇ ਹੀ ਦੇਖਿਆ ਤਕਰੀਬਨ, ਬਹੁਤ ਵੱਡਾ ਹਿੱਸਾ ਸੀ। ਜੀ ਜੀ ਤੇ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਬਹਿ ਕੇ ਲਿਖਿਆ ਗਿਆ। ਜੀ ਇਹ ਸਾਡੀ ਦੂਜੀ ਲਿਖਤ ਸੀ ਜਿਹੜੀ ਇਤਿਹਾਸ ਨਾਲ ਜੋੜੀ ਜਾ ਸਕਦੀ। ਜੀ ਜੇ ਆਪਾਂ ਇਤਿਹਾਸ ਦੀ ਲਿਖਤ ਪਹਿਲੀ ਲਿਖਤ ਕੱਢੀਏ, ਜੀ ਜੇ ਆਪਾਂ ਇਹ ਸੋਚੀਏ, ਜੇ ਤੁਸੀਂ ਮੈਨੂੰ ਇਹ ਪੁੱਛੋ ਸਾਡੇ ਸਿੱਖ ਇਤਿਹਾਸ ਦੀ ਪਹਿਲੀ ਲਿਖਤ ਕਿਹੜੀ ਹੈ, ਜੀ ਗੁਰੂ ਗ੍ਰੰਥ ਸਾਹਿਬ ਤਾਂ ਸਮੁੱਚੀ ਇੱਕ ਸਾਡੀ ਮਤਲਬ ਗੁਰੂ ਸਾਹਿਬਾਨ ਦੀ ਗੁਰਬਾਣੀ ਆ ਗਈ ਨਾ। ਉਹਨੂੰ ਭਾਵੇਂ ਇਤਿਹਾਸ ਨਾਲ ਜੋੜ ਲਓ, ਸਾਹਿਤ ਨਾਲ ਜੋੜ ਲਓ, ਧਰਮ ਨਾਲ ਜੋੜ ਲਓ, ਨੈਤਿਕਤਾ ਨਾਲ ਜੋੜ ਲਓ, ਉਹ ਹਰ ਪਾਸੇ ਮਤਲਬ ਰੱਖੀ ਜਾ ਸਕਦੀ। ਜੇ ਤੁਸੀਂ ਇੱਕ ਮਨਿਊਟਲੀ ਤੁਸੀਂ ਇਤਿਹਾਸ ਦੀ ਲਿਖਤ ਕਹਿੰਦੇ ਹੋ ਕਿ ਪਹਿਲੀ ਲਿਖਤ ਕਿਹੜੀ ਸੀ, ਭਾਈ ਬਾਲੇ ਵਾਲੀ ਜਨਮ ਸਾਖੀ, ਠੀਕ ਹੈ, ਉਹਨੂੰ ਦੱਸਣ ਵਾਲਾ ਕੌਣ ਸੀ, ਕਿਹਦੇ ਕੋਲੋਂ ਇਨਫੋਰਮੇਸ਼ਨ ਲੈ ਕੇ ਉਹ ਲਿਖੀ ਗਈ? ਭਾਈ ਬਾਲਾ ਸੀ। ਜੀ ਭਾਈ ਬਾਲਾ ਮੂੰਹ ਜ਼ਬਾਨੀ ਦੱਸ ਰਹੇ ਸਨ, ਗੁਰੂ ਨਾਨਕ ਸਾਹਿਬ ਇੱਧਰ ਗਏ, ਮੈਂ ਵੀ ਨਾਲ ਸੀ, ਭਾਈ ਮਰਦਾਨਾ ਜੀ ਵੀ ਨਾਲ ਸਨ। ਤੁਸੀਂ ਇਮੇਜਿਨ ਕਰੋ ਕਿਹੋ ਜਿਹਾ ਸੋਰਸ ਸਾਡੇ ਇਤਿਹਾਸ ਦਾ। ਭਾਈ ਬਾਲਾ ਪਹਿਲਾ ਸੋਰਸ ਹੈ ਜਿਹਦੀ ਮੌਖਿਕ ਸਾਖੀਆਂ ਵਿੱਚੋਂ ਸਾਡਾ ਇਤਿਹਾਸ ਉਤਪੰਨ ਹੋਇਆ ਹੈ। ਗੁਰੂ ਅੰਗਦ ਦੇਵ ਜੀ ਦਾ ਹੁਕਮ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਲਿਖਿਆ ਜਾਵੇ। ਭਾਈ ਪੈੜਾ ਮੋਖਾ ਜੀ ਵੱਲੋਂ ਲਿਖਵਾਇਆ ਗਿਆ ਕਿਉਂਕਿ ਲਿਖਣਾ ਉਹ ਜਾਣਦਾ ਸੀ। ਠੀਕ ਹੈ ਨਾ। ਇਹ ਪਹਿਲੀ ਇਤਿਹਾਸ ਦੀ ਲਿਖਤ ਹੈ। ਜੀ ਜੀ ਹੁਣ ਜਿਵੇਂ ਤੁਸੀਂ ਕਿਹਾ ਕਿ ਵਾਕਈ ਕੀ ਇਹ ਫੈਕਚੁਅਲ ਗੱਲਾਂ ਨੇ। ਜੀ ਜੀ ਇਹ ਸ਼ੰਕੇ ਕਿਉਂ ਪੈਦਾ ਹੋਏ? ਜੀ ਸਿੱਖ ਲਹਿਰ ਦੇ ਵਿਰੋਧੀ ਵੀ ਬਹੁਤ ਸਨ। ਜੀ ਨਿੰਦਕ ਵੀ ਬਹੁਤ ਸਨ। ਬਿਲਕੁਲ ਗੁਰੂ ਕਾਲ ਤੋਂ ਬਿਲਕੁਲ ਗੁਰੂ ਕਾਲ ਤੋਂ ਹੀ ਸਭ ਤੋਂ ਵੱਡਾ ਵਿਰੋਧੀ ਜਿਹੜਾ ਬਣ ਕੇ ਸਾਹਮਣੇ ਆਇਆ ਗੁਰੂ ਕਾਲ ਦੇ ਸਮੇਂ, ਇੱਕ ਤਾਂ ਹਿੰਦਾਲ ਬਿਲਕੁਲ, ਇੱਕ ਪ੍ਰਿਥੀ ਚੰਦ ਦੀ ਔਲਾਦ ਜੀ ਬਿਲਕੁਲ, ਜਿਹਨੂੰ ਮਿਹਰਬਾਨੀ ਇਹ ਕਹਿ ਦਿੰਦੇ ਆ। ਇਹ ਸਭ ਤੋਂ ਵੱਡੇ ਵਿਰੋਧੀ ਸਨ ਸਿੱਖ ਲਹਿਰ ਦੇ, ਗੁਰੂ ਨਾਨਕ ਸਾਹਿਬ ਦੇ ਵਿਚਾਰ ਦੇ। ਗੁਰੂ ਅਰਜਨ ਸਾਹਿਬ ਦੇ ਵਿਰੋਧੀ ਸਨ, ਪਿਰਥੀਆ ਗੁਰੂ ਅਰਜਨ ਸਾਹਿਬ ਦਾ ਵਿਰੋਧੀ ਸਨ। ਇਤਿਹਾਸ ਦੇ ਵਿੱਚ ਇਹ ਵੀ ਵੇਰਵੇ ਆਉਂਦੇ ਨੇ ਕਿ ਸ਼ਾਇਦ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਵਿੱਚ ਉਹਨਾਂ ਦੇ ਵੱਡੇ ਭਰਾ ਪਿਰਥੀਏ ਦਾ ਵੀ ਹੱਥ ਸੀ। ਸਰ ਇੱਥੇ ਮੈਂ ਮਿਹਰਬਾਨ ਦੀ ਸਾਖੀ ਦੀ ਗੱਲ ਉੱਥੇ ਆ ਰਿਹਾ। ਬਿਲਕੁਲ ਤੁਹਾਡੇ ਦਿਮਾਗ 'ਚ ਵੀ ਉਹੀ ਗੱਲ ਆ ਗਈ ਹੈ, ਮੇਰੇ ਦਿਮਾਗ 'ਚ ਵੀ ਉਹੀ ਗੱਲ ਆ ਰਹੀ ਹੈ। ਮਿਹਰਬਾਨ ਉਹਦਾ ਪੁੱਤਰ ਸੀ। ਜੀ ਮਿਹਰਬਾਨ ਗੁਰੂ ਹਰਗੋਬਿੰਦ ਸਾਹਿਬ ਦੇ ਮੁਕਾਬਲੇ ਦਾ ਗੁਰੂ ਸੀ। ਜੀ ਹੁਣ ਤੁਸੀਂ ਇੱਥੇ ਹੀ ਅੰਦਾਜ਼ਾ ਲਗਾ ਲਓ, ਜਿਹੜਾ ਸਾਡੇ ਗੁਰੂ ਦੇ ਮੁਕਾਬਲੇ ਦਾ ਗੁਰੂ ਬਣਿਆ ਬੈਠਾ ਹੈ, ਉਹ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਉਂਦਾ ਹੈ। ਗੁਰੂ ਨਾਨਕ ਜੀ ਬਾਰੇ ਕਿਤਨਾ ਕੁ ਜਸਟਿਸ ਕਰੇਗਾ ਉਹ? ਬਿਲਕੁਲ ਉਹਨੂੰ ਗੁਰੂ ਨਾਨਕ ਦਾ 6ਵਾਂ ਸਰੂਪ ਤਾਂ ਦਿਸਦਾ ਨਹੀਂ, ਆਪਦੇ ਸਾਹਮਣੇ ਫਿਰਦਾ। ਬਿਲਕੁਲ ਆਪਣੀ ਜਨਮ ਸਾਖੀ ਜੋ ਕੁਝ ਲਿਖਿਆ ਉਹਨੇ, ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਵਾਰ ਵੀ ਕੋਈ ਵੇਰਵਾ ਨਹੀਂ ਆਇਆ। ਗੁਰੂ ਅਰਜਨ ਦੇਵ ਜੀ ਦਾ, ਜਿਹੜੇ ਉਹਨਾਂ ਦੇ ਚਾਚਾ ਜੀ ਸਨ ਮਿਹਰਬਾਨ ਦੇ, ਇੱਕ ਵਾਰ ਵੀ ਵੇਰਵਾ ਨਹੀਂ ਆਇਆ। ਸ਼ਹਾਦਤ ਹੈ ਉਹ ਸਿੱਖ ਇਤਿਹਾਸ ਦੀ ਪਹਿਲੀ ਸ਼ਹਾਦਤ। ਜੀ ਜੀ ਜੀ
ਹਿੰਦੁਸਤਾਨ ਦੇ ਵਿੱਚ ਵੀ ਪਹਿਲੀ ਸ਼ਹਾਦਤ ਹੈ ਉਹ। ਬਿਲਕੁਲ। ਹਿੰਦਾਲੀ ਦਾ ਜ਼ਿਕਰ ਕੀ ਸੀ ਵਿੱਚ, ਉਹਨੇ ਵੀ ਕੁਝ ਲਿਖਿਆ? ਹੰਦਾਲੀਏ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਸਿੱਖ ਧਰਮ ਦੇ ਵਿਰੋਧੀ ਬਣ ਗਏ ਸਨ। ਜੀ ਜੀ। ਉਹਨਾਂ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਜਿੰਨਾ ਵੀ ਉਹ ਰਲਾ ਪਾ ਸਕਦਾ ਸੀ, ਜੀ ਜਿੰਨਾ ਵੀ ਉਹ ਮਾੜੀਆਂ ਗੱਲਾਂ ਜਾਂ ਆਪਣੇ ਹੱਕ ਦੀਆਂ ਗੱਲਾਂ ਪਾ ਸਕਦਾ ਸੀ, ਉਨੀਆਂ ਪਾਤੀਆਂ। ਪਾ ਦਿੱਤੀ ਜੀ। ਤੁਸੀਂ ਕਹੋਗੇ ਕਦੋਂ ਪਾਈਆਂ? ਜੀ ਸਿੱਖ ਧਰਮ ਤੇ ਬੜੇ ਸੰਕਟ ਆਉਂਦੇ ਰਹੇ ਨੇ। ਜੀ। ਇਹ ਠੀਕ ਹੈ, ਗੁਰੂ ਨਾਨਕ ਦੇਵ ਜੀ ਦਾ ਸਮਾਂ ਸ਼ਾਂਤੀ ਨਾਲ ਨਿਕਲ ਗਿਆ, ਗੁਰੂ ਅੰਗਦ ਦੇਵ ਜੀ ਦਾ ਸਮਾਂ ਸ਼ਾਂਤੀ ਨਾਲ ਨਿਕਲ ਗਿਆ, ਗੁਰੂ ਅਮਰਦਾਸ ਜੀ ਦਾ ਸਮਾਂ ਸ਼ਾਂਤੀ ਨਾਲ ਨਿਕਲ ਗਿਆ, ਗੁਰੂ ਰਾਮਦਾਸ ਜੀ ਦਾ ਸਮਾਂ ਸ਼ਾਂਤੀ ਨਾਲ ਨਿਕਲ ਗਿਆ, ਜੀ। ਗੁਰੂ ਅਰਜਨ ਦੇਵ ਜੀ ਦਾ ਪਹਿਲਾ ਸਮਾਂ ਵੀ ਸ਼ਾਂਤੀ ਨਾਲ ਨਿਕਲ ਗਿਆ। ਫਿਰ ਜਹਾਂਗੀਰ ਦੇ ਆਉਣ ਨਾਲ, ਬਾਦਸ਼ਾਹ ਬਣਨ ਨਾਲ ਐਸਾ ਸੰਕਟਮਈ ਸਮਾਂ ਆਇਆ ਸਿੱਖ ਲਹਿਰ ਤੇ ਕਿ ਸਿੱਖ ਗੁਰੂ ਨੂੰ ਸ਼ਹਾਦਤ ਦੇਣੀ ਪੈ ਗਈ। ਜੀ ਬਿਲਕੁਲ। ਸ਼ਹਾਦਤ ਤਾਂ ਬਹੁਤ ਵੱਡਾ ਕਦਮ ਹੈ। ਬਹੁਤ ਵੱਡਾ। ਜੀ। ਜਦੋਂ ਹਕੂਮਤ ਕਿਸੇ ਲਹਿਰ ਦੇ ਗੁਰੂ ਨੂੰ ਮਾਰਨ ਤੱਕ ਆ ਜਾਏ, ਅੰਦਾਜ਼ਾ ਲਗਾ ਲੈਣਾ ਚਾਹੀਦਾ ਕਿ ਹਕੂਮਤ ਕਿਸ ਹੱਦ ਤੱਕ ਦੀ ਵਿਰੋਧੀ ਹੈ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ, ਗੁਰੂ ਹਰਗੋਬਿੰਦ ਸਾਹਿਬ ਤੇ ਹਮਲੇ ਕਰਾਉਣੇ ਸ਼ੁਰੂ ਕਰ ਦਿੱਤੇ ਤਾਂ ਕਿ ਸਿੱਖ ਬੇਦਿਲ ਹੋ ਜਾਣ, ਬਿਲਕੁਲ ਹੌਸਲਾ ਛੱਡ ਦੇਣ। ਇਹ ਸੀ ਸੰਕਟਮਈ ਸਮਾਂ ਸਿੱਖ ਗੁਰੂ ਕਾਲ ਦਾ। ਜੀ। ਜਦੋਂ ਸੰਕਟਮਈ ਸਮਾਂ ਕਿਸੇ ਕੌਮ ਤੇ ਆਉਂਦਾ ਹੈ, ਤੁਹਾਡੇ ਵਿਰੋਧੀ ਹਰ ਥਾਂ ਤੇ ਖੜੇ ਹੋ ਜਾਂਦੇ ਨੇ, ਜਾਂ ਹਕੂਮਤ ਖੁਦ ਖੜਾ ਕਰ ਦਿੰਦੀ ਹੈ। ਬਿਲਕੁਲ। ਆਪਣੇ ਚਮਚਿਆਂ ਨੂੰ, ਆਪਣੇ ਟੌਟਾਂ ਨੂੰ ਹਕੂਮਤ ਖੜਾ ਕਰ ਦਿੰਦੀ ਹੈ, ਤੇ ਹਕੂਮਤ ਦਾ ਚਮਚਾਗਿਰੀ ਕਰਨ ਵਾਲੇ, ਜੀ ਹਜ਼ੂਰੀਏ ਕਰਨ ਵਾਲੇ ਆਪਣੇ ਆਪ ਖੜੇ ਹੋ ਜਾਂਦੇ ਨੇ। ਸੋ ਹੰਦਾਲੀਏ ਵੀ ਖੜੇ ਹੋ ਗਏ ਜੀ। ਪ੍ਰਿਥੀ ਚੰਦ ਦੀ ਜਿਹੜੀ ਔਲਾਦ ਸੀ, ਮਿਹਰਬਾਨੀਏ ਵੀ ਖੜੇ ਹੋ ਗਏ। ਉਹ ਵੀ ਖੜੇ ਹੋ ਗਏ। ਜਦੋਂ ਤੁਹਾਡੇ ਤੇ ਸੰਕਟ ਕਾਲ ਆਉਂਦਾ ਹੈ ਭਾਈ ਸਾਹਿਬ, ਉਦੋਂ ਇਕੱਲੀ ਤੁਹਾਡੀ ਲੀਡਰਸ਼ਿਪ ਤੇ ਹੀ ਸੰਕਟ ਕਾਲ ਨਹੀਂ ਆਉਂਦਾ। ਜੀ ਜੀ। ਹਕੂਮਤ ਤੁਹਾਡਾ ਬਹੁਤ ਕੁਝ ਵਿਗਾੜਨਾ ਚਾਹੁੰਦੀ ਹੁੰਦੀ ਹੈ। ਬਿਲਕੁਲ। ਸਿਆਣੇ ਕਹਿੰਦੇ ਨੇ ਕਿ ਜੇ ਕਿਸੇ ਕੌਮ ਦੀਆਂ ਜੜ੍ਹਾਂ 'ਚ ਤੇਲ ਦੇਣਾ ਹੋਵੇ ਨਾ, ਜੀ ਜੀ। ਪਹਿਲੀ ਗੱਲ ਤਾਂ ਉਹਦੀਆਂ ਲਿਖਤਾਂ ਦੇ ਵਿੱਚ ਵਿਗਾੜ ਪਾ ਦਿਓ, ਬਿਲਕੁਲ ਜੀ। ਬਿਲਕੁਲ। ਉਹਦੇ ਸਾਹਿਤ ਨੂੰ ਵਿਗਾੜ ਦਿਓ, ਬਿਲਕੁਲ। ਉਹਦੇ ਇਤਿਹਾਸ ਨੂੰ ਵਿਗਾੜ ਵਿਗਾੜੋ, ਉਹਦੀ ਫਿਲਾਸਫੀ ਨੂੰ ਵਿਗਾੜ ਦਿਓ। ਜੀ ਜੀ। ਬਿਲਕੁਲ। ਵਾਹਿਗੁਰੂ ਦੀ ਲੇਕਿਨ ਇੰਨੀ ਕੁ ਕਿਰਪਾ ਰਹੀ ਹੈ ਕਿ ਸਾਡੀ ਫਿਲਾਸਫੀ ਨੂੰ ਨਹੀਂ ਵਿਗਾੜ ਸਕਿਆ ਨਿੰਦਕ, ਜੀ। ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜਦੋਂ ਦਾ ਸਥਾਪਿਤ ਹੋਇਆ ਗੁਰੂ ਅਰਜਨ ਦੇਵ ਜੀ ਰਾਹੀਂ 1604 ਈਸਵੀ ਦਾ, ਸਿੱਖਾਂ ਨੇ ਕਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਇਕੱਲਾ ਨਹੀਂ ਛੱਡਿਆ। ਜੀ ਬਿਲਕੁਲ। ਸਿੱਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੀ ਰਹਿੰਦੇ ਰਹੇ ਨੇ, ਹਜ਼ੂਰੀ 'ਚ ਸੌਂਦੇ ਰਹੇ ਨੇ। ਜੀ ਬਿਲਕੁਲ। ਇਸ ਕਰਕੇ ਨਿੰਦਕਾਂ ਦਾ ਇਹ ਤਾਂ ਵਸ ਨਹੀਂ ਚੱਲਿਆ ਕਿ ਸਿੱਖਾਂ ਦੀ ਹਜ਼ੂਰੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਚੁੱਕ ਕੇ ਲੈ ਜਾਣ ਤੇ ਇਹਨੂੰ ਵਿਗਾੜ ਦੇਣ। ਬਿਲਕੁਲ। ਫਿਰ ਵੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੈ ਆਪਣੇ ਵੱਲੋਂ ਬੀੜਾਂ ਲਿਖ ਕੇ। ਜੀ। ਉਹਨਾਂ ਦੇ ਵਿੱਚ ਨਕਲੀ ਬਾਣੀਆਂ ਵੀ ਵਾੜੀਆਂ ਨੇ, ਉਹਨਾਂ ਵਿੱਚ ਹੋਰ ਰਲਾ ਵੀ ਕੀਤਾ ਬਹੁਤ ਕੁਝ। ਅੱਜ ਅਨੇਕਾਂ ਤੁਹਾਨੂੰ ਸੈਂਕੜੇ ਬੀੜਾਂ ਆਈਆਂ ਜਾਂ ਮਿਲਣਗੀਆਂ ਅੱਜ, ਜਿਹੜੀਆਂ ਅਨਅਥੈਂਟਿਕ ਨੇ। ਜੀ ਬਿਲਕੁਲ। ਜਿਹੜੀਆਂ ਅਪ੍ਰਮਾਣਿਕ ਨੇ। ਜੀ ਜੀ। ਇਹਦਾ ਮਤਲਬ ਉਹ ਵਿਰੋਧੀਆਂ ਦੇ ਲਿਖਿਆ ਹੋਇਆ। ਬਿਲਕੁਲ ਜੀ। ਉਹਨਾਂ ਨੇ ਉਸੇ ਸਮੇਂ ਜੀ ਜੀ ਭਾਈ ਇੱਕੋ ਇੱਕ ਲਿਖਤ ਸੀ ਦੂਜੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜਿਹੜੀ ਸਿੱਖ ਲਿਖਤ ਮੰਨੀ ਜਾਂਦੀ ਸੀ, ਜਿਹੜੀ ਸਿੱਖ ਜਗਤ ਦੇ ਵਿੱਚ ਬਹੁਤ ਹਰਮਨ ਪਿਆਰੀ ਸੀ। ਹਾਂ, ਪਰ ਸਰ ਗੱਲ ਤਾਂ ਹੁਣ ਚਰਚਾ ਛੇੜੀ ਹੈ ਇੱਥੇ ਭਾਈ ਬਾਲੇ ਦੀ ਜਿਹੜੀ ਸਾਖੀ ਆ ਉਹਦੇ ਬਾਰੇ ਇੰਨਾ ਕੁ ਹੁਣ ਅਸੀਂ ਵੀ ਪੜ੍ਹ ਕੇ ਏਡੇ ਹੋਏ ਆ, ਤਾਂ ਇਹੀ ਸੀ ਨਹੀਂ ਜੀ ਬਾਈ ਮਰਦਾਨੇ ਵਾਲੀ ਜਿਹੜੀ ਹੈਗੀ ਆ ਜਾਂ ਬਾਲੇ ਵਾਲੀ ਉਹ ਗੱਲ ਆ, ਕੁਝ ਬਾਈ ਜਿਹੜਾ ਮਰਦਾਨਾ ਸਿਰਫ ਉਹ ਗੁਰੂ ਸਾਹਿਬ ਦਾ ਸਾਥੀ ਸੀ, ਬਾਲੇ ਨੂੰ ਸਾਥੀ ਨਹੀਂ ਮੰਨਦੇ। ਇਹ ਵਿਰੋਧੀਆਂ ਦੀ ਦੇਣ ਹੈ। ਹਾਂਜੀ ਹਾਂਜੀ, ਇਹ ਵਿਰੋਧੀਆਂ ਦੀ ਦੇਣ ਹੈ। ਹੁਣ ਤੱਕ ਰਿਸਰਚ ਹੋਣੀ ਚਾਹੀਦੀ ਸੀ ਹਾਂ ਪੱਖੀ। ਜੀ। ਰਿਸਰਚ ਹੁੰਦੀ ਹੀ ਉਹ ਹੈ ਜਿਹੜੀ ਪੋਜ਼ਿਟਿਵ ਹੋਵੇ। ਜੀ ਜੀ। ਜਿਹੜੀ ਨੈਗੇਟਿਵ ਹੋਵੇ ਉਹ ਰਿਸਰਚ ਨਹੀਂ ਹੁੰਦੀ, ਉਹ ਤਾਂ ਨਿੰਦਿਆ। ਬਿਲਕੁਲ। ਵਿਰੋਧੀ ਹਮੇਸ਼ਾ ਤੁਹਾਡੀ ਨੈਗੇਟਿਵ ਰਿਸਰਚ ਕਰੇਗਾ। ਜੀ ਜੀ। ਆਪਣਾ ਜਿਹੜਾ ਬੰਦਾ ਹੈ, ਸਿੱਖ ਧਰਮ ਦਾ ਜਿਹੜਾ ਪੈਰੋਕਾਰ ਹੈ, ਉਹ ਆਪਣੇ ਗੁਰੂਆਂ ਬਾਰੇ ਜਾਂ ਆਪਣੇ ਲਿਟਰੇਚਰ ਬਾਰੇ ਜਦੋਂ ਵੀ ਉਹ ਖੋਜ ਕਰੇਗਾ ਉਹ ਪੋਜ਼ਿਟਿਵ ਖੋਜ ਕਰੇਗਾ। ਜੀ ਬਿਲਕੁਲ। ਕੀ ਰਿਸਰਚ ਕੀਤੀ ਨਿੰਦਕਾਂ ਨੇ? ਜੀ। ਆ ਜੀ ਲਿਖਤ ਤਾਂ ਲਿਖੀ ਨਹੀਂ ਗਈ ਕਦੇ। ਜੀ ਬਿਲਕੁਲ। ਜਿਵੇਂ ਤੁਸੀਂ ਕਹਿੰਦੇ ਹੋ ਕੱਲਾ ਮਰਦਾਨਾ ਹੀ। ਬਿਲਕੁਲ। ਜੇ ਗੁਰੂ ਦਾ ਸਾਥੀ ਤਾਂ ਕੱਲਾ ਮਰਦਾਨਾ ਹੀ ਸੀ। ਜੀ ਬਿਲਕੁਲ। ਜੀ ਭਾਈ ਬਾਲਾ ਤਾਂ ਕੋਈ ਨਾਂ ਦਾ ਬੰਦਾ ਹੀ ਨਹੀਂ ਹੈਗਾ ਸੀ ਕੋਈ। ਕਮਾਲ ਦੀ ਗੱਲ ਹੈ। ਮੈਂ ਸਰ ਦੀ ਗੱਲ ਦੇ ਨਾਲ ਇਹ ਗੱਲ ਜ਼ਰੂਰ ਦੱਸਣਾ ਚਾਹੂੰਗਾ ਕਿ ਪੰਜਾਬ ਦੇ ਵਿੱਚ ਇੱਕ ਆਪਦੇ ਆਪ ਨੂੰ ਕਹਿੰਦਾ ਕਹਾਉਂਦਾ ਅਖਬਾਰ ਜਿਹੜਾ ਹੈਗਾ ਆ, ਉਹ ਇਹ ਦਾਅਵਾ ਕਰਦਾ ਹੈਗਾ ਕਿ ਜਿਹੜਾ ਭਾਈ ਬਾਲਾ ਆ ਉਹ ਹੈ ਹੀ ਨਹੀਂ ਸੀਗਾ, ਔਰ ਉਹਨਾਂ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਲੇਖਕ ਵੀ ਉਸੇ ਹੱਕ ਦੇ ਵਿੱਚ ਜਿਹੜੇ ਉਹ ਡਟ ਕੇ ਖੜੇ ਆ। ਸੋ ਅੱਜ ਇੱਥੇ ਸਾਡੇ ਕੋਲ ਇਸ ਗੱਲ ਦਾ ਜਿਹੜਾ ਇੰਕਸ਼ਾਫ ਆ ਉਹ ਹੋ ਰਿਹਾ ਹੈਗਾ। ਜੀ ਦੇਖੋ, ਮੈਂ ਕਿਸੇ ਅਖਬਾਰ ਦੀ ਗੱਲ ਨਹੀਂ ਕਰਦਾ। ਜੀ ਜੀ। ਠੀਕ ਹੈ ਨਾ, ਕਿਉਂਕਿ ਮੈਂ ਕਿਸੇ ਦੇ ਜਵਾਬ 'ਚ ਨਹੀਂ ਬੋਲ ਰਿਹਾ। ਜੀ ਬਿਲਕੁਲ। ਮੈਂ ਆਪਣੀ ਅੰਤਰਾਤਮਾ ਤੋਂ ਬੋਲ ਰਿਹਾ ਜੋ ਮੈਨੂੰ ਠੀਕ ਲੱਗ ਰਿਹਾ। ਠੀਕ ਹੈ ਨਾ, ਫਿਰ ਤਾਂ ਗੱਲ ਉੱਥੇ ਆ ਜਾਏਗੀ ਕਿ ਇਹ ਤਾਂ ਫਲਾਣੇ ਵਿਰੋਧੀ ਦਾ ਜਵਾਬ ਦੇ ਰਿਹਾ ਹੈ। ਵਿਰੋਧੀ ਜੋ ਮਰਜ਼ੀ ਕੁਝ ਕਹੀ ਜਾਵੇ, ਇਹ ਉਹਦਾ ਹੱਕ ਹੈ। ਜੀ ਬਿਲਕੁਲ ਬਿਲਕੁਲ।
ਠੀਕ ਹੈ ਨਾ। ਇਹ ਉਹਦੀ ਗੱਲ ਨੂੰ ਮੰਨਣਾ ਸਾਡੇ ਪੈਰੋਕਾਰਾਂ ਨੇ ਦੇਖਣਾ, ਗੁਰੂ ਨਾਨਕ ਦੇ ਪੈਰੋਕਾਰਾਂ ਨੇ ਦੇਖਿਆ ਕਿਹਦੀ ਗੱਲ ਮੰਨਣੀ ਹੈ ਕਿਹਦੀ ਗੱਲ ਨਹੀਂ ਮੰਨਣੀ। ਮੈਂ ਆਪਣੇ ਗੁਰੂ ਨਾਨਕ ਨੂੰ ਸਾਹਮਣੇ ਰੱਖ ਕੇ, ਗੁਰੂ ਗ੍ਰੰਥ ਸਾਹਿਬ ਨੂੰ ਸਾਹਮਣੇ ਰੱਖ ਕੇ ਬੋਲ ਰਿਹਾ। ਮੈਂ ਕਿਸੇ ਵਿਰੋਧੀ ਦੇ ਸਾਹਮਣੇ ਰੱਖ ਕੇ ਨਾ ਮੈਨੂੰ ਪਤਾ ਕੌਣ ਵਿਰੋਧੀ ਹੈ ਤੇ ਕੌਣ ਅਖਬਾਰ ਹੈ। ਉਹ ਵਿਰੋਧੀ ਹਮੇਸ਼ਾ ਨੈਗੇਟਿਵ ਗੱਲ ਕਰਦਾ, ਬਿਲਕੁਲ। ਮੈਂ ਫਾਰ ਐਗਜ਼ਾਮਪਲ ਆਪਾਂ ਆਪਣੇ ਆਪ ਨੂੰ ਕੁਐਸਚਨ ਕਰਦੇ ਹਾਂ। ਜਦੋਂ ਆਪਾਂ ਆਪਣੇ ਪਿਛੋਕੜ ਬਾਰੇ, ਆਪਣੇ ਪਰਿਵਾਰ ਦੇ ਪਿਛੋਕੜ ਬਾਰੇ, ਆਪਣੇ ਦਾਦੇ ਪੜਦਾਦੇ ਬਾਰੇ ਆਪਾਂ ਖੋਜ ਕਰਾਂਗੇ। ਤੁਸੀਂ ਪੜ੍ਹੇ ਲਿਖੇ ਹੋ, ਮੈਂ ਵੀ ਪੜ੍ਹਿਆ ਲਿਖਿਆ, ਮੇਰੇ ਮਨ 'ਚ ਵੀ ਆਉਂਦਾ, ਮੈਂ ਵੀ ਆਪਣੇ ਪਿਛੋਕੜ ਬਾਰੇ ਥੋੜ੍ਹਾ ਜਿਹਾ ਇਤਿਹਾਸ ਲਿਖਦੇ ਹਾਂ, ਮੇਰੇ ਫਾਦਰ ਬਾਰੇ, ਮੇਰੇ ਦਾਦੇ ਬਾਰੇ, ਪੜਦਾਦੇ। ਕੀ ਤੁਸੀਂ ਇਹ ਲਿਖੋਗੇ ਕਿ ਤੁਹਾਡਾ ਦਾਦਾ ਕਿਹੜੀ ਤੀਵੀਂ ਨੂੰ ਕੱਢ ਕੇ ਲੈ ਗਿਆ ਜਾਂ ਕਿਹੜੀ ਔਰਤ ਨੂੰ ਕੱਢ ਕੇ ਲੈ ਗਿਆ? ਕਿ ਲਿਖੋਗੇ ਤੁਸੀਂ? ਬਿਲਕੁਲ ਕੋਈ ਵੀ ਨਹੀਂ ਕਰੂਗਾ, ਕੋਈ ਵੀ ਨਹੀਂ ਲਿਖੇਗਾ। ਜਿਹੜਾ ਮਹਾਮੂਰਖ ਤੋਂ ਮਹਾਮੂਰਖ ਹੈ ਉਹ ਵੀ ਨਹੀਂ ਲਿਖੇਗਾ, ਉਹ ਵੀ ਨਹੀਂ ਲਿਖੂਗਾ। ਬਿਲਕੁਲ ਜੀ। ਉਹ ਭਲੇ ਮਾਨਸੋ, ਤੁਹਾਨੂੰ ਗੁਰੂ ਨਾਨਕ ਸਾਹਿਬ ਬਾਰੇ ਖੋਜ ਕਰਨ ਵੇਲੇ ਸਿਰਫ ਇਹੀ ਦਿਖਿਆ ਕਿ ਉਹਨਾਂ ਦਾ ਇੱਕੋ ਹੀ ਸਾਥੀ ਸੀ, ਇੱਕੋ ਸਾਥੀ ਸੀ। ਬਿਲਕੁਲ। ਗੁਰੂ ਨਾਨਕ ਤਾਂ ਸਮੁੱਚੇ ਵਿਸ਼ਵ ਨੂੰ ਗਾਹ ਗਿਆ ਜੀ। ਬਿਲਕੁਲ। ਏਸ਼ੀਆ ਨੂੰ ਗਾਹ ਮਾਰਿਆ ਗੁਰੂ ਨਾਨਕ ਸਾਹਿਬ ਨੇ। ਬਿਲਕੁਲ। ਤੇ ਏਸ਼ੀਆ ਤੋਂ ਵੀ ਪਰੇ ਚਲੇ ਗਏ, ਰੋਮ ਤੇ ਮਤਲਬ ਯੂਰਪ ਤੱਕ ਵੀ ਅੱਜ ਕੱਲ੍ਹ ਉਹਨਾਂ ਦੇ ਵੇਰਵੇ ਮਿਲਦੇ ਨੇ ਕਿ ਰੋਮ ਤੱਕ ਵੀ ਗਏ ਨੇ। ਜੀ ਜੀ। ਜਿਸ ਗੁਰੂ ਨਾਨਕ ਨੇ ਇੰਨਾ ਜਗਤ ਗਾਹ ਲਿਆ ਹੋਵੇ, ਹਿੰਦੁਸਤਾਨ ਸਾਰਾ ਗਿਆ, ਤਿੱਬਤ, ਲਦਾਖ, ਚੀਨ, ਅਫਗਾਨਿਸਤਾਨ, ਇਰਾਕ, ਈਰਾਨ, ਸਾਊਦੀ ਅਰਬੀਆ, ਤੁਰਕੀ, ਸੀਰੀਆ, ਕਮਾਲ ਦੀ ਗੱਲ ਹੈ। ਕੋਈ ਈਵਨ ਜਿਹੜਾ ਕੈਸਪੀਅਨ ਸਾਗਰ ਹੈ ਉਹਦੇ ਆਲੇ ਦੁਆਲੇ ਦੇ ਮੁਲਕ ਵੀ ਅਸੀਂ ਅੱਜ ਤੱਕ ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਦਾ ਥਾਂ ਨਹੀਂ ਪਾ ਸਕੇ। ਜਿਹੜਾ ਗੁਰੂ ਇੰਨਾ ਜਗਤ ਨੂੰ ਘੁੰਮ ਗਿਆ, ਇੱਕੋ ਹੀ ਬੰਦਾ ਰਹੂ ਉਹਦੇ ਕੋਲੇ। ਉਹਦੇ ਕੋਲ ਤਾਂ ਸਾਥੀਆਂ ਦੀ ਭੀੜ ਰਹਿੰਦੀ ਸੀ। ਉਹ ਜੱਥੇ ਨਾਲ ਤੁਰਦਾ ਸੀ ਗੁਰੂ। ਜੀ ਜੀ। ਇਕੱਲਾ ਬੰਦਾ, ਕਮਾਲ ਦੀ ਗੱਲ ਹੈ, ਇਕੱਲਾ ਬੰਦਾ ਤਾਂ ਉਹ ਤੁਰੂਗਾ ਜਿਹਦੇ ਨਾਲ ਕੋਈ ਰਲਦਾ ਨਹੀਂ। ਗੁਰੂ ਨਾਨਕ ਘਰੋਂ ਇਕੱਲੇ ਭਾਈ ਵਾਲੇ ਤੇ ਭਾਈ ਮਰਦਾਨੇ ਨਾਲ ਨਿਕਲੇ ਸੀ। ਜਿਉਂ-ਜਿਉਂ ਤੁਰਦੇ ਗਏ ਕਾਫਲਾ ਉਹਨਾਂ ਦਾ ਵੱਧਦਾ ਗਿਆ, ਪੈਰੋਕਾਰ ਵੀ ਵੱਧਦੇ ਗਏ। ਗੁਰੂ ਸਾਹਿਬ ਤਾਂ ਹਰ ਥਾਂ ਤੇ ਗੁਰੂ ਦੇ ਤੌਰ ਤੇ ਵਿਚਰਿਆ। ਗੁਰੂ ਦੇ ਤੌਰ ਤੇ ਵਿਚਰਨ ਦਾ ਕੀ ਮਤਲਬ ਹੁੰਦਾ ਹੈ? ਜਿੱਥੇ ਗੁਰੂ ਹੈ ਉੱਥੇ ਲੰਗਰ ਵੀ ਹੈ। ਜਿੱਥੇ ਗੁਰੂ ਜਾਂਦਾ ਹੈ ਨਾ, ਗੁਰੂ ਨਾਨਕ ਜਨਮ ਤੋਂ ਹੀ ਗੁਰੂ ਸਨ। ਜਨਮ ਤੋਂ ਹੀ, ਪਿੱਛੋਂ ਨਹੀਂ ਇਲਹਾਮ ਹੋਇਆ ਉਹਨਾਂ ਨੂੰ। ਉਹ ਅਕਾਲ ਪੁਰਖ ਦੇ ਇਕੱਲੇ ਹੋਏ ਆਏ ਸੀ। ਜੇ ਆਪਦੇ ਮਾਂ ਦੀ ਬੁੱਕਲ ਵਿੱਚ ਬੈਠੇ ਨੇ, ਉੱਥੇ ਵੀ ਗੁਰੂ ਦੇ ਤੌਰ ਤੇ ਉਹ ਬੈਠੇ ਨੇ। ਜਦੋਂ ਬੱਚਿਆਂ ਨਾਲ ਖੇਡ ਰਹੇ ਨੇ, ਆਪਣੇ ਸਾਥੀਆਂ ਨਾਲ, ਉੱਥੇ ਵੀ ਗੁਰੂ ਦੇ ਤੌਰ ਤੇ ਖੇਡ ਰਹੇ ਨੇ। ਤੁਸੀਂ ਜਨਮ ਸਾਖੀਆਂ 'ਚ ਇਹ ਵੇਰਵੇ ਪੜ੍ਹੋਗੇ ਕਿ ਮਾਂ ਬਾਪ ਉਹਨੂੰ ਕਾਫੀ ਕੁਝ ਦੇ ਦਿੰਦੇ ਸੀ। ਗੁਰੂ ਨਾਨਕ ਸਾਹਿਬ ਸਾਰਾ ਕੁਝ ਵੰਡੇ ਆਉਂਦੇ ਸੀ ਬੱਚਿਆਂ 'ਚ। ਫਿਰ ਫਾਦਰ ਨੇ ਵੱਡੇ ਹੋਇਆਂ ਨੂੰ ਖਰਾ ਸੌਦਾ ਕਰਨ ਲਈ ਭੇਜਿਆ। ਓਕੇ, ਗੁਰੂ ਨਾਨਕ ਦੀ ਸੋਚ ਨੇ ਜੋ 20 ਰੁਪਈਆਂ ਦਾ ਖਰਾ ਸੌਦਾ ਕਰਨ ਲਈ ਸੋਚਿਆ, ਉਹ ਇਹ ਸੀ ਕਿ ਭੁੱਖਿਆਂ ਦਾ ਪੇਟ ਭਰ ਦਿੱਤਾ ਜਾਵੇ। ਇਹ ਗੁਰੂ ਨਾਨਕ ਦੀ ਸੋਚ ਸੀ। ਸ਼ਾਇਦ ਪਿਤਾ ਜੀ ਦੀ ਸੋਚ ਇਹ ਸੀ ਕਿ ਤੂੰ ਕੋਈ ਵਧੀਆ ਸੌਦਾ ਕਰਕੇ ਆ, 20 ਰੁਪਏ ਦੀ ਥਾਂ ਤੇ 100 ਰੁਪਏ ਦਾ ਆ ਕੇ ਵੇਚ। ਓਕੇ, ਇਹ ਪਿਤਾ ਦੀ ਸੋਚ ਸੀ। ਲੇਕਿਨ ਗੁਰੂ ਨਾਨਕ ਦੀ ਸੋਚ ਸੀ ਕਿ ਵਧੀਆ ਸੌਦਾ ਉਹੀ ਹੈ ਜੇ ਆਪਾਂ 20 ਰੁਪਈਆ ਨਾਲ ਇੱਕ ਭੁੱਖੇ ਮਨੁੱਖਾਂ ਦਾ ਪੇਟ ਭਰ ਦਈਏ। ਉਹ ਭੁੱਖੇ ਸਾਧੂਆਂ ਦਾ ਪੇਟ। ਮੇਰਾ ਤੁਹਾਡੀ ਗੱਲ ਬਚਾ ਲਿਆ। ਮੇਰਾ ਮਤਲਬ ਇਹ ਹੈ, ਗੁਰੂ ਨਾਨਕ ਦੇਵ ਜੀ ਇੱਕ ਗੁਰੂ ਦੇ ਤੌਰ ਤੇ ਵਿਚਰਦੇ ਸਨ। ਗੁਰੂ ਨਾ ਇਕੱਲਾ ਵਿਚਰਦਾ ਸੀ, ਨਾ ਭੁੱਖਾ ਰਹਿੰਦਾ ਸੀ, ਨਾ ਉਹਦਾ ਸਾਥੀ ਭੁੱਖਾ ਰਹਿੰਦਾ ਸੀ। ਤੁਸੀਂ ਜਨਮ ਸਾਖੀਆਂ ਪੜ੍ਹੋਗੇ ਨਾ, ਥਾਂ ਥਾਂ ਤੇ ਭਾਈ ਮਰਦਾਨੇ ਨੂੰ ਭੁੱਖਾ ਮਰਦਾ ਦਿਖਾਇਆ। ਬਿਲਕੁਲ, ਹਾਂ ਹੀ ਦਿਖਾਇਆ ਗਿਆ, ਮੰਗਦੇ ਦਿਖਾਇਆ ਗਿਆ। ਜਾਂ ਭਾਈ ਮਰਦਾਨਿਆਂ ਜੇ ਭੁੱਖ ਲੱਗਿਆ ਤਾਂ ਮੰਗ ਲਿਆ। ਉਹ ਭਿਖਾਰੀ ਥੋੜਾ ਨੇ ਉਹ। ਬਿਲਕੁਲ, ਗੁਰੂ ਨਾਨਕ ਨੇ ਤਾਂ ਖੁਦ ਲੰਗਰ ਲਗਾਏ ਨੇ। ਬਿਲਕੁਲ, ਭੁੱਖਿਆਂ ਲਈ। ਬਿਲਕੁਲ, ਜਿਹੜਾ ਗੁਰੂ ਭੁੱਖਿਆਂ ਲਈ ਲੰਗਰ ਲਗਾ ਰਿਹਾ ਕਿ ਉਹਦਾ ਸਾਥੀ ਭੁੱਖਾ ਰਹੂਗਾ? ਕਿਵੇਂ ਭੁੱਖਾ ਰਿਹਾ? ਇਹਨਾਂ ਨੂੰ ਪੁੱਛੋ, ਗੁਰੂ ਨਾਨਕ ਦਾ ਸਾਥੀ ਭੁੱਖਾ ਰਿਹਾ ਸੀ ਭਾਈ ਮਰਦਾਨਾ? ਕੋਈ ਮਤਲਬ ਨਹੀਂ। ਸੇ ਇਹ ਨੈਗੇਟਿਵ ਕਿਸਮ ਦੀ ਸੋਚ ਹੈ। ਗੁਰੂ ਨਾਨਕ ਦੇ ਨਾਲ ਸੰਗੀਆਂ ਸਾਥੀਆਂ ਦਾ ਪੂਰਾ ਜੱਥਾ ਸੀ। ਟੈਂਟ ਕਨਾਤਾਂ ਨਾਲ ਹੁੰਦੇ ਸਨ। ਉਹ ਕਿਸੇ ਦੇ ਕੋਲ ਜਾ ਕੇ ਸ਼ਰਨ ਨਹੀਂ ਸੀ ਮੰਗਦੇ ਵੀ ਫਲਾਣੇ ਪਿੰਡ 'ਚ ਗਏ, ਜਾ ਕੇ ਦੇਖਣ ਭਾਈ ਕੋਈ ਰਾਤ ਕੱਟਣ ਨੂੰ ਸਾਨੂੰ ਥਾਂ ਦੇਊਗਾ। ਨਾ ਹੀ ਇਸ ਰੋਡ ਪ੍ਰਚਾਰ ਹੁੰਦਾ ਹੈ। ਭੁੱਖਾ ਨਾ ਪ੍ਰਚਾਰ ਕਰ ਸਕਦਾ ਹੈ। ਜਿਹਦਾ ਸਹਾਰਾ ਕੋਈ ਨਹੀਂ, ਰਹਿਣ ਦੀ ਥਾਂ ਕੋਈ ਨਹੀਂ, ਨਾ ਉਹ ਪ੍ਰਚਾਰ ਕਰ ਸਕਦਾ। ਗੁਰੂ ਨਾਨਕ ਸਾਹਿਬ ਖੁਦ ਵੀ ਰੱਜੇ ਹੋਏ ਸਨ, ਖੁਦ ਵੀ ਉਹਨਾਂ ਕੋਲੇ ਪੂਰਾ ਲੰਗਰ ਦਾ ਸਮਾਨ ਰਿਹਾ ਸੀ, ਲੋਕਾਂ ਨੂੰ ਜਾ ਕੇ ਰਜਾਉਂਦੇ ਸਨ। ਉਹਨਾਂ ਕੋਲੇ ਆਪਣੇ ਸਮਾਨ ਸੀ, ਰਾਤ ਕੱਟਣ ਦਾ, ਵਰਖਾ ਤੋਂ ਬਚਣ ਦਾ, ਸਰਦੀ ਤੋਂ ਬਚਣ ਦਾ। ਬੰਦੇ ਸਨ ਨਾਲ, ਪੂਰੀ ਸੰਗਤ ਵਿਚਰਦੀ ਸੀ। ਪੂਰੀ ਸੰਗਤ ਵਿਚਰਨ ਨਾਲ ਗੁਰੂ ਦਾ ਪ੍ਰਭਾਵ ਪੈਂਦਾ ਸੀ। ਜਿੱਥੇ ਜਾਂਦੇ ਸੀ ਗੁਰੂ ਦਾ ਪ੍ਰਭਾਵ ਆਹੀਂ ਪੈ ਜਾਂਦਾ ਸੀ। ਇੰਨੇ ਮੁਲਕਾਂ 'ਚ ਜਾਏ, ਤੁਸੀਂ ਇਸਲਾਮੀ ਮੁਲਕਾਂ 'ਚ ਜਾ ਕੇ ਦੇਖੋ, ਤੁਸੀਂ ਤੁਹਾਨੂੰ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਗੁਰੂ ਨਾਨਕ ਸਾਹਿਬ ਨਾ ਹੀ ਸਿਰਫ ਇਸਲਾਮੀ ਮੁਲਕਾਂ 'ਚ ਗਏ, ਮੱਕੇ ਵੀ ਗਏ, ਮਦੀਨੇ ਵੀ ਗਏ, ਬਗਦਾਦ ਵੀ ਗਏ, ਜਿਹੜੇ ਸੈਂਟਰ ਸਨ। ਉਹਨਾਂ ਨਾਲ ਬਹਿਸਾਂ ਵੀ ਕੀਤੀਆਂ। ਇਕੱਲੇ ਬੰਦੇ ਨਾਲ ਕੌਣ ਬਹਿਸ ਕਰ ਲੂਗਾ? ਇਕੱਲੇ ਬੰਦੇ ਨੂੰ ਕੋਈ ਠਾਹਰ ਨਹੀਂ ਦਿੰਦਾ ਰਹਿਣ ਨੂੰ। ਹਾਂਜੀ, ਸੋ ਇਹ ਗੱਲਾਂ ਗਲਤ ਨੇ, ਇਹ ਨੈਗੇਟਿਵ ਗੱਲਾਂ ਨੇ।
ਪੋਜ਼ਿਟਿਵ ਗੱਲਾਂ ਉਹ ਨੇ ਕਿ ਗੁਰੂ ਨਾਨਕ ਦਾ ਕਿਵੇਂ ਇੰਪ੍ਰੈਸ਼ਨ ਪੈਂਦਾ ਸੀ ਗੁਰੂ ਦੇ ਤੌਰ ਤੇ। ਭਾਈ ਗੁਰਦਾਸ ਦੀ ਲਿਖਤ ਕਮਾਲ ਦੀ ਗੱਲ ਹੈ। ਅਗਲੀ ਲਿਖਤ ਮੈਂ ਭਾਈ ਗੁਰਦਾਸ ਦੀ ਲਿਖਤ ਕਹਿਣ ਲੱਗਿਆ ਸੀ, ਜੀ ਜੀ ਇਹ ਤੀਜੀ ਲਿਖਤ। ਜੀ ਭਾਈ ਗੁਰਦਾਸ ਜੀ ਤਾਂ ਕਹਿੰਦੇ ਨੇ ਜਿੱਥੇ ਵੀ ਗੁਰੂ ਬਾਬਾ ਜਾਂਦਾ ਬਿਲਕੁਲ ਉੱਥੇ ਹੀ ਪੂਜਾ ਹੋਣ ਲੱਗ ਜਾਂਦੀ ਹੈ। ਕਮਾਲ, ਕਿੰਨਾ ਫਰਕ ਹੈ ਜੀ, ਬਿਲਕੁਲ ਕਿੰਨਾ ਫਰਕ ਹੈ ਇਹ ਲੋਕ ਕਹਿੰਦੇ ਨੇ ਕਿ ਗੁਰੂ ਦਾ ਤਾਂ ਸਾਥੀ ਭੁੱਖਾ ਮਰਦਾ ਸੀ, ਮੰਗਣ ਜਾਂਦਾ ਸੀ। ਫਿਰ ਉਹ ਭਾਈ ਗੁਰਦਾਸ ਤਾਂ ਕਹਿੰਦੇ ਸੀ ਜਿੱਥੇ ਵੀ ਗੁਰੂ ਜਾਂਦਾ ਹੈ ਉੱਥੇ ਹੀ ਪੂਜਾ ਹੋਣ ਲੱਗ ਜਾਂਦੀ ਸੀ। ਹੈ ਨਾ ਜ਼ਮੀਨ ਸਮਾਨ ਜਿਹਦਾ ਫਰਕ ਇਹ ਲਿਖਤਾਂ ਦਾ। ਭਾਈ ਗੁਰਦਾਸ ਗੁਰੂਆਂ ਦਾ ਲਿਖਾਰੀ ਹੈ ਜੀ, ਬਿਲਕੁਲ। ਆ ਜਿਹੜੇ ਭਾਈ ਬਾਲੇ ਦੀ ਜਨਮ ਸਾਖੀ ਦੀ ਨਿੰਦਿਆ ਕਰਨ ਵਾਲੇ ਨੇ ਇਹ ਗੁਰੂਆਂ ਦੇ ਨਿੰਦਕ ਨੇ ਜੀ, ਬਿਲਕੁਲ। ਇਸ ਨਿੰਦਿਆ ਕਰਕੇ ਭਾਈ ਬਾਲੇ ਵਾਲੀ ਜਨਮ ਸਾਖੀ ਬਦਨਾਮ ਹੋ ਗਈ ਹੈ। ਨਿੰਦਕਾਂ ਦਾ ਇਹੀ ਨਿਸ਼ਾਨਾ ਸੀ ਕਿ ਸਿੱਖ ਲਿਖਤਾਂ ਨੂੰ ਬਦਨਾਮ ਕਰ ਦਿੱਤਾ ਜਾਵੇ। ਜੀ ਜੀ। ਤੁਸੀਂ ਪਹਿਲੀ ਗੱਲ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਕੀਤੀ ਹੈ। ਜੀ ਜੀ, ਠੀਕ ਹੈ ਨਾ। ਜੇ ਮੈਂ ਹੁਣ ਥੋੜਾ ਤੋਂ ਕਿਉਂਕਿ ਥੋੜੀ ਜਿਹੀ ਬੈਕਗ੍ਰਾਉਂਡ ਤਾਂ ਬੰਨੀ ਗਈ ਹੈ। ਹਾਂ, ਬਿਲਕੁਲ। ਤੇ ਗੁਰੂ ਜਿਹੜੀ ਗੁਰੂ ਲਹਿਰ ਸੀ ਜੀ, ਮਹਾਰਾਜਾ ਰਣਜੀਤ ਸਿੰਘ ਇਸ ਗੁਰੂ ਲਹਿਰ ਦੀ ਪ੍ਰੋਡਕਸ਼ਨ ਸੀ, ਪਦੈਸ਼ ਸੀ ਜੀ। ਜਿਹਦਾ ਗੁਰੂ ਭੁੱਖਿਆਂ ਨੂੰ ਰੋਟੀ ਦਿੰਦਾ ਰਿਹਾ, ਜਿਹਦੇ ਗੁਰੂ ਦੇ ਸਾਹਮਣੇ ਕੋਈ ਸੀਮਾ ਨਹੀਂ ਮੁਲਕਾਂ ਦੀ ਜੀ, ਜਿਹਦੇ ਗੁਰੂ ਦੀ ਸੋਚ ਵੀ ਅਸੀਮਤ ਹੈ। ਉਹਦੀ ਸੋਚ ਦੇ ਵਿੱਚ ਦੁਨੀਆ ਦੇ ਸੱਤੇ ਦੀਪ ਸਨ, ਹਰ ਖੰਡ ਸੀ, ਹਰ ਦੇਸ਼ ਸੀ ਉਹਦੀ ਸੋਚ ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ ਉਸ ਗੁਰੂ ਦਾ ਪੈਰੋਕਾਰ ਸੀ ਜੀ, ਬਿਲਕੁਲ। ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਰਾਜ ਕਾਇਮ ਕੀਤਾ, ਤੁਸੀਂ ਉਸ ਸਮੇਂ ਦਾ ਨਕਸ਼ਾ ਵੇਖ ਲਓ ਜੀ। ਸਿੱਖ ਰਾਜ ਪਹਿਲੀ ਵਾਰ ਬੰਦਾ ਸਿੰਘ ਬਹਾਦਰ ਨੇ ਐਸਟੈਬਲਿਸ਼ ਕੀਤਾ ਜੀ, ਲੇਕਿਨ ਅਜੇ ਉਹ ਤੁਹਾਡੇ ਸੰਘਰਸ਼ ਦੀ ਸ਼ੁਰੂਆਤ ਸੀ। ਬਿਲਕੁਲ। ਅੱਜ ਤੁਹਾਡੀ ਜਿੱਤ ਹੋ ਗਈ ਜੀ, ਬਿਲਕੁਲ। ਕੱਲ ਨੂੰ ਹਾਰ ਹੋ ਗਈ। ਹਾਰਾਂ ਵੀ ਹੁੰਦੀਆਂ ਨੇ, ਲੇਕਿਨ ਹਾਰ ਐਸੀ ਨਹੀਂ ਸੀ ਜਿਹਦਾ ਸੰਘਰਸ਼ ਮੂੰਹ ਮੋੜ ਜੇ। ਕੋਈ ਨਹੀਂ, ਅੱਜ ਹਾਰ ਹੋ ਗਈ, ਕੱਲ ਨੂੰ ਆਪਾਂ ਜ਼ਿਆਦਾ ਡਟ ਕੇ ਹਮਲਾ ਕਰਾਂਗੇ ਜੀ। ਬੰਦਾ ਸਿੰਘ ਬਹਾਦਰ ਦੀ ਵੀ ਫਤਿਹ ਪੈਰ ਚੁੰਮਦੀ ਰਹੀ ਹੈ, ਲੇਕਿਨ ਉਹ ਰਾਜ ਬੰਦਾ ਸਿੰਘ ਬਹਾਦਰ ਵਾਲਾ ਥੋੜੇ ਸਮੇਂ ਦਾ ਸੀ ਜੀ ਜੀ, ਬਿਲਕੁਲ। ਮੁਗਲਾਂ ਨੇ ਆਪਣੇ ਤਾਕਤ ਨਾਲ ਉਹਨੂੰ ਕਵਰ ਕਰ ਲਿਆ, ਲੇਕਿਨ ਗੁਰੂ ਦੇ ਪੈਰੋਕਾਰਾਂ ਦਾ ਦ੍ਰਿੜ ਨਿਸ਼ਚਾ ਇਤਨਾ ਦ੍ਰਿੜ ਸੀ ਕਿ ਉਹਨਾਂ ਨੇ ਮੁੜ ਕੇ ਨਹੀਂ ਦੇਖਿਆ, ਪਿੱਛੇ ਮੁੜ ਕੇ ਉਹਨਾਂ ਨੇ ਕਿਹਾ ਸਾਡਾ ਗੁਰੂ ਸਾਡੇ ਅੰਗ ਸੰਗ ਹੈ। ਅੱਜ ਹਾਰਾਂ ਹੋ ਗਈਆਂ, ਅੱਜ ਸਾਡੇ ਸੰਘਰਸ਼ ਕੁਚਲਿਆ ਗਿਆ, ਕੋਈ ਗੱਲ ਨਹੀਂ, ਗੁਰੂ ਸਾਡੇ ਅੰਗ ਸੰਗ ਹੈ। ਜਿੰਨਾ ਦ੍ਰਿੜ ਨਿਸ਼ਚਾ ਰੱਖ ਕੇ ਤੁਰੋਗੇ ਸਾਨੂੰ ਓਨੀ ਹੀ ਕਾਮਯਾਬੀ ਜ਼ਿਆਦਾ ਹੋਏਗੀ। ਤੋ ਸਰਦਾਰ ਦ੍ਰਿੜ ਨਿਸ਼ਚਾ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖ ਕੇ ਵਿਚਰਦੇ ਰਹੇ ਤੇ ਅਲਟੀਮੇਟਲੀ ਉਹ ਸਮਾਂ ਆ ਗਿਆ ਜਦੋਂ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਮੱਥਾ ਲਾ ਲਿਆ। ਬਿਲਕੁਲ। ਸਿੱਖਾਂ ਨੇ ਕਦੇ ਹਕੂਮਤ ਨਾਲ ਸਮਝੌਤਾ ਨਹੀਂ ਕੀਤਾ ਜੀ ਜੀ, ਬਿਲਕੁਲ। ਭਾਵੇਂ ਬੰਦਾ ਸਿੰਘ ਬਹਾਦਰ ਦੇ ਪਿੱਛੋਂ ਦਾ ਸਮਾਂ ਜੀ ਜੀ, ਭਾਵੇਂ ਛੋਟੇ ਘੱਲੂ ਘਰ ਦਾ ਸਮਾਂ, ਭਾਵੇਂ ਵੱਡੇ ਘੱਲੂ ਘਰ ਦਾ ਸਮਾਂ, ਸਿੱਖਾਂ ਨੇ ਕਦੇ ਸਿੱਖ ਲੀਡਰਸ਼ਿਪ ਨੇ ਕਦੇ ਹਕੂਮਤ ਨਾਲ ਸਮਝੌਤਾ ਨਹੀਂ ਕੀਤਾ। ਉਹ ਅਹਿਮਦ ਸ਼ਾਹ ਅਬਦਾਲੀ ਨੂੰ ਇਹੀ ਕਹਿੰਦੇ ਰਹੇ ਨੇ ਕਿ ਇਹ ਉਹ ਕਾਬਲੀ ਕੁੱਤੇ ਜੀ ਜੀ, ਕਿੱਡਾ ਵੱਡਾ ਬਾਦਸ਼ਾਹ ਸੀ ਉਹ, ਬਿਲਕੁਲ। ਹਿੰਦੁਸਤਾਨ ਦਾ ਵੀ, ਅਫਗਾਨਿਸਤਾਨ ਦਾ ਵੀ, ਕਿੱਡਾ ਵੱਡਾ ਜਰਨੈਲ ਸੀ ਉਹ, ਏਸ਼ੀਆ ਦਾ ਜੇਤੂ ਕਹਿੰਦੇ ਨੇ ਇਤਿਹਾਸਕਾਰ ਉਹਨੂੰ। ਲੇਕਿਨ ਸਿੱਖ ਕੀ ਕਹਿੰਦੇ ਸੀ? ਉਹ ਕਾਬਲੀ ਕੁੱਤੇ, ਇਹ ਪੰਜਾਬ ਸਾਡਾ ਹੈ, ਸਾਡੇ ਪੰਜਾਬ ਚੋਂ ਨਿਕਲ ਜਾ। ਅਲਟੀਮੇਟਲੀ ਉਹਨੂੰ ਕੁੱਟ ਕੇ ਕੱਢ ਦਿੱਤਾ, ਮਿਸਲਾਂ ਦਾ ਰਾਜ ਹੋ ਗਿਆ। 1765 ਤੋਂ ਬਾਕਾਇਦਾ ਰਾਜ ਸ਼ੁਰੂ ਹੋ ਗਿਆ ਸਿੱਖ ਰਾਜ ਜੀ ਜੀ। ਅਪ੍ਰੈਲ ਦੀ ਵਿਸਾਖੀ 1765 ਤੋਂ ਬਾਕਾਇਦਾ ਸਰਬੱਤ ਖਾਲਸਾ ਸਮਾਗਮ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਐਲਾਨ ਕੀਤਾ, ਅੱਜ ਤੋਂ ਪੰਜਾਬ ਦੇ ਵਿੱਚ ਖਾਲਸਾ ਰਾਜ ਐਸਟੈਬਲਿਸ਼ ਹੋ ਗਿਆ ਹੈ। ਬਿਲਕੁਲ। ਅੱਜ ਤੋਂ ਖਾਲਸੇ ਦਾ ਸਿੱਕਾ ਚੱਲੇਗਾ, ਠੀਕ ਹੈ ਨਾ। 1765 ਤੋਂ ਸ਼ੁਰੂ ਹੋਇਆ ਰਾਜ 1849 ਤੱਕ ਚੱਲਦਾ ਰਿਹਾ, 84-85 ਸਾਲ। ਤੁਸੀਂ 1765 ਤੋਂ ਪਿੱਛੋਂ ਦਾ ਨਕਸ਼ਾ ਵੇਖ ਲਓ ਪੰਜਾਬ ਦਾ ਤੇ ਏਸ਼ੀਆ ਦਾ ਜੀ ਜੀ। ਤੁਹਾਨੂੰ ਏਸ਼ੀਆ ਦੇ ਵਿੱਚ ਇੱਕ ਨਵਾਂ ਮੁਲਕ ਖੜਾ ਹੋਇਆ ਦਿਸੂਗਾ। ਬਿਲਕੁਲ। ਜੇ ਤੁਹਾਨੂੰ 1845 ਤੋਂ ਪਹਿਲਾਂ ਦੇ ਨਕਸ਼ੇ ਪ੍ਰਾਪਤ ਹੋਣ ਏਸ਼ੀਆ ਦੇ ਜੀ ਜੀ, ਏਸ਼ੀਆ ਦੇ ਮਿਲਣਗੇ ਜੀ, ਕਿਉਂਕਿ ਅੰਗਰੇਜ਼ ਹਰ ਮੁਲਕ ਦੇ ਨਕਸ਼ੇ ਤਿਆਰ ਕਰਾਉਂਦੇ ਰਹਿੰਦੇ ਸੀ ਜੀ ਜੀ। 1845 ਤੋਂ ਪਹਿਲਾਂ ਦੇ ਨਕਸ਼ੇ ਤੁਸੀਂ ਏਸ਼ੀਆ ਦੇ ਦੇਖੋਗੇ, ਉਹਨਾਂ ਵਿੱਚ 5 ਦਰਿਆਵਾਂ ਦੀ ਧਰਤੀ ਬੜੇ ਵਿਸ਼ਾਲ ਰੂਪ ਦੇ ਵਿੱਚ ਇੱਕ ਖਾਲਸਾ ਰਾਜ ਦੇ ਨਿਸ਼ਾਨੀ ਦੇ ਤੌਰ ਤੇ ਤੁਹਾਨੂੰ ਦਿਸੇਗੀ ਜੀ ਜੀ, ਬਿਲਕੁਲ। ਅੱਛਾ, ਇੱਥੇ ਮੈਂ ਗੱਲ ਕਰੂੰਗਾ 12 ਮਿਸਲਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਕਰਨ ਦੇ ਪਿੱਛੇ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਕਿਹੜੀ ਉਹ ਭਾਵਨਾ ਕੰਮ ਕਰਦੀ ਸੀ ਕਿ ਉਹ ਰਾਜ ਕਾਇਮ ਹੋ ਸਕਿਆ ਸਾਡਾ? ਦੇਖੋ, ਪਹਿਲੀ ਗੱਲ ਤਾਂ ਜਿੰਨੇ ਤੁਹਾਡੇ ਰਾਜ ਦੇ ਹਿੱਸੇ ਹੋਣਗੇ ਜੀ ਜੀ, ਉਹ ਤੁਹਾਡੇ ਰਾਜ ਦੀ ਕਮਜ਼ੋਰੀ ਹੈ ਜੀ, ਕਿਉਂਕਿ ਜਿੰਨੇ ਹਿੱਸੇ ਹੋਣਗੇ ਉਹਨੇ ਹਿੱਸਿਆਂ 'ਚ ਵਟਿਆ ਹੋਇਆ ਹੋਵੇਗਾ। 12 ਮਿਸਲਾਂ ਨੇ ਰਾਜ ਆਪਣਾ ਐਸਟੈਬਲਿਸ਼ ਕੀਤਾ, ਇਹ ਸ਼ੁਰੂਆਤ ਸੀ ਜੀ, ਇਹ ਸ਼ੁਰੂਆਤ ਸੀ। ਹੌਲੀ ਹੌਲੀ ਉਸ ਸ਼ੁਰੂਆਤ ਦੇ ਵਿੱਚੋਂ ਫਿਰ ਤੁਸੀਂ ਵਿਕਾਸ ਵੱਲ ਜਾਓਗੇ ਜੀ।
ਜਿੰਨੇ ਹਿੱਸੇ ਜ਼ਿਆਦਾ ਹੋਣਗੇ ਉਹ ਵਿਕਾਸ ਨਹੀਂ, ਵਿਕਾਸ ਨਹੀਂ ਹੁੰਦਾ। ਉਹ ਤੁਹਾਡੀ ਕਮਜ਼ੋਰੀ ਸਮਝੀ ਜਾਏਗੀ। ਜੀ ਜੀ ਮਹਾਰਾਜਾ ਰਣਜੀਤ ਸਿੰਘ ਤੱਕ 12 ਹਿੱਸੇ ਤੇ 12 ਤੋਂ ਵੀ ਵੱਧ ਹਿੱਸੇ ਜੀ ਹੋ ਗਏ ਸਨ। ਜੀ ਉਹਨਾਂ ਦੀ ਯੂਨਾਈਟਿਡ ਲੀਡਰਸ਼ਿਪ ਕੋਈ ਨਹੀਂ ਸੀ, ਠੀਕ ਹੈ ਨਾ। ਬਿਲਕੁਲ ਸੋ ਇਹ ਕੋਈ ਨਾ ਕੋਈ ਤਾਂ ਲੀਡਰ ਤੁਹਾਨੂੰ ਇਹੋ ਜਿਹਾ ਮਿਲੂਗਾ ਹੀ ਨਾ। ਜੀ ਇਹ ਤਾਂ ਹੋ ਨਹੀਂ ਸਕਦਾ ਕਿ ਸਾਰਾ ਸਮਾਂ ਤੁਹਾਡਾ ਐਂ ਚੱਲਦਾ ਜਾਵੇ। ਬਿਲਕੁਲ ਇੱਕ ਪਰਮਾਤਮਾ ਨੇ, ਅਕਾਲ ਪੁਰਖ ਨੇ ਜਾਂ ਗੁਰੂ ਨਾਨਕ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਐਸਾ ਪੁਰਖ ਪੈਦਾ ਕੀਤਾ ਜੀ ਬਿਲਕੁਲ ਜਿਹਦੇ ਮਨ ਵਿੱਚ ਇਹ ਗੱਲ ਆ ਗਈ ਜੀ ਕਿ ਖਾਲਸਾ ਰਾਜ ਪੂਰੀ ਤਰ੍ਹਾਂ ਯੂਨਾਈਟਿਡ ਅਤੇ ਸਟਰੋਂਗ ਹੋਣਾ ਚਾਹੀਦਾ ਹੈ, ਬਿਲਕੁਲ ਮਜ਼ਬੂਤ ਹੋਣਾ ਚਾਹੀਦਾ ਹੈ। ਦੇਖੋ ਰਾਜਨੀਤੀ ਦੇ, ਜਿਹੜੀ ਰਾਜਨੀਤੀ ਤੇ ਧਰਮ ਦਾ ਇੰਨਾ ਕੁ ਫਰਕ ਹੈ, ਜੀ ਜੀ ਹੋਰ ਬਾਹਲਾ ਫਰਕ ਨਹੀਂ, ਜੀ ਕਿਉਂਕਿ ਧਰਮ ਵੀ, ਰਾਜਨੀਤੀ ਵੀ ਧਰਮ ਤੇ ਆਧਾਰਿਤ ਹੈ। ਜੀ ਜਿਹੜੇ ਕੌਮ ਦੀ ਰਾਜਨੀਤੀ ਧਰਮ ਤੇ ਆਧਾਰਿਤ ਹੈ ਜੀ। ਉਹ ਆਪਣੇ ਧਰਮ ਵੱਲ ਦੇਖ ਕੇ ਹੀ ਆਪਣੀ ਰਾਜਨੀਤੀ ਚਲਾਏਗੀ, ਚਲਾਏਗੀ। ਜਿਵੇਂ ਸਿੱਖ ਧਰਮ ਦੀ ਰਾਜਨੀਤੀ ਜੀ, ਹੈ, ਜੀ। ਠੀਕ ਹੈ ਨਾ। ਬਿਲਕੁਲ ਸਿੱਖ ਧਰਮ ਦੀ ਰਾਜਨੀਤੀ ਉਦੋਂ ਹੀ ਸਹੀ ਚੱਲਦੀ ਹੈ ਜਦੋਂ ਉਹ ਆਪਣੇ ਧਰਮ ਵੱਲ ਵੇਖ ਕੇ ਚੱਲਦੀ ਹੈ। ਜੀ ਮਹਾਰਾਜਾ ਰਣਜੀਤ ਸਿੰਘ ਸਿੱਖ ਲਹਿਰ ਦੀ ਕ੍ਰੀਏਸ਼ਨ ਸੀ। ਜੀ ਬਿਲਕੁਲ ਮਹਾਰਾਜਾ ਰਣਜੀਤ ਸਿੰਘ ਵੀ ਧਰਮ ਵੱਲ ਦੇਖ ਕੇ ਆਪਣੀ ਰਾਜਨੀਤੀ ਬਣਾਉਂਦਾ ਸੀ। ਬਣਾਉਂਦਾ ਸੀ ਬਿਲਕੁਲ ਥੋੜਾ ਜਿਹਾ ਰਾਜਨੀਤੀ ਵਿੱਚ ਇਹ ਆ ਜਾਂਦੀ ਹੈ ਗੱਲ, ਲੜਾਈਆਂ ਹੁੰਦੀਆਂ ਨੇ, ਸੌਰੀ, ਜੀ ਲੜਾਈਆਂ ਹੁੰਦੀਆਂ ਨੇ। ਜੀ ਲੜਾਈ ਵਿੱਚ ਤਾਂ ਜਿਹੜਾ ਤਕੜਾ ਹੈ ਉਸੇ ਦਾ ਉਸੇ ਦੀ ਚੱਲੇ, ਰਾਜ, ਬਿਲਕੁਲ ਠੀਕ ਹੈ ਨਾ। ਬਿਲਕੁਲ ਜਦੋਂ ਲੜਾਈ ਜਿੱਤੀ ਜਾਂਦੀ ਹੈ, ਰਾਜ ਐਸਟੈਬਲਿਸ਼ ਹੋ ਜਾਂਦਾ ਹੈ, ਧਰਮ ਕਰਮ ਬਾਰੇ ਫਿਰ ਸੋਚਣ ਦਾ ਮੌਕਾ ਮਿਲਦਾ ਹੈ। ਜੀ ਜੀ ਬਿਨਾਂ ਸ਼ੱਕ ਰਣਜੀਤ ਸਿੰਘ ਨੇ ਧੱਕੇ ਨਾਲ ਵੀ ਕੁਝ ਮਿਸਲਾਂ ਨੂੰ ਜੀ ਆਪਣੇ ਅਧੀਨ ਕੀਤਾ, ਜੀ ਇਹ ਜ਼ਰੂਰੀ ਸੀ। ਕਈਆਂ ਮਿਸਲਾਂ ਨੂੰ ਆਪਣੀਆਂ ਰਿਸ਼ਤੇਦਾਰ ਬਣਾ ਕੇ ਜੀ ਆਪਣੇ ਨਾਲ ਜੋੜਿਆ, ਜੀ ਕਈਆਂ ਨਾਲ ਸਾਕ ਸੰਗੀਆਂ ਕੀਤੀਆਂ, ਰਿਸ਼ਤੇਦਾਰੀਆਂ ਪਾਈਆਂ, ਵਿਆਹ ਕਰਵਾਏ। ਅੱਛਾ, ਇੱਕ ਜਦੋਂ ਬੰਦੇ ਨਾਲ, ਤੁਹਾਡੇ ਨਾਲ 5-6 ਬੰਦੇ ਰਲ ਗਏ, ਤੁਹਾਡਾ ਗਰੁੱਪ ਬਣ ਗਿਆ, ਇੱਕ ਮਿਸਲ ਨਾਲ ਕਈ ਮਿਸਲਾਂ ਜੁੜ ਗਈਆਂ, ਉਹਦੀ ਤਾਕਤ ਤਾਂ ਆਪਣੇ ਆਪ ਹੀ ਦਿਸੂਗੀ ਨਾ ਜੀ, ਜੀ। ਗੁਆਂਢੀ ਨੂੰ। ਕਈ ਮਿਸਲਾਂ ਜਿਹੜੀਆਂ ਛੋਟੀਆਂ ਸੀਗੀਆਂ, ਆਪਣੇ ਆਪ ਇੱਕ ਵੱਡਾ ਲੀਡਰ ਦੇਖ ਕੇ, ਇੱਕ ਵੱਡੀ ਮਿਸਲ ਦੇਖ ਕੇ ਉਹਦੇ ਨਾਲ ਆ ਜੁੜੇ। ਜੀ ਰਾਜਨੀਤੀ ਵਿੱਚ ਦੇਖੋ ਸਾਰੀਆਂ ਗੱਲਾਂ ਚੱਲਦੀਆਂ ਹੁੰਦੀਆਂ ਨੇ, ਜੇ ਉਹ ਤੁਹਾਡੇ ਭਲੇ ਲਈ ਹੈ। ਭਲੇ ਲਈ ਠੀਕ ਹੈ ਜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਖਾਲਸਾ ਕੌਮ ਦਾ ਸਿਰ ਉੱਚਾ ਕੀਤਾ ਹੈ, ਜੀ ਆਪਣੀ ਤਾਕਤ ਵਧਾ ਕੇ ਜੀ ਨਿਸ਼ਾਨ ਸਾਹਿਬ ਨੂੰ ਲਹਿਰਾਇਆ ਹੈ, ਜੀ ਬਿਲਕੁਲ ਆਪਣੀ ਤਾਕਤ ਬਣਾ ਕੇ ਜੀ ਜੀ ਆਪਣੇ ਫਲਸਫੇ ਤੇ ਸਾਹਿਤ ਨੂੰ ਕਾਬਲ ਅਤੇ ਕੰਧਾਰ ਦੀਆਂ ਕੰਧਾਂ ਤੱਕ ਲੈ ਕੇ ਗਿਆ ਹੈ। ਜੀ ਜੀ ਇਹਦਾ ਮਤਲਬ ਉਹ ਸਿੱਖ ਕੌਮ ਦੀ ਬਿਹਤਰੀ ਲਈ ਸੀ। ਬਿਹਤਰੀ ਲਈ ਇਸ ਬਿਹਤਰੀ ਲਈ ਜੇ ਕਿਤੇ ਧੱਕਾ ਵੀ ਹੋਇਆ ਤੇ ਉਹ ਧੱਕਾ ਚੱਲ ਜਾਂਦਾ ਹੁੰਦਾ। ਜੀ ਬਿਲਕੁਲ ਇਹਦੇ 'ਚ ਕੋਈ ਵੀ ਗੱਲ ਮਾੜੀ ਨਹੀਂ ਹੈਗੀ। ਤੇ ਅਲਟੀਮੇਟਲੀ ਮਹਾਰਾਜਾ ਰਣਜੀਤ ਸਿੰਘ ਨੇ 1800, ਜੇ ਆਪਾਂ 9 'ਚ ਪਹੁੰਚੀਏ, ਜੀ ਜੀ ਇੱਕ ਐਸਾ ਰਾਜ ਸਥਾਪਿਤ ਕਰ ਲਿਆ ਸੀ ਏਸ਼ੀਆ ਦੇ ਵਿੱਚ, ਜੀ ਜੀ ਜਿਹਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬ੍ਰਿਟਿਸ਼ ਕੌਮ ਨੇ ਵੀ ਮਾਨਤਾ ਦੇ ਦਿੱਤੀ ਸੀ ਅੰਮ੍ਰਿਤਸਰ ਦੀ ਸੰਧੀ ਰਾਹੀਂ। ਜੀ ਬਿਲਕੁਲ ਡਾਕਟਰ ਸਾਹਿਬ, ਗੱਲਬਾਤ ਆਪਣੀ ਜਾਰੀ ਰਹੇਗੀ। ਬੜਾ ਦਿਲਚਸਪ ਵਿਸ਼ਾ ਜਿਹੜਾ ਹੈਗਾ ਮਹਾਰਾਜਾ ਰਣਜੀਤ ਸਿੰਘ ਕਾਲ ਦੇ ਬਾਰੇ, ਤੇ ਸਾਡੇ ਅੱਜ ਦੇ ਮਹਿਮਾਨ ਡਾਕਟਰ ਸੁਖਦਿਆਲ ਸਿੰਘ ਜੀ ਨੇ। ਤੇ ਇੱਥੇ ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਬਾਕੀ ਗੱਲ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਸਾਹਿਤ ਦੇ ਅੰਗ ਸੰਗ, ਤੇ ਕਰਦੇ ਹਾਂ ਡਾਕਟਰ ਸਾਹਿਬ ਨਾਲ ਗੱਲਬਾਤ। ਡਾਕਟਰ ਸਾਹਿਬ, 1809 ਅੰਮ੍ਰਿਤਸਰ ਦੀ ਸੰਧੀ ਤੱਕ ਆਪਣੀ ਗੱਲ ਚੱਲ ਰਹੀ ਸੀ, ਤੇ ਉਸ ਤੋਂ ਬਾਅਦ ਫਿਰ ਕੀ ਵਾਕਿਆ ਹੋਇਆ? ਹਾਂ, 1809 ਦੀ ਸੰਧੀ ਨਾਲ ਰਾਹੀਂ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਕੌਮ ਵੱਲੋਂ ਜੀ ਪ੍ਰਮਾਣਿਕਤਾ ਮਿਲ ਗਈ ਸੀ, ਬਿਲਕੁਲ ਰਾਜਾ ਪ੍ਰਵਾਨ ਕਰ ਲਿਆ, ਮਾਨਤਾ ਮਿਲ ਗਈ ਸੀ, ਮਾਨਤਾ ਮਿਲ ਗਈ ਰੈਕੋਗਨੀਸ਼ਨ ਮਿਲ ਗਈ ਸੀ। ਜੀ ਕਿੱਡੀ ਵੱਡੀ ਪ੍ਰਾਪਤੀ। ਕਿਤੇ ਵਾਕਈ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਕੌਮ ਕੋਲ, ਜੀ ਬਿਲਕੁਲ ਬ੍ਰਿਟਿਸ਼ ਕੌਮ ਕੋਲ, ਜੀ ਔਰ ਮਾਨਤਾ ਵੀ ਕਹੀ ਜੀ ਮਿਲੀ। ਜੀ ਦੇਖੋ, ਗੱਲ ਕਰਨ ਦੇ ਆਪੋ ਆਪਣੇ ਢੰਗ ਹੁੰਦੇ ਨੇ। ਤੁਹਾਨੂੰ ਮੈਂ ਪਾਣੀ ਦਾ ਗਲਾਸ ਫੜਾਇਆ, ਕਈਆਂ ਦੀ ਸੋਚ ਕਹੇਗੀ ਅੱਧਾ ਭਰਿਆ ਹੋਇਆ ਹੈ, ਜੀ ਬਿਲਕੁਲ, ਕਈਆਂ ਦੀ ਸੋਚ ਕਹੇਗੀ ਅੱਧਾ ਊਣ ਹੈ। ਅੱਧਾ ਹੋਣਾ ਇਹ ਤੁਹਾਡਾ ਆਪਣਾ ਨਜ਼ਰੀਆ। ਨਜ਼ਰੀਆ ਹੈ। ਜੀ ਬਿਲਕੁਲ, ਤੁਸੀਂ ਆਉਣ ਵਾਲੇ ਬੰਦੇ ਨੂੰ ਆਪਣੇ ਅੰਦਾਜ਼ੇ ਨਾਲ ਅੰਦਾਜ਼ੋਗੇ ਬੰਦਾ ਮਾੜਾ ਜਾਂ ਚੰਗਾ, ਇਹ ਤੁਹਾਡੀ ਸੋਚ ਹੈ। ਜੀ ਜੀ ਠੀਕ ਹੈ ਨਾ। ਬਿਲਕੁਲ 1809 ਦੀ ਸੰਧੀ ਦੀ ਸਭ ਤੋਂ ਵੱਡੀ ਅਹਿਮੀਅਤ ਇਹ ਹੈ, ਜੀ। ਜਿਹੜੀ ਕਿਸੇ ਹਿੰਦੁਸਤਾਨੀ ਮਹਾਰਾਜੇ ਨੇ ਪ੍ਰਾਪਤ ਨਹੀਂ ਕੀਤੀ, ਨਹੀਂ ਕੀਤੀ। ਕਿ ਦੁਨੀਆ ਦੀ ਸਭ ਤੋਂ ਵੱਡੀ ਕੌਮ ਵੱਲੋਂ ਉਹਨੂੰ ਮਾਨਤਾ ਮਿਲ ਗਈ ਸੀ।
ਮਾਨਤਾ ਵੀ ਐਸੀ। ਜੀ ਆਹ ਸਤਲੁਜ ਦੀ ਹੱਦ ਹੈ ਜੀ। ਜੀ ਬਿਲਕੁਲ। ਇਹ ਗੱਲ ਛੱਡੋ ਕਿ ਸਤਲੁਜ ਦੀ ਹੱਦ ਚ ਕਿੰਨਾ ਕੁ ਇਲਾਕਾ ਆਉਂਦਾ, ਕਿੰਨਾ ਕੁ ਇਲਾਕਾ ਨਹੀਂ ਆਉਂਦਾ, ਇਹ ਗੱਲ ਛੱਡੋ। ਇਹ ਗੱਲ ਛੱਡੋ ਬਿਲਕੁਲ। ਆਹ ਸਤਲੁਜ ਦਰਿਆ ਹੈ ਜੀ, ਜੀ ਅਸੀਂ ਇਹ ਤੋਂ ਪਰੇ ਨਹੀਂ ਜਾਵਾਂਗੇ। ਜੀ ਬਿਲਕੁਲ। ਤੂੰ ਇੱਧਰ ਨਹੀਂ ਆਏਗਾ। ਇੱਧਰ ਨਹੀਂ ਹੋਊਗਾ। ਪਰਲਾ ਹਿੱਸਾ ਤੇਰਾ ਹੈ, ਤੁਹਾਡਾ ਹੈ, ਬਿਲਕੁਲ। ਉਰਲਾ ਹਿੱਸਾ ਸਾਡਾ ਹੈ। ਜੀ ਦੁਨੀਆ ਦੀ ਵੱਡੀ ਪਾਵਰ ਕਹਿ ਰਹੀ ਹੈ ਇਹ। ਪਰਲੇ ਹਿੱਸੇ 'ਤੇ ਸਾਡਾ ਕੋਈ ਹੱਕ ਨਹੀਂ। ਬਿਲਕੁਲ। ਕਿਸੇ ਮਹਾਰਾਜੇ ਨੂੰ ਬ੍ਰਿਟਿਸ਼ ਕੌਮ ਨੇ ਇਹ ਕਿਹਾ ਕਿ ਇਸ ਤੋਂ ਪਾਰ ਦਾ ਇਲਾਕਾ ਸਾਡਾ ਨਹੀਂ, ਜੀ ਸਿਰਫ ਤੇਰਾ ਹੈ। ਜੀ ਅੰਗਰੇਜ਼ਾਂ ਦੀ ਵੱਲੋਂ ਕੀਤੀ ਗਈ 1809 ਦੀ ਸੰਧੀ ਦੁਆਰਾ ਸਤਲੁਜ ਤੋਂ ਪਰਲੇ ਪਾਸੇ ਪੱਛਮ ਤੇ ਉੱਤਰ ਵਾਲੇ ਪਾਸੇ ਅੰਗਰੇਜ਼ਾਂ ਦਾ ਕੋਈ ਅਧਿਕਾਰ ਨਹੀਂ ਸੀ। ਇਹ ਅੰਗਰੇਜ਼ਾਂ ਨੇ ਖੁਦ ਮੰਨਿਆ ਆਪਣੇ ਸਾਈਨ ਕਰਕੇ। ਜੀ 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 ਬਿਲਕੁਲ। 1809 ਤੋਂ ਲੈ ਕੇ 1845 ਤੱਕ ਅੰਗਰੇਜ਼ਾਂ ਨੇ ਸਤਲੁਜ ਨਹੀਂ ਪਾਰ ਕੀਤਾ। ਜੀ ਨਹੀਂ ਕੀਤਾ ਬਿਲਕੁਲ। ਅੰਗਰੇਜ਼ਾਂ ਨੇ ਤਾਂ ਕੋਈ ਛੱਡੇ ਹੀ ਨਹੀਂ, ਕੋਈ ਸੰਧੀ ਜੀ ਤੋੜੇ ਬਗੈਰ। ਜੀ ਬਿਲਕੁਲ। ਹਿੰਦੁਸਤਾਨ ਦੇ ਨਾਲ ਤੁਸੀਂ ਅਨੇਕਾਂ ਰਾਜਿਆਂ ਨਾਲ ਸੰਧੀਆਂ ਹੋਈਆਂ ਨੇ। ਜੀ ਜੀ ਅਫਗਾਨੀ ਬਾਦਸ਼ਾਹਾਂ ਨਾਲ ਵੀ ਸੰਧੀਆਂ ਹੋਈਆਂ ਨੇ। ਜੀ ਜੀ ਕਿਸੇ ਮਹਾਰਾਜੇ ਨਾਲ, ਕਿਸੇ ਰਾਜੇ ਨਾਲ ਹੋਈ ਸੰਧੀ ਅੰਗਰੇਜ਼ਾਂ ਨੇ ਛੱਡੀ ਨਹੀਂ ਤੋੜੇ ਬਗੈਰ। ਬਿਲਕੁਲ। ਇਹ ਸਰ ਇੱਥੇ ਕਿੱਡੀ ਹੈਰਾਨੀ ਦੀ ਗੱਲ ਆ ਕਿ 1809 ਦੀ ਸੰਧੀ ਦੇ ਵਿੱਚ ਫੂਲਕੀਆਂ ਮਿਸਲ ਤੇ ਬਾਕੀ ਜਿਹੜੀਆਂ ਸਾਡੇ ਹੋਰ ਸਟੇਟਾਂ ਸੀਗੀਆਂ, ਜਿਹੜੇ ਰਾਜੇ ਸੀਗੇ, ਉਹ ਅੰਗਰੇਜ਼ਾਂ ਦੇ ਹੱਕ 'ਚ ਭੁਗਤ ਗਏ, ਪਰ ਇੱਥੇ ਉਹ ਮਾਨਤਾ ਦੇ ਰਹੇ ਆ। ਦੇਖੋ, ਉਹ ਅੰਗਰੇਜ਼ਾਂ ਦੇ ਹੱਕ 'ਚ ਭੁਗਤ ਗਏ, ਉਹਨਾਂ ਦੀ ਕਮਜ਼ੋਰੀ ਸੀ। ਜੀ ਜੀ ਉਹਨਾਂ ਦੀ ਕਮਜ਼ੋਰੀ ਸੀ। ਜੀ ਹੋ ਸਕਦਾ ਕੁਝ ਕਮਜ਼ੋਰੀ ਮਹਾਰਾਜਾ ਰਣਜੀਤ ਸਿੰਘ ਵਿੱਚ ਵੀ ਹੋਵੇ, ਸਮਝ ਤੇ ਸੂਝ ਦੀ। ਅਗਰ ਉਹ ਅੰਗਰੇਜ਼ਾਂ ਵਰਗਾ ਫਰਾਡ ਕਰਨਾ ਚਾਹੁੰਦਾ, ਜੀ ਜੀ ਅੰਗਰੇਜ਼ਾਂ ਵਾਂਗੂ, ਜੀ ਉਹਨਾਂ ਨੇ ਵੀ ਇਹਨਾਂ ਰਾਜਿਆਂ ਨੂੰ ਆਪਣੇ ਜਵਾਈ ਬਣਾ ਲੈਣਾ ਸੀ ਜਾਂ ਆਪਣੇ ਸਾਲੇ ਭਣੋਈਏ ਬਣਾ ਲੈਣਾ ਸੀ, ਤੇ ਉਹਨੂੰ ਆਪਣੇ ਨਾਲ ਲਾ ਲੈਣਾ ਸੀ। ਜੀ ਇੱਕ ਤੁਸੀਂ ਮਿੱਠਾ ਬੋਲ ਕੇ ਵੀ ਤਾਂ ਕਿਸੇ ਨੂੰ ਨਾਲ ਰਲਾ ਸਕਦੇ ਹੋ ਨਾ। ਲੇਕਿਨ ਰਣਜੀਤ ਸਿੰਘ ਦੀ ਰਾਜਨੀਤੀ ਇਸ ਤਰ੍ਹਾਂ ਦੀ ਨਹੀਂ ਸੀ ਕਿ ਉਹ ਇਹਨਾਂ ਨੂੰ ਕੋਈ ਉਹ ਲੋਲੀਪੌਪ ਦਿਖਾ ਕੇ ਜੀ ਬਿਲਕੁਲ ਜਾਂ ਅੰਗਰੇਜ਼ਾਂ ਵਾਂਗੂ ਇਹ ਕਹਿ ਕੇ ਕਿ ਅੰਦਰੂਨੀ ਤੌਰ ਤੇ ਤੁਸੀਂ ਰਾਜੇ ਬਣੇ ਰਹੋਗੇ, ਬਾਕੀ ਉੱਪਰੋਂ ਸਾਰਾ ਕੁਝ ਸਾਡਾ ਹੋਊਗਾ। ਅੰਗਰੇਜ਼ਾਂ ਨੇ ਛੱਡਿਆ ਤਾਂ ਕੁਝ ਨਹੀਂ ਉਹਨਾਂ ਪਾਸ। ਜਿਹੜੇ ਸਤਲੁਜ ਤੋਂ ਉਰਲੇ ਰਾਜੇ ਮਹਾਰਾਜੇ ਸੀ, ਛੱਡਿਆ ਤਾਂ ਕੁਝ ਨਹੀਂ, ਕੁਝ ਨਹੀਂ ਛੱਡਿਆ, ਸਵਾਏ ਉਹ ਮਹਾਰਾਜੇ ਸੀ। ਮਹਾਰਾਜੇ ਤੌਰ ਤੇ ਭਾਵੇਂ ਤੁਸੀਂ ਜਿੰਨੇ ਮਰਜ਼ੀ ਬੱਗਿਆਂ 'ਚ ਫਿਰਦੇ ਰਹੋ, ਬਿਲਕੁਲ ਹੋਰ ਕੁਝ ਨਹੀਂ ਸੀ ਕਰ ਸਕਦੇ। ਠੀਕ ਹੈ, ਆਜ਼ਾਦੀ ਨਹੀਂ ਸੀ ਨਾ, ਆਜ਼ਾਦੀ ਕੋਈ ਨਹੀਂ ਸੀ। ਆਜ਼ਾਦੀ ਤਾਂ ਉਹਨਾਂ ਨੂੰ ਈਵਨ ਇੱਥੋਂ ਤੱਕ ਵੀ ਨਹੀਂ ਸੀ ਕਿ ਉਹ ਆਪਣੀ ਮਰਜ਼ੀ ਨਾਲ ਵਿਆਹ ਵੀ ਨਹੀਂ ਸੀ ਕਰਵਾ ਸਕਦੇ। ਜੀ ਜੀ ਸੋਚ ਕੇ ਦੇਖਿਓ, ਜਰਾ ਪੁੱਛ ਕੇ ਦੇਖਿਓ, ਕਿਸੇ ਰਾਜੇ ਨੇ ਜਿਹੜੀ ਮਹਾਰਾਣੀ ਬਣਾਈ ਹੈ ਆਪਦੀ, ਅੰਗਰੇਜ਼ਾਂ ਤੋਂ ਮਾਨਤਾ ਲੈ ਕੇ ਫੇਰ ਬਣਾਈ ਹੈ। ਪਹਿਲਾ ਬੱਚਾ ਪੈਦਾ ਹੁੰਦਾ ਸੀ ਇਹਨਾਂ ਮਹਾਰਾਜਿਆਂ ਦੇ ਘਰ, ਉਹਨੂੰ ਇਨਫੋਰਮੇਸ਼ਨ ਦੇਣੀ ਪੈਂਦੀ ਸੀ ਤੇ ਉਹਦੀ ਮਾਨਤਾ ਲੈਣੀ ਪੈਂਦੀ ਸੀ ਕਿ ਇਹ ਮੇਰਾ ਪਹਿਲਾ ਬੱਚਾ ਹੈ। ਹੁਣ ਇੱਥੋਂ ਤੱਕ ਵੀ ਉਹਨਾਂ ਨੂੰ ਆਜ਼ਾਦੀ ਨਹੀਂ ਸੀ। ਤੁਸੀਂ ਇਮੇਜਿਨ ਕਰੋ, ਜੇ ਇਹੋ ਜਿਹੀ ਗੱਲ ਮਹਾਰਾਜਾ ਰਣਜੀਤ ਸਿੰਘ ਸੋਚਦਾ, ਉਹਨੇ ਵੀ ਨਾਲ ਰਲਾ ਲੈਣੇ ਸੀ। ਜੀ ਜੀ ਬਿਲਕੁਲ। ਲੇਕਿਨ ਉਹ ਪੰਜਾਬੀ ਸੁਭਾਅ ਸੀ। ਜੀ ਜੀ ਪੰਜਾਬੀ ਸੁਭਾਅ ਦੇ ਵਿੱਚ ਜਿਹੜਾ ਬਨੌਟੀ ਪਾਣਾ ਨਹੀਂ ਆਉਂਦਾ। ਬਿਲਕੁਲ। ਪੰਜਾਬੀ ਜਦੋਂ ਹੱਸਦਾ ਹੈ ਉਦੋਂ ਹੱਸਦਾ ਹੈ। ਜੀ ਜੀ ਬਿਲਕੁਲ। ਜਦੋਂ ਗੁੱਸੇ 'ਚ ਆ ਕੇ ਗਾਲ ਕੱਢਦਾ ਉਦੋਂ ਫਿਰ ਗਾਲਾਂ ਕੱਢਦਾ। ਫਿਰ ਉਹ ਗਾਲ ਕੱਢਦਾ। ਇੱਥੇ ਮੈਂ ਗੱਲ ਨੂੰ ਟੋਕ ਕੇ ਉਸ ਗੱਲ ਤੇ ਲਿਆਉਣਾ ਚਾਹੁੰਦਾ, ਮਹਾਰਾਜਾ ਦਾ ਜਿਹੜਾ ਰਾਜ ਦਰਬਾਰ ਸੀਗਾ, ਉਹਦੇ ਵਿੱਚ ਉਹਨਾਂ ਨੇ ਉਹੀ ਜੋ ਫਿਲਾਸਫੀ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲੀ, ਏਕ ਪਿਤਾ ਏਕ ਕੇ ਹਮ ਬਾਰਕ ਵਾਲੀ, ਉਹਨਾਂ ਨੇ ਕਈ ਕੌਮਾਂ ਨੂੰ ਉੱਥੇ ਜਿਹੜਾ ਸੀਗਾ ਆਪਣੇ ਕੋਲ ਰੱਖਿਆ ਹੋਇਆ ਸੀ। ਇਸ ਬਾਰੇ ਜ਼ਰੂਰ ਗੱਲ। ਬਹੁਤ ਵਧੀਆ ਗੱਲ ਹੈ। ਜੀ ਜੀ ਥੋੜੀ ਜਿਹੀ ਮੈਂ ਪਹਿਲਾ ਸੈਂਟੈਂਸ ਪੂਰਾ ਕਰ ਦਿਆਂ। ਜੀ ਜੀ। ਅੰਗਰੇਜ਼ ਜਦੋਂ ਹੱਸਦੇ ਸੀ ਤਾਂ ਵੀ ਨਹੀਂ ਸੀ ਪਤਾ ਲੱਗਦਾ ਕਿ ਇਹ ਹੱਸਦੇ ਨੇ ਕਿ ਰੋਂਦੇ ਨੇ। ਜੀ ਜੀ। ਕਿਉਂਕਿ ਉੱਪਰਲੇ ਮਨੋਂ ਹੱਸਦੇ ਸੀ। ਉੱਪਰਲੇ ਮਨੋਂ ਹੱਸਦੇ। ਜੀ। ਜਦੋਂ ਗੁੱਸਾ ਦਿਖਾਉਂਦੇ ਸੀ ਉਹ ਵੀ ਪਤਾ ਨਹੀਂ ਸੀ ਲੱਗਦਾ ਕਿ ਵਾਕਈ ਇਹ ਗੁੱਸੇ ਹੋਏ ਨੇ ਅੰਦਰੋਂ। ਜੀ ਜੀ। ਉਹਨਾਂ ਦੀ ਹਰ ਗੱਲ ਵਿੱਚ ਬਣਾਉਟੀਪਨ ਸੀ। ਬਣਾਉਟੀਪਨ ਸੀ। ਜੀ। ਰਣਜੀਤ ਸਿੰਘ ਦੀ ਕਿਸੇ ਗੱਲ ਵਿੱਚ ਬਣਾਉਟੀਪਨ ਨਹੀਂ ਸੀ। ਬਿਲਕੁਲ। ਹੁਣ ਤੁਸੀਂ ਦਰਬਾਰ ਦੀ ਗੱਲ ਕੀਤੀ ਹੈ। ਜਿੰਨਾ ਪੰਜਾਬ ਜੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਧੀਨ ਇੱਕ ਸੁਤੰਤਰ ਦੇਸ਼ ਦੇ ਤੌਰ ਤੇ ਇਕੱਠਾ ਕੀਤਾ ਸੀ, ਉਸ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੀ ਆਬਾਦੀ ਦੇ ਵਿੱਚੋਂ 8% ਸਿੱਖਾਂ ਦੀ ਆਬਾਦੀ ਸੀ। ਸਿਰਫ ਹੀ। ਹੁਣ ਤੁਸੀਂ ਇਮੇਜਿਨ ਕਰੋ, 92% ਫੀਸਦੀ ਦੀ ਆਬਾਦੀ ਉੱਪਰ ਰਣਜੀਤ ਸਿੰਘ ਨੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ, ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਲਾਗੂ ਕੀਤਾ ਤੇ ਖਾਲਸਾਈ ਸਰੂਪ ਬਖਸ਼ਿਆ ਹਕੂਮਤ ਨੂੰ। ਜਿਹੜਾ ਉਹਨੇ ਦਰਬਾਰ ਕਾਇਮ ਕੀਤਾ, ਸਰੂਪ ਦਰਬਾਰ ਦਾ ਵੀ ਖਾਲਸੇ ਵਾਲਾ ਸੀ। ਜਦੋਂ ਦਰਬਾਰ ਨੂੰ ਕੋਈ ਬਾਹਰਲਾ ਯਾਤਰੀ ਆ ਕੇ ਦੇਖਦਾ ਸੀ, ਉਹਦੇ ਮਨ ਤੇ ਪਹਿਲਾ ਪ੍ਰਭਾਵ ਖਾਲਸਾਈ ਪ੍ਰਭਾਵ ਪੈਂਦਾ ਸੀ। ਲੇਕਿਨ ਉਸ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਮੁੱਚੇ ਪੰਜਾਬ ਦੇ ਫਿਰਕਿਆਂ ਦੀ ਨੁਮਾਇੰਦਗੀ ਭਰੀ ਹੋਈ ਸੀ। ਮੁਸਲਮਾਨਾਂ ਦੀ ਵੀ ਨੁਮਾਇੰਦਗੀ ਸੀ, ਹਿੰਦੂਆਂ ਦੀ ਵੀ ਨੁਮਾਇੰਦਗੀ ਸੀ, ਡੋਗਰਿਆਂ ਦੀ ਵੀ ਨੁਮਾਇੰਦਗੀ ਸੀ, ਲਦਾਖੀਆਂ ਦੀ ਵੀ ਨੁਮਾਇੰਦਗੀ ਸੀ।
ਜਿਹੜੇ ਬਾਣੀਆਂ ਕਲਾਸ ਸੀ ਉਹਨਾਂ ਦੀ ਵੀ ਨੁਮਾਇੰਦਗੀ ਸੀ। ਜੀ ਇਹਨਾਂ ਫਿਰਕਿਆਂ ਨੂੰ ਇਕੱਲਾ ਹਿੰਦੂ ਨਾਲ ਨਾ ਤੁਸੀਂ ਦਿਓ, ਬਿਲਕੁਲ ਜੀ, ਠੀਕ ਹੈ ਨਾ। ਬਿਲਕੁਲ ਤੇ ਹਰ ਫਿਰਕੇ ਨੂੰ ਨੁਮਾਇੰਦਗੀ ਦਿੱਤੀ। ਜੀ ਸਭ ਤੋਂ ਵੱਡੀ ਦੇਖਣ ਵਾਲੀ ਗੱਲ ਇਹ ਸੀ, ਜਿੰਨੇ ਦਰਬਾਰੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨਿਯੁਕਤ ਕੀਤੇ ਸਨ, ਜੀ ਹਰ ਦਰਬਾਰੀ ਅੰਤਲੇ ਦਮ ਤੱਕ ਜੀ ਜੀ ਖਾਲਸਾ ਰਾਜ ਪ੍ਰਤੀ ਵਫਾਦਾਰ ਰਿਹਾ। ਜੀ ਖਾਲਸਾ ਰਾਜ ਪ੍ਰਤੀ। ਜੀ ਜੀ ਨਿੰਦਕਾਂ ਨੇ ਤਾਂ ਬਹੁਤ ਕੁਝ ਲਿਖਿਆ ਹੋਇਆ ਹੈ। ਨਹੀਂ, ਇਹ 'ਚ ਫਿਰ ਡੋਗਰੇ ਕਿੱਥੇ ਖੜੇ ਆ ਜੀ? ਹਾਂ ਸੁਣੋ, ਡੋਗਰਾ ਮੈਨੂੰ ਪਤਾ ਸੀ ਕਿ ਤੁਸੀਂ ਡੋਗਰਾ ਬਾਰੇ ਗੱਲ ਕਰੋਗੇ। ਜੀ ਜੀ ਠੀਕ ਹੈ ਨਾ। ਡੋਗਰਿਆਂ ਦਾ ਸਭ ਤੋਂ ਵੱਡਾ ਜਿਹੜਾ ਕਰਤਾ ਧਰਤਾ ਸੀ ਰਾਜਾ ਧਿਆਨ ਸਿੰਘ ਸੀ। ਰਾਜਾ ਧਿਆਨ ਸਿੰਘ ਸੀਗੇ ਜੀ। ਰਾਜਾ ਧਿਆਨ ਸਿੰਘ ਨੇ ਜਾਨ ਕਿਵੇਂ ਦਿੱਤੀ? ਜੀ ਰਾਜਾ ਧਿਆਨ ਸਿੰਘ ਨੇ ਵੀ ਲੱਗਦੀ ਵਾਹ ਮਹਾਰਾਜਾ ਰਣਜੀਤ ਸਿੰਘ ਦੀ ਵਫਾਦਾਰੀ ਕੀਤੀ। ਜੀ ਵਜ਼ੀਰ ਦਾ ਕੰਮ ਵੀ ਵਫਾਦਾਰੀ ਦਿਖਾਉਣਾ ਹੈ। ਬਿਲਕੁਲ ਬਿਲਕੁਲ ਵਜ਼ੀਰ ਦਾ ਕੰਮ ਵੀ ਆਪਣੀ ਰਿਆਸਤ ਨੂੰ, ਆਪਣੀ ਬਾਦਸ਼ਾਹੀ ਨੂੰ ਬਚਾ ਕੇ ਰੱਖਣ ਦਾ ਹੈ। ਜੀ ਚਲੋ ਇਹ ਤਾਂ ਮੰਨ ਲਿਆ ਕਿ ਮਹਾਰਾਜਾ ਰਣਜੀਤ ਸਿੰਘ ਤੱਕ ਮਹਾਰਾਜਾ ਰਣਜੀਤ ਸਿੰਘ ਖੁਦ ਤਕੜਾ ਸੀ। ਜੀ ਰਾਜਾ ਧਿਆਨ ਸਿੰਘ ਕੁਝ ਨਹੀਂ ਕਰ ਸਕਿਆ, ਪਰ ਵਜ਼ੀਰਾਂ ਨੇ ਤਾਂ ਬਾਦਸ਼ਾਹਾਂ ਦੇ ਹੁੰਦੇ ਹੋਏ ਵੀ ਬਹੁਤ ਕੁਝ ਕੀਤਾ। ਬਹੁਤ ਕੁਝ ਕੀਤਾ ਹੈ। ਜੀ ਮੁਗਲਾਂ ਜਿਹੜੇ ਮੁਗਲ ਬਾਦਸ਼ਾਹ ਸਨ, ਉਹਨਾਂ ਦੇ ਜਿਹੜੇ ਵਜ਼ੀਰ ਸਨ, ਉਹਨਾਂ ਨੇ ਆਪਣੇ ਬਾਦਸ਼ਾਹਾਂ ਦੇ ਹੁੰਦੇ ਵੀ ਬਹੁਤ ਕੁਝ ਕੀਤਾ। ਬਗਾਵਤਾਂ ਵੀ ਕੀਤੀਆਂ ਨੇ, ਗਦਾਰੀਆਂ ਵੀ ਕੀਤੀਆਂ ਨੇ। ਠੀਕ ਹੈ ਨਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਇੱਕ ਵਾਰ ਵੀ ਐਸਾ ਨਹੀਂ ਕਿ ਰਾਜਾ ਧਿਆਨ ਸਿੰਘ ਨੇ ਕੋਈ ਬੇਵਫਾਈ ਕੀਤੀ ਹੋਵੇ। ਅਲਟੀਮੇਟਲੀ 1843 ਦੇ ਵਿੱਚ ਰਾਜਾ ਧਿਆਨ ਸਿੰਘ ਵੀ ਖਾਲਸਾ ਰਾਜ ਦੀ ਰੱਖਿਆ ਕਰਦਾ ਹੋਇਆ ਮਾਰਿਆ ਗਿਆ। ਜੀ ਉਹਦੀ ਮੌਤ 1843 ਵਿੱਚ ਹੋਈ ਸੀ, ਜਦੋਂ ਮਹਾਰਾਜਾ ਸ਼ੇਰ ਸਿੰਘ ਦਾ ਰਾਜ ਸੀ। ਪਹਿਲਾਂ ਮਹਾਰਾਜਾ ਸ਼ੇਰ ਸਿੰਘ ਨੂੰ ਮਾਰ ਕੇ ਗਏ ਜੀ ਸੰਧਾਵਾਲੀਏ। ਜੀ ਫਿਰ ਰਸਤੇ 'ਚ ਆਉਂਦਾ ਸੀ ਰਾਜਾ ਧਿਆਨ ਸਿੰਘ। ਰਾਜਾ ਧਿਆਨ ਸਿੰਘ ਨੂੰ ਉਹਨੇ ਘੇਰ ਲਿਆ। ਜੀ ਰਾਜਾ ਧਿਆਨ ਸਿੰਘ ਨੇ ਸੰਧਾਵਾਲੀਆਂ ਦੀ ਈਨ ਨਹੀਂ ਮੰਨੀ। ਜੇ ਈਨ ਮੰਨਦਾ ਤਾਂ ਉਹਨਾਂ ਦੇ ਪੈਰ ਫੜ ਕੇ ਖੜ ਸਕਦਾ ਸੀ। ਜੀ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਕੀ ਕਰਕੇ ਆਏ ਹੋ? ਬਹੁਤ 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 ਮਾੜਾ ਕੰਮ ਕਰਕੇ ਆਏ ਹੋ। ਮਹਾਰਾਜਾ ਸ਼ੇਰ ਸਿੰਘ ਨੂੰ ਵੀ ਮਾਰ ਆਏ ਤੇ ਮਹਾਰਾਜਾ ਕਮਰ ਪ੍ਰਤਾਪ ਸਿੰਘ ਨੂੰ ਵੀ ਮਾਰ ਆਏ। ਸੋ ਇਸ ਕਰਕੇ ਰਾਜਾ ਧਿਆਨ ਸਿੰਘ ਡੋਗਰਾ ਦਾ ਸਮੁੱਚਾ ਜੀਵਨ ਖਾਲਸਾ ਰਾਜ ਦੇ ਲੇਖੇ ਲੱਗਿਆ। ਕਹੇ ਨੂੰ ਜੋ ਕੁਛ ਮਰਜ਼ੀ ਕਹੀ ਜਾਓ, ਉਹਦੀ ਕੋਈ ਵੀ ਬੇਵਫਾਈ ਸਾਹਮਣੇ ਨਹੀਂ ਆਉਂਦੀ। ਉਹਦਾ ਛੋਟਾ ਭਾਈ ਸੀ ਰਾਜਾ ਸੁਚੇਤ ਸਿੰਘ। ਰਾਜਾ ਸੁਚੇਤ ਸਿੰਘ ਜਦੋਂ ਦਾ ਭਰਤੀ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਕੋਲੇ, ਆਪਣੇ ਅੰਤਲੇ ਦਮ ਤੱਕ ਜੀ ਜੀ ਉਹ ਖਾਲਸਾ ਰਾਜ ਦਾ ਵਫਾਦਾਰ ਰਿਹਾ ਤੇ ਅਲਟੀਮੇਟਲੀ ਉਹ ਖਾਲਸਾ ਰਾਜ ਦੀ ਸਲਾਮਤੀ ਲਈ ਹੀ ਲੜਦਾ ਹੋਇਆ ਮਰਿਆ। ਜੀ 1844 ਚ ਮਾਰਿਆ ਗਿਆ ਸੀ। ਜੀ ਜੀ ਉਹ ਆਪਦੇ ਹੀ ਭਤੀਜੇ ਦੇ ਹੱਥੋਂ। ਜੀ ਜੀ ਰਾਜਾ ਧਿਆਨ ਸਿੰਘ ਦਾ ਪੁੱਤਰ ਸੀ ਰਾਜਾ ਹੀਰਾ ਸਿੰਘ, ਉਹਦੇ ਨਾਲ ਲੜਦਾ ਹੋਇਆ ਇਹ ਮਾਰਿਆ ਗਿਆ ਸੀ। ਜੀ ਇੱਕੋ ਇੱਕ ਡੋਗਰਿਆਂ ਦਾ ਭਰਾ ਰਾਜਾ ਗੁਲਾਬ ਸਿੰਘ ਹੈ, ਜੀ ਜਿਹਨੇ ਗਦਾਰੀ ਕੀਤੀ ਹੈ, ਜੀ ਜਿਹਨੇ ਬੇਵਫਾਈ ਕੀਤੀ ਹੈ। ਤੇ ਇਹਦਾ ਰਾਜਾ ਧਿਆਨ ਸਿੰਘ ਦੇ ਨਾਲ ਕੋਈ ਉਹ ਮਤਲਬ ਆਪਾਂ ਮਿਲਾ ਕੇ ਨਹੀਂ ਦੇਖ ਸਕਦੇ। ਹਰ ਭਰਾ ਦਾ ਆਪਣਾ ਵੱਖਰਾ ਵੱਖਰਾ ਸੁਭਾਅ ਹੁੰਦਾ ਹੈ, ਹਰ ਭਰਾ ਦੀ ਵੱਖਰੀ ਵੱਖਰੀ ਨੀਤ ਹੁੰਦੀ ਹੈ। ਸੋ ਡੋਗਰਿਆਂ ਦੀ ਕਾਰਗੁਜ਼ਾਰੀ ਇਹ ਹੈ, ਜੇ ਮੈਂ ਸੰਖੇਪ 'ਚ ਤੁਹਾਨੂੰ ਦੱਸਾਂ। ਠੀਕ ਹੈ ਨਾ। ਜਿੱਥੋਂ ਤੱਕ ਬਾਕੀ ਦੇ ਦਰਬਾਰੀ ਰਹੇ ਸਨ ਪੂਰਨ ਵਫਾਦਾਰ, ਭਾਵੇਂ ਹਿੰਦੂ ਸੀ, ਭਾਵੇਂ ਮੁਸਲਮਾਨ ਸੀ, ਭਾਵੇਂ ਬਾਣੀਆਂ ਸੀ। ਕੋਈ ਬਾਣੀਆਂ ਦੀ ਗੱਲ ਮੈਂ ਤਾਂ ਕਰਦਾ, ਆਪਣੇ ਦੀਵਾਨ ਮੋਹਕਮ ਚੰਦ। ਦੀਵਾਨ ਮੋਹਕਮ ਚੰਦ ਪੰਜਾਬ ਦਾ ਬਾਣੀਆ ਸੀ। ਜੀ ਕਦੇ ਸੋਚੇ? ਇੰਨਾ ਸਫਲ ਜਰਨੈਲ ਸੀ ਮਹਾਰਾਜਾ ਰਣਜੀਤ ਸਿੰਘ ਦਾ। ਖਾਲਸਾ ਫੌਜਾਂ ਦੀਵਾਨ ਮੋਹਕਮ ਚੰਦ ਦੀ ਅਗਵਾਈ ਹੇਠ ਸ਼ੇਰਾਂ ਵਾਂਗੂ ਲੜਦੀਆਂ ਸਨ। ਇਹਦਾ ਵੀ ਰੂਪ ਸ਼ੇਰਾਂ ਵਰਗਾ ਸੀ। ਮੈਂ ਤੁਹਾਨੂੰ ਕਹਿਣਾ ਇਹ ਚਾਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਾਣੀਆਂ ਕੌਮ ਨੂੰ ਵੀ ਐਸੀ ਬਹਾਦਰ ਬਣਾ ਦਿੱਤਾ ਸੀ। ਜੀ ਦੀਵਾਨ ਮੋਹਕਮ ਚੰਦ ਜਿਹੜਾ ਉਹਦਾ ਜਰਨੈਲ ਸੀ ਮਹਾਰਾਜਾ ਰਣਜੀਤ ਸਿੰਘ ਦਾ, ਉਹ ਬਾਣੀਆ ਸੀ। ਜੀ ਲੇਕਿਨ ਮਹਾਰਾਜਾ ਦੀਵਾਨ ਮੋਹਕਮ ਚੰਦ ਇਤਨਾ ਸਫਲ ਜਰਨੈਲ ਸੀ, ਜਿੱਧਰ ਵੀ ਜਾਂਦਾ ਸੀ ਉਹ ਫਤਿਹ ਉਹਦੇ ਪੈਰ ਚੁੰਮਦੀ ਸੀ। ਬਿਲਕੁਲ। ਖਾਲਸਾ ਫੌਜ ਜਿੰਨਾ ਦੀਵਾਨ ਮੋਹਕਮ ਚੰਦ ਦੀ ਅਗਵਾਈ ਹੇਠ ਲੜ ਕੇ ਖੁਸ਼ ਸੀ, ਹੋਰ ਕਿਸੇ ਵੀ ਜਰਨੈਲ ਦੀ ਅਗਵਾਈ ਹੇਠ ਲੜ ਕੇ ਖੁਸ਼ ਨਹੀਂ ਸੀ। ਬਹੁਤ ਵੱਡੀ ਗੱਲ ਹੈ। ਕਹਿਣ ਦਾ ਮਤਲਬ ਇਹ ਹੈ, ਤੁਹਾਡੀ ਲੀਡਰਸ਼ਿਪ ਦੇ ਹੱਥ ਵਿੱਚ ਹੁੰਦਾ ਹੈ। ਜੀ ਬਿਲਕੁਲ। ਤੁਸੀਂ ਆਪਣੀ ਪ੍ਰਜਾ ਨੂੰ ਦਲੇਰ ਬਣਾਉਣਾ ਹੈ ਜਾਂ ਡਰਪੋਕ ਬਣਾਉਣਾ ਹੈ। ਜੀ ਜੀ ਬਿਲਕੁਲ। ਲੀਡਰਸ਼ਿਪ ਅੱਛੀ ਹੋ। ਗੁਰੂ ਨਾਨਕ ਸਾਹਿਬ ਨੇ, ਗੁਰੂ ਸਾਹਿਬਾਨ ਨੇ ਮੁਰਦਾ ਪਿਆ ਰੂਹਾਂ ਦੇ ਵਿੱਚ ਨਵੀਂ ਰੂਹ ਫੂਕ ਦਿੱਤੀ ਸੀ। ਮੁਰਦੇ ਪਏ ਸੀ ਲੋਕ। ਬਿਲਕੁਲ। ਸ਼ੇਰ ਪੈਦਾ ਕਰ ਦਿੱਤੇ, ਬੱਬਰ ਸ਼ੇਰ ਪੈਦਾ ਕਰ ਦਿੱਤੇ। ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਪਦੈਸ਼ ਸੀ, ਪੈਰੋਕਾਰ ਸੀ। ਮਹਾਰਾਜਾ ਰਣਜੀਤ ਸਿੰਘ ਨੇ ਬਾਣੀਆਂ ਦੇ ਵਿੱਚੋਂ ਭਰਤੀ ਕਰਕੇ 20 ਐਡੇ ਜਰਨੈਲ ਬਣਾ ਦਿੱਤੇ, ਜਿਹੜੇ ਵਰਲਡ ਫੇਮ ਦੇ ਹੋ ਗਏ। ਦੀਵਾਨ ਮੋਹਕਮ ਚੰਦ ਵਗੈਰਾ। ਇਹਦਾ ਪੁੱਤਰ ਕਿਰਪਾ ਰਾਮ ਸੀ, ਉਹ ਵੀ ਇਹਦੇ ਜਿੰਨੇ ਹੀ ਜਰਨੈਲ ਬਹਾਦਰ ਸੀ। ਸੋ ਰਣਜੀਤ ਸਿੰਘ ਦਾ ਦਰਬਾਰ ਉਹਨਾਂ ਸਿੱਕੇਬੰਦ ਲੋਕਾਂ ਦਾ ਦਰਬਾਰ ਸੀ, ਜਿਹੜੇ ਸਿਰ ਤੋਂ ਲੈ ਕੇ ਪੈਰਾਂ ਤੱਕ ਵਫਾਦਾਰੀ ਨਾਲ ਭਰੇ ਹੋਏ ਸਨ। ਜੀ ਜੀ।
ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਖਾਲਸਾ ਰਾਜ ਦੇ ਵਫਾਦਾਰ ਸਨ। ਜੀ 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 ਅਗਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਤੁਹਾਨੂੰ ਬਰੀਫ ਦੇ ਵਿੱਚ ਹੀ, ਜੀ ਜਿਹੜੀ ਗੱਲ ਕਿਸੇ ਨੇ ਉਭਾਰੀ ਨਹੀਂ। ਜੀ ਜੀ 1809 ਤੋਂ ਲੈ ਕੇ 1845 ਤੱਕ ਜੀ ਰਣਜੀਤ ਸਿੰਘ ਜਿਉਂਦਾ ਰਿਹਾ 1839 ਤੱਕ। 39 ਤੱਕ ਬਿਲਕੁਲ 6 ਸਾਲ ਹੋਰ ਲਾ ਲਓ ਤੁਸੀਂ, ਜੀ। ਉਹ ਚ ਐਡ ਕਰ ਲਓ। ਜੀ ਅੰਗਰੇਜ਼ਾਂ ਨੇ ਸਤਲੁਜ ਦਰਿਆ ਨਹੀਂ ਪਾਰ ਕੀਤਾ, ਜੀ ਪਹਿਲੀ ਗੱਲ। ਜੀ ਨੰਬਰ 2, ਜਦੋਂ ਤੱਕ ਰਣਜੀਤ ਸਿੰਘ ਜਿਉਂਦਾ ਰਿਹਾ, ਜੀ ਜਿੰਨੇ ਅੰਗਰੇਜ਼ਾਂ ਦੇ ਪ੍ਰਤੀਨਿਧ ਮੰਡਲ ਲਾਹੌਰ ਗਏ ਨੇ, ਜੀ ਬੜੇ ਬੜੇ ਅਫਸਰਾਂ ਦੇ, ਗਵਰਨਰ ਜਨਰਲ ਵੀ ਗਿਆ, ਹੋਰ ਆਫੀਸਰ ਗਏ ਨੇ, ਰਣਜੀਤ ਸਿੰਘ ਦੀ ਪਹਿਲਾ ਹਦਾਇਤ ਪਹੁੰਚ ਜਾਂਦੀ ਸੀ, ਜੀ ਪੰਜਾਬ ਖਾਲਸਾ ਰਾਜ ਦੇ ਵਿੱਚ ਗਊ ਨਹੀਂ ਖਾਣੀ, ਜੀ ਬਿਲਕੁਲ ਤੁਹਾਨੂੰ ਗਊ ਦਾ ਮਾਸ ਨਹੀਂ ਮਿਲਣਾ। ਜੀ ਤੁਸੀਂ ਦੇਖੋ ਕੋਈ ਕਿਸੇ ਨੇ ਗੱਲ ਨਹੀਂ ਇਹ ਕਿਸੇ ਨੇ ਗੱਲ ਕੀਤੀ। ਜੀ ਪਹਿਲੀ ਸ਼ਰਤ ਇਹ ਹੁੰਦੀ ਸੀ। ਜੀ ਅੰਗਰੇਜ਼ਾਂ ਨੂੰ ਸ਼ਰਤ ਲਾ ਰਿਹਾ ਉਹ। ਜੀ ਜਿਸ ਅੰਗਰੇਜ਼ ਨੇ ਲੰਡਨ ਤੋਂ ਲੈ ਕੇ ਇੱਥੇ ਏਸ਼ੀਆ ਤੱਕ ਆਉਣ ਤੱਕ ਕਿਸੇ ਦੀ ਸ਼ਰਤ ਨਹੀਂ ਮੰਨੀ, ਗੁਲਾਮ ਕੀਤਾ ਹੈ, ਉਹਨੂੰ ਰਣਜੀਤ ਸਿੰਘ ਸ਼ਰਤਾਂ ਲਾ ਰਿਹਾ ਹੈ, ਖਾਲਸਾ ਰਾਜ ਦੇ ਵਿੱਚ ਗਊ ਦਾ ਮਾਸ ਨਹੀਂ ਤੁਹਾਨੂੰ ਮਿਲਣਾ, ਹੋਰ ਜਿਹੜਾ ਮਾਸ ਕਹੋਗੇ ਤੁਹਾਨੂੰ ਖਵਾਇਆ ਜਾਊਗਾ, ਜੀ ਜੋ ਵੀ ਕਹੋਗੇ, ਵਧੀਆ ਤੋਂ ਵਧੀਆ, ਜਿੱਥੋਂ ਮਰਜ਼ੀ ਲਿਆਉਣਾ ਪਵੇ। ਜੀ ਉਹ ਬਣ ਲੈਂਦੇ ਸਨ। ਸਤਲੁਜ ਤੋਂ ਉਰਲੇ ਪਾਸੇ ਖਾਲਸਾ ਰਾਜ ਦੇ ਵਿੱਚ ਤੰਬਾਕੂ ਨਹੀਂ ਪੀਣਾ। ਜੀ ਜਰਨੈਲ ਆਏ ਫਰਾਂਸ ਦੇ, ਨੈਪੋਲੀਅਨ ਦੇ, ਉਹਨਾਂ ਨੂੰ ਇੱਕੋ ਸ਼ਰਤ ਲਾਈ, ਤੁਹਾਨੂੰ ਤਨਖਾਹ ਵੀ ਉਸੇ ਤਰ੍ਹਾਂ ਦਿੱਤੀ ਜਾਏਗੀ ਜਿਵੇਂ ਤੁਹਾਨੂੰ ਨੈਪੋਲੀਅਨ ਕੋਲੋਂ ਮਿਲਦੀ ਸੀ, ਜੀ ਤੁਹਾਡੀ ਰਿਹਾਇਸ਼ ਤੁਹਾਡੀ ਮਰਜ਼ੀ ਅਨੁਸਾਰ ਦਿੱਤੀ ਜਾਊਗੀ, ਜੀ ਤੁਹਾਨੂੰ ਸਹੂਲਤ ਤੁਹਾਡੀ ਮਰਜ਼ੀ ਅਨੁਸਾਰ, ਲੇਕਿਨ ਤੰਬਾਕੂ ਨਹੀਂ ਪੀਣਾ, ਤੰਬਾਕੂ ਨਹੀਂ ਪੀਣਾ। ਇਹ ਛੱਡਣਾ ਤੁਸੀਂ ਸ਼ਰਤਾਂ ਲਾ ਕੇ। ਜੀ ਬਿਲਕੁਲ ਮਤਲਬ ਯੂਰਪੀਅਨ ਜਰਨੈਲਾਂ ਨੂੰ ਆਪਣੇ ਪਾਸ ਰੱਖ ਰਿਹਾ ਹੈ, ਔਰ ਉਹ ਜਰਨੈਲ ਅਖੀਰਲੇ ਦਮ ਤੱਕ ਵਫਾਦਾਰ ਰਹੇ ਨੇ। ਜੀ ਹਿੰਦੁਸਤਾਨ ਦੇ ਵਿੱਚ ਉਸ ਵੇਲੇ, ਜੀ ਜਿਵੇਂ ਤੁਸੀਂ ਹੁਣ ਕਹਿੰਦੇ ਹੋ, ਗੱਲਾਂ ਕਰਦੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਹਾਲਾਤ ਕਿਹੋ ਜਿਹੇ ਸਨ, ਜੀ ਜੀ ਰਣਜੀਤ ਸਿੰਘ ਦੇ ਵੇਲੇ ਹਾਲਾਤ ਕਿਹੋ ਜਿਹੇ ਸਨ ਜੀ ਹਿੰਦੁਸਤਾਨ ਦੇ। ਹਿੰਦੁਸਤਾਨ ਦੇ ਵਿੱਚ ਇੱਕੋ ਇੱਕ ਧਰਤੀ ਪੰਜਾਬ ਦੀ ਮੰਨੀ ਜਾਂਦੀ ਸੀ, ਜੀ ਜੀ ਜਿੱਥੇ ਬ੍ਰਾਹਮਣ ਸੋਚਦਾ ਸੀ ਉਹ ਸਭ ਤੋਂ ਪਵਿੱਤਰ ਜਗ੍ਹਾ ਹੈ, ਜੀ ਜੀ ਕਿਉਂਕਿ ਉੱਥੇ ਗਊ ਨਹੀਂ ਮਾਰੀ ਜਾਂਦੀ। ਗਊ ਨਹੀਂ ਮਾਰੀ ਜਾਂਦੀ, ਵੱਡੀ ਗੱਲ ਸੀ। ਪੰਜਾਬ ਦਾ ਹਿੰਦੂ ਇਹਨੂੰ ਖਾਲਸਾ ਰਾਜ ਨਹੀਂ ਸਮਝਦਾ ਸੀ, ਜੀ ਉਹ ਆਪਣਾ ਹੀ ਰਾਜ ਆਪਣੇ ਰਾਜ ਸਮਝਦਾ ਸੀ, ਸਮਝਦਾ ਸੀ, ਬਿਲਕੁਲ। ਕਿਉਂਕਿ ਇੱਥੇ ਗਊ ਨਹੀਂ ਸੀ ਮਾਰੀ ਜਾਂਦੀ। ਸਾਰੇ ਹਿੰਦੁਸਤਾਨ 'ਚ ਗਊ ਮਾਰੀ ਜਾਂਦੀ ਸੀ, ਬਨਾਰਸ ਗਊ ਮਾਰੀ ਜਾਂਦੀ ਸੀ, ਤੇ ਹਰਿਦੁਆਰ ਗਊ ਮਾਰੀ ਜਾਂਦੀ ਸੀ, ਜਿੰਨੇ ਵੀ ਪਵਿੱਤਰ ਥਾਂ ਨੇ ਹਿੰਦੂਆਂ ਦੇ, ਸਭ ਥਾਂ ਤੇ ਗਊ ਘਾਤ ਕੀਤਾ ਜਾਂਦਾ ਸੀ, ਕਿਉਂਕਿ ਅੰਗਰੇਜ਼ ਦਾ ਰਾਜ ਸੀ। ਬਿਲਕੁਲ ਅੰਗਰੇਜ਼ ਦੇ ਰਾਜ ਵਿੱਚ ਮੁਸਲਮਾਨ ਝੰਬਲਾਏ ਹੋਏ ਸਨ, ਜੀ ਜੀ ਬਿਲਕੁਲ ਜਿੱਥੇ ਮਰਜ਼ੀ ਗਊ ਘਾਤ ਕਰ ਲੈਂਦੇ ਸੀ। ਜੀ ਸਿਰਫ ਇੱਕੋ ਇੱਕ ਧਰਤੀ ਖਾਲਸਾ ਰਾਜ ਦੀ ਸੀ, ਜੀ ਜੀ ਸਤਲੁਜ ਤੋਂ ਲੈ ਕੇ ਖੈਬਰ ਪਾਸ ਤੱਕ, ਜੀ ਜੀ ਜਬਰੌਤ ਤੱਕ, ਜਿੱਥੇ ਨਾ ਗਊ ਮਾਰੀ ਜਾਂਦੀ ਸੀ, ਨਾ ਤੰਬਾਕੂ ਪੀਤਾ ਜਾਂਦਾ ਸੀ। ਇਸ ਕਰਕੇ ਸਮੁੱਚਾ ਹਿੰਦੂ ਪੰਜਾਬ ਦਾ ਇਸ ਪੰਜਾਬ ਦੀ ਧਰਤੀ ਨੂੰ ਪਵਿੱਤਰ ਧਰਤੀ ਸਮਝਦਾ ਸੀ। ਜੀ ਉਹਨਾਂ ਦੇ ਅਨੁਸਾਰ ਇਹ ਸਭ ਤੋਂ ਪਵਿੱਤਰ ਧਰਤੀ ਹੈ। ਹਰ ਹਿੰਦੂ ਹਿੰਦੁਸਤਾਨ ਦਾ ਇੱਥੇ ਆਉਣਾ ਚਾਹੁੰਦਾ ਸੀ। ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿਆਂ, ਮਾਲਵਾ ਅੰਗਰੇਜ਼ਾਂ ਦੇ ਰਾਜ ਵਿੱਚ ਸੀ। ਜੀ ਜੀ ਜਿਵੇਂ ਤੁਸੀਂ ਕਿਹਾ, ਮੈਂ ਤੁਹਾਡੀ ਗੱਲ ਉਹਦੀ ਮੇਰੇ ਮਨ ਲੱਗੀ ਸੀ ਕਿ ਸਾਡੇ ਬਜ਼ੁਰਗ ਇੱਥੋਂ ਗਏ ਹੋਏ ਸੀ ਉਧਰ। ਜੀ ਜੀ ਠੀਕ ਹੈ ਨਾ। ਜੀ ਪੰਜਾਬ ਦਾ ਕੋਈ ਘਰ ਐਸਾ ਨਹੀਂ ਸੀ, ਜੀ ਜੀ ਮਾਲਵੇ ਦਾ ਜੀ ਮਾਲਵੇ ਦਾ ਜੀ ਕੋਈ ਪਰਿਵਾਰ ਐਸਾ ਨਹੀਂ ਸੀ ਜਿਹਦਾ ਇੱਕ ਮੈਂਬਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਨਾ। ਭਰਤੀ ਨਹੀਂ ਸੀ, ਬਿਲਕੁਲ। ਜਿਹੜੇ ਮਲਵਈਆਂ ਦਾ ਪੈਰ ਉਧਰ ਨਿਕਲਿਆ ਹੋਇਆ ਨਾ, ਹਾਂਜੀ ਹਾਂਜੀ ਪੱਛਮੀ ਪੰਜਾਬ ਵੱਲ, ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਹੀ ਨਿਕਲਿਆ ਹੋਇਆ। ਨਿਕਲਿਆ ਹੋਇਆ ਜੀ। ਪਹਿਲਾਂ ਉਹਦੀ ਫੌਜ 'ਚ ਭਰਤੀ ਹੋਏ, ਫਿਰ ਸਾਰੇ ਪੰਜਾਬ ਦੇ ਵਿੱਚ ਗਏ ਉਹ। ਬਿਲਕੁਲ। ਮਗਰੋਂ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਨਹਿਰੀ ਕਲੋਨੀਆਂ ਵਸਾਈਆਂ, ਇੱਧਰ ਦੇ ਲੋਕਾਂ ਨੂੰ ਭੇਤ ਸੀ ਜਿਹੜੇ ਉਧਰ ਰਹਿ ਕੇ ਆਏ ਸੀ, ਇਹ ਉਦੋਂ ਵੀ ਉਧਰ ਚਲੇ ਗਏ। ਜੀ ਜੀ 47 ਦੀ ਵੰਡ ਹੋਈ, ਜੀ ਉਹੀ ਲੋਕ ਉਧਰੋਂ ਉਜੜ ਕੇ ਇੱਧਰ ਆ ਗਏ। ਬਿਲਕੁਲ। ਕਿੱਥੇ ਰਣਜੀਤ ਸਿੰਘ ਦਾ ਰਾਜ ਸੀ, ਤੁਹਾਨੂੰ ਇਧਰੋਂ ਉਧਰ ਜਾ ਕੇ ਵਸਣ ਦਾ ਮੌਕਾ ਮਿਲ ਗਿਆ। ਕਿੱਥੇ ਅੰਗਰੇਜ਼ਾਂ ਦੇ ਰਾਜ ਦੀ ਦੇਣ ਸੀ ਕਿ ਉਥੋਂ ਫੇਰ ਉਜੜ ਕੇ ਆਪਣੇ ਉੱਥੇ ਹੀ ਆ ਗਏ ਤੁਸੀਂ। ਇਹਦਾ ਫਰਕ ਸਮਝਣਾ ਚਾਹੀਦਾ। ਜੀ 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 ਕੁੱਲ ਮਿਲਾ ਕੇ ਜਿਹੜਾ ਖਾਲਸਾ ਰਾਜ ਆ ਉਹ ਕਿਸ ਤਰੀਕੇ ਦਾ ਰਿਹਾ, ਔਰ ਉਹਦੇ ਵਿੱਚ ਸਾਡੇ ਜਿਹੜੇ ਪੋਜ਼ਿਟਿਵ ਪੱਖ ਅਸੀਂ ਉਸੇ ਦੀ ਹੀ ਗੱਲ ਕਰੀਏ ਤਾਂ ਨੈਗੇਟਿਵ ਤਾਂ ਤੁਸੀਂ ਦੱਸ ਹੀ ਦਿੱਤਾ ਹੈਗਾ ਕਿ ਬਹੁਤ ਸਾਰਾ ਰਲੇਵਾਂ ਪਾਇਆ ਗਿਆ, ਰਣਜੀਤ ਸਿੰਘ ਨੂੰ ਜਿਹੜਾ ਸੀਗਾ ਉਹ ਇੱਕ ਦੋਸ਼ੀ ਹੀ ਗਰਦਾਨਿਆ ਗਿਆ। ਕੀ ਕਹਿਣਾ ਤੁਹਾਡਾ ਇਸ ਬਾਰੇ? ਦੇਖੋ, ਰਣਜੀਤ ਸਿੰਘ ਦੇ ਰਾਜ ਦੀ ਇੱਕ ਸਭ ਤੋਂ ਵੱਡੀ ਦੇਣ ਇਹ ਹੈ ਭਾਈ ਸਾਹਿਬ ਕਿ ਏਸ਼ੀਆ ਦੇ ਵਿੱਚ ਇੱਕ ਤੁਹਾਡਾ ਮੁਲਕ ਖੜਾ ਸੀ ਜੀ, ਸੋਵਰਨ। ਜੀ ਬਿਲਕੁਲ। ਨਾ ਰਣਜੀਤ ਸਿੰਘ ਤੋਂ ਪਹਿਲਾਂ ਪੰਜਾਬ ਕਦੇ ਸੋਵਰਨ ਸੀ, ਸਿਰਫ ਇੱਕ ਫੋਰਸ ਦੇ ਸਮੇਂ ਨੂੰ ਛੱਡ ਕੇ। ਨਾ ਰਣਜੀਤ ਸਿੰਘ ਦੇ ਸਮੇਂ ਤੋਂ ਪਿੱਛੋਂ ਪੰਜਾਬ ਕਦੇ ਸੋਵਰਨ ਰਿਹਾ, ਇੱਕ ਵੀ ਨਹੀਂ ਰਿਹਾ। ਅੱਜ ਦਾ ਪੰਜਾਬ ਦਾ ਨਾਂ ਨਿਸ਼ਾਨੀ ਖਤਮ ਕਰ ਦਿੱਤਾ ਗਿਆ, ਕਿੰਨੇ ਹਿੱਸਿਆਂ 'ਚ ਵੰਡ ਦਿੱਤਾ ਗਿਆ। ਇਹ ਰਣਜੀਤ ਸਿੰਘ ਦੀ ਜਿਹੜੀ ਅਚੀਵਮੈਂਟ ਹੈ, ਤੁਸੀਂ ਭੁਲਾ ਨਹੀਂ ਸਕਦੇ ਕਦੇ ਵੀ। ਅਗਲੀ ਗੱਲ,
ਰਣਜੀਤ ਸਿੰਘ ਐਡਾ ਵੱਡਾ ਰਾਜਾ ਹੋਇਆ, ਜੀ ਹਾਕਮ ਹੋਇਆ, ਜੀ ਜਿਸ ਨੇ ਬੁਲੰਦੀਆਂ ਤੇ ਪਹੁੰਚਾ ਦਿੱਤਾ ਸਿੱਖ ਲਹਿਰ ਨੂੰ। ਜੀ ਬਿਲਕੁਲ ਗੁਰੂ ਨਾਨਕ ਤੋਂ ਸ਼ੁਰੂ ਹੋਈ ਸਿੱਖ ਲਹਿਰ ਜੀ ਰਣਜੀਤ ਸਿੰਘ ਵੇਲੇ ਕਾਬਲ ਅਤੇ ਕੰਧਾਰ ਦੀਆਂ ਗਲੀਆਂ ਤੱਕ ਪਹੁੰਚ ਗਈ ਸੀ। ਬਿਲਕੁਲ ਬਿਲਕੁਲ ਉਸ ਤੋਂ ਵੀ ਅੱਗੇ ਪਹੁੰਚ ਗਈ ਸੀ, ਜੀ ਬਿਲਕੁਲ ਲਦਾਖ ਤੱਕ ਪਹੁੰਚ ਗਈ ਸੀ, ਤਿੱਬਤ ਤੱਕ ਪਹੁੰਚ ਗਈ ਸੀ, ਜੀ ਚੀਨ ਤੱਕ ਵੀ ਖਬਰਾਂ, ਚੀਨ ਨਾਲ ਵੀ ਸੰਧੀਆਂ ਕੀਤੀਆਂ ਹੋਈਆਂ ਨੇ, ਜੀ ਜੀ ਤਿੱਬਤ ਨਾਲ ਵੀ ਸੰਧੀਆਂ ਕੀਤੀਆਂ ਹੋਈਆਂ ਨੇ ਖਾਲਸਾ ਰਾਜ ਦੀਆਂ। ਜੀ। ਅੰਗਰੇਜ਼ਾਂ ਨਾਲ ਤਾਂ ਸੰਧੀਆਂ ਹੈਣ ਹੀ ਹੈਣ। ਜੀ ਜੀ ਉਸ ਮਹਾਰਾਜਾ ਰਣਜੀਤ ਸਿੰਘ ਦਾ ਰਾਜ 1849 ਵਿੱਚ ਪੂਰੀ ਤਰ੍ਹਾਂ ਖਤਮ ਹੋ ਗਿਆ। ਜੀ 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 ਉਹਨਾਂ ਹੀ ਅੰਗਰੇਜ਼ਾਂ ਨੇ ਕਰ ਦਿੱਤਾ ਜਿਹੜੇ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੀ ਦੋਸਤੀ ਕਰਨ ਵਿੱਚ ਆਪਣਾ ਮਾਣ ਸਮਝਦੇ ਸੀ। ਜੀ ਬਿਲਕੁਲ ਉਹਨਾਂ ਹੀ ਅੰਗਰੇਜ਼ਾਂ ਉਹਨਾਂ ਨੇ। ਅੰਗਰੇਜ਼ਾਂ। ਚਲੋ ਖੈਰ, ਰਾਜਨੀਤੀ ਵਿੱਚ ਕੋਈ ਦੋਸਤ ਤੇ ਦੁਸ਼ਮਣ ਨਹੀਂ ਹੁੰਦਾ। ਨਹੀਂ ਹੁੰਦੇ ਜੀ ਇਹ ਤਕੜੇ ਦੀ ਰਾਜਨੀਤੀ ਹੈ। ਬਿਲਕੁਲ ਜਿਹੜਾ ਤਕੜਾ ਉਹੀ ਸੋਵਰਨ ਹੈ, ਉਹੀ ਸੋਵਰਨ। ਜਿਹੜਾ ਮਾੜਾ ਉਹ ਗੁਲਾਮ ਹੈ। ਓਕੇ, ਇੱਥੋਂ ਤੱਕ ਕੋਈ ਦੁੱਖ ਨਹੀਂ, ਜੀ ਕੋਈ ਤਕਲੀਫ ਨਹੀਂ। ਬਿਲਕੁਲ ਸਾਡੀਆਂ ਗਲਤੀਆਂ ਸੀਆਂ, ਜੀ ਬਿਲਕੁਲ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸੰਭਾਲ ਨਹੀਂ ਸਕੇ। ਜੀ ਜੀ ਇਹਦੇ ਵਿੱਚ ਇੱਕ ਕਾਰਨ ਇਹ ਵੀ ਰਲਦਾ ਹੈ ਕਿ ਆਮ ਤੌਰ ਦੇ ਉੱਤੇ ਜਦੋਂ ਅਸੀਂ ਸਿੱਖ ਫਲਸਫੇ ਦੇ ਮੁਤਾਬਕ ਗੱਲ ਕਰਦੇ ਹਾਂ ਤੇ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਰਬੱਤ ਖਾਲਸਾ ਜਿਹੜਾ ਸੀ ਉਹ ਬੁਲਾਉਣਾ ਬੰਦ ਕਰ ਦਿੱਤਾ ਸੀਗਾ ਤੇ ਉਹ ਆਪਣੇ ਹੀ ਜਿਹੜਾ ਪਰਿਵਾਰਵਾਦ ਨੂੰ ਉਹਨੇ ਵਧਾਵਾ ਦਿੱਤਾ। ਇਹ ਵੀ ਇੱਕ ਕਾਰਨ ਬਣਿਆ। ਦੇਖੋ ਜੀ ਤੁਸੀਂ ਉਹੀ ਗੱਲਾਂ ਕਰ ਰਹੇ ਹੋ ਜੀ। ਜੋ ਦੁਸ਼ਮਣ ਕਰਨੀਆਂ ਚਾਹੁੰਦਾ ਹੁੰਦਾ ਹੈ। ਜੀ 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 ਰਣਜੀਤ ਸਿੰਘ ਦਾ ਕੋਈ ਕਾਨੂੰਨ ਨਹੀਂ ਪਾਸ ਕੀਤਾ ਹੋਇਆ ਹੈਗਾ, ਕੋਈ ਹੁਕਮ ਨਹੀਂ ਇਹੋ ਜਿਹਾ ਹੈਗਾ ਜਿਹਦੇ ਨਾਲ ਉਹਨੇ ਸਰਬੱਤ ਖਾਲਸਾ ਬੰਦ ਕੀਤਾ। ਬੰਦ ਕੀਤਾ ਬਿਲਕੁਲ ਕੋਈ ਐਸਾ ਹੁਕਮ ਨਹੀਂ ਹੈਗਾ, ਮਾੜੀ ਮੋਟੀ ਵੀ ਨਾਂ ਨਿਸ਼ਾਨ ਵੀ ਨਹੀਂ ਹੈਗਾ, ਜੀ ਇਤਿਹਾਸ 'ਚ ਕਿਤੇ ਵੀ ਜ਼ਿਕਰ ਨਹੀਂ ਹੈ। ਕਿਤੇ ਵੀ ਨਹੀਂ ਜ਼ਿਕਰ ਹੈਗਾ ਕਿ ਉਹਨੇ ਸਰਬੱਤ ਖਾਲਸਾ ਬੰਦ ਕੀਤਾ ਹੋਵੇ। ਜੀ ਜੀ ਸਗੋਂ ਹਾਂ, ਕੁਝ ਐਸੇ ਵੇਰਵੇ ਤੁਹਾਨੂੰ ਜ਼ਰੂਰ ਮਿਲ ਜਾਣਗੇ ਕਿ ਜਦੋਂ ਰਣਜੀਤ ਸਿੰਘ ਨੇ ਸਰਬੱਤ ਖਾਲਸਾ ਸਮਾਗਮ ਬੁਲਾਇਆ ਵੀ, ਜੀ ਜੀ ਇਹੋ ਜਿਹੇ ਜ਼ਰੂਰ ਮਿਲ ਜਾਣਗੇ। ਜੀ ਜੀ ਬਿਲਕੁਲ ਇਹ ਸਾਰੀ ਦੇਣ ਅੰਗਰੇਜ਼ੀ ਰਾਜ ਦੀ। ਅੰਗਰੇਜ਼ੀ ਰਾਜ ਦੀ ਹੈ ਜੋ ਰਲੇਵਾਂ ਪਤਾ ਇਤਿਹਾਸ ਵਿੱਚ ਰਲੇ ਤੋਂ ਹੀ ਇਹ ਗੱਲ ਉੱਭਰਦੀ। ਮੈਂ ਉੱਥੇ ਹੀ ਆਉਣਾ ਚਾਹੁੰਦਾ। ਜੀ ਜੀ ਠੀਕ ਹੈ ਨਾ। ਮਹਾਰਾਜਾ ਰਣਜੀਤ ਸਿੰਘ ਸਿੱਖਾਂ ਪੰਜਾਬੀਆਂ ਦੇ ਦਿਲ ਵਿੱਚ ਸਿੱਖ ਮੈਥੋਂ ਵੀ ਗਲਤੀ ਨਾਲ ਇਹ ਕਿਹਾ ਜਾਂਦਾ ਹੈ। ਜੀ 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 ਪਹਿਲੀ ਗੱਲ, ਸਿੱਖ ਧਰਮ ਇਹ ਨਹੀਂ ਕਹਿੰਦਾ ਕਿ ਤੁਸੀਂ ਸਿੱਖਾਂ ਦੀ ਗੱਲ ਕਰੋ। ਜੀ ਸਿੱਖ ਧਰਮ ਦਾ ਨਾਰਾ ਹੀ ਇੱਕੋ ਹੈ, ਬਿਲਕੁਲ ਨਾਨਕ ਨਾਮ ਚੜ੍ਹਦੀ ਕਲਾ ਬਿਲਕੁਲ ਤੇਰੇ ਤੇਰੇ ਭਾਣੇ। ਭਾਣੇ ਸਰਬੱਤ ਦਾ ਭਲਾ। ਬਿਲਕੁਲ ਸਰਬੱਤ ਦੀ ਗੱਲ ਹੁੰਦੀ ਹੈ। ਜੋ ਨਾਨਕ ਦੇ ਨਾਮ ਦੀ ਚੜ੍ਹਦੀ ਕਲਾ ਹੈ ਨਾ, ਉਹ ਤਾਂ ਹੀ ਹੈ ਜੇ ਸਰਬੱਤ ਦਾ ਭਲਾ ਹੋਵੇ। ਸਰਬੱਤ ਦਾ ਭਲਾ ਹੈ ਬਿਲਕੁਲ। ਸਿੱਖ ਦੇ ਭਲੇ ਦੀ ਗੱਲ ਚੜ੍ਹਦੀ ਕਲਾ ਨਹੀਂ ਹੈ। ਚੜ੍ਹਦੀ ਕਲਾ ਨਹੀਂ ਹੈਗੀ। ਠੀਕ ਹੈ ਨਾ, ਇਹ ਗੱਲ ਯਾਦ ਰੱਖਿਓ। ਅਸੀਂ ਗਲਤੀ ਨਾਲ ਕਹਿ ਦਿੰਦੇ ਆ ਕਿ ਸਿੱਖਾਂ ਲਈ ਆ ਕਿਦਾ, ਸਿੱਖਾਂ ਲਈ ਆ, ਸਮੁੱਚੀ ਮਨੁੱਖਤਾ ਲਈ। ਸਮੁੱਚੀ ਮਨੁੱਖਤਾ ਲਈ ਹੈ। ਗੁਰੂ ਸਾਹਿਬਾਨ ਨੇ ਸਮੁੱਚੀ ਮਨੁੱਖਤਾ ਲਈ ਕੀਤਾ ਹੈ। ਜੀ ਸਮੁੱਚੀ ਮਨੁੱਖਤਾ ਲਈ ਹੀ ਉਹਨਾਂ ਦਾ ਸੁਨੇਹਾ ਸੀ। ਜੀ ਬਿਲਕੁਲ। ਗੁਰੂ ਗ੍ਰੰਥ ਸਾਹਿਬ ਵੀ ਸਮੁੱਚੀ ਮਨੁੱਖਤਾ ਨੂੰ ਹੀ ਸੰਦੇਸ਼ ਦੇ ਰਿਹਾ ਹੈ। ਜੀ ਬਿਲਕੁਲ। ਸਿੱਖ ਲਈ ਨਹੀਂ ਕੁਝ ਕਹਿ ਰਿਹਾ। ਸਿੱਖ ਲਈ ਨਹੀਂ ਕੁਝ ਕਹਿ। ਠੀਕ ਹੈ ਨਾ, ਇਸ ਕਰਕੇ ਅਸੀਂ ਗਲਤੀ ਕਰ ਜਾਂਦੇ ਹੁੰਦੇ ਹਾਂ। ਜੀ 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 ਅਸੀਂ ਵੀ ਸੀਮਿਤ ਆਪਣੀ ਸੋਚ ਦੇ ਗੁਲਾਮ ਹਾਂ। ਬਿਲਕੁਲ ਬਿਲਕੁਲ ਜਦੋਂ ਕਹਿ ਦਿੰਦੇ ਆ ਕਿ ਸਿੱਖਾਂ ਲਈ ਆ ਕੀਤਾ, ਸਿੱਖਾਂ ਲਈ ਆ ਕੀਤਾ। ਬਿਲਕੁਲ। ਰਣਜੀਤ ਸਿੰਘ ਦਾ ਰਾਜ ਵੀ ਸਮੁੱਚੀ ਸਮਾਜ ਲਈ, ਸਮਾਜ ਦੇ ਲਈ ਸੀਗੇ। ਪੰਜਾਬੀਆਂ ਵੀ ਇਸ ਨੂੰ ਵੱਜ ਕੇ ਇੱਕ ਪਾਸੇ ਨਹੀਂ ਰੱਖ ਸਕਦੇ ਵੀ ਸਿੱਖਾਂ ਹਾਂ। ਨਾ ਵਾਸਤੇ ਨਾ ਨਾ, ਉਹ ਸਮੁੱਚੇ ਪੰਜਾਬੀਆਂ ਨੇ। ਸਮੁੱਚੇ ਪੰਜਾਬੀ। ਜੀ ਗੋਕਲ ਚੰਦ ਨਾਰਾਂਗੇ ਕੇ ਇਤਿਹਾਸਕਾਰ ਹੋਏ। ਜੀ ਬਿਲਕੁਲ ਸੁਣੇ? ਹਾਂ, ਬਹੁਤ ਵੱਡੇ ਇਤਿਹਾਸਕਾਰ। ਬਹੁਤ ਵਧੀਆ ਇਤਿਹਾਸਕਾਰ। ਜੀ 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 ਹਿੰਦੂ ਸੀ, ਜੀ ਈਵਨ ਆਰੀਆ ਸਮਾਜੀ ਸੀ। ਓਕੇ, ਜੋ ਮਰਜ਼ੀ ਰਹੋ ਆਪਣੇ ਆਪਣੇ। ਬਿਲਕੁਲ। ਜਿਹੜੀ ਉਹਦੀ ਪਹਿਲੀ ਐਡੀਸ਼ਨ ਹੈ ਟਰਾਂਸਫਾਰਮੇਸ਼ਨ ਆਫ ਖਾਲਸਾ, ਖਾਲਸਾ ਜੀ ਇਤਨੀ ਵਧੀਆ ਲਿਖੀ ਹੋਈ ਹੈ। ਜੀ ਕੋਈ ਸਿੱਖ ਵੀ ਕਹਿੰਦੇ ਤੋਂ ਕਹਾਉਂਦਾ ਸਿੱਖ ਵੀ ਉਹੀ ਜੀ ਕਿਤਾਬ ਨਹੀਂ ਨਹੀਂ ਲਿਖ ਸਕਿਆ। ਕੀ ਲਿਖਿਆ ਉਹਨੇ ਰਣਜੀਤ ਸਿੰਘ ਵਾਸਤੇ? ਜੀ ਜੀ ਗੋਕਲ ਚੰਦ ਨਾਰਾ ਕਹਿੰਦਾ ਹੈ, ਜੀ ਮੇਰੀ ਭੂਆ ਸਾਨੂੰ ਬਾਤਾਂ ਸੁਣਾਉਂਦੀ ਹੁੰਦੀ ਸੀ ਛੋਟੇ ਹੁੰਦਿਆਂ ਨੂੰ। ਜੀ ਉਹਨਾਂ ਬਾਤਾਂ ਵਿੱਚ ਰਣਜੀਤ ਸਿੰਘ ਦੀਆਂ ਬਾਤਾਂ ਹੀ ਡੋਮੀਨੇਟ ਕਰਦੀਆਂ ਸੀ। ਉਹ ਕਹਿੰਦਾ ਜੀ ਕਦੇ ਮੇਰੀ ਭੂਆ ਕਹਿੰਦੀ ਸੀ ਮਹਾਰਾਜਾ ਜੀ ਬਹੁਤ ਧਰਮੀ ਪੁਰਸ਼ ਸਨ, ਜੀ ਕਦੇ ਕਹਿੰਦੀ ਹੁੰਦੀ ਸੀ ਮਹਾਰਾਜਾ ਸਾਹਿਬ ਬਹੁਤ ਨੇਕ ਬੰਦੇ ਸਨ। ਜੀ ਇੱਕ ਦਿਨ ਤਾਂ ਕਹਿੰਦਾ ਉਹਨਾਂ ਨੇ ਫਿਰ ਮੇਰੀ ਭੂਆ ਨੇ ਇਹ ਕਹਿ ਕੇ ਹੱਦ ਹੀ ਮੁਕਾ ਦਿੱਤੀ ਕਿ ਬੱਚਿਓ, ਜਦੋਂ ਅਸੀਂ ਬਾਰ-ਬਾਰ ਕੁਐਸਚਨ ਕਰਦੇ ਸੀ, ਬੱਚਿਓ ਮਹਾਰਾਜਾ ਰਣਜੀਤ ਸਿੰਘ ਤਾਂ ਵਿਸ਼ਨੂੰ ਦੇ ਅਵਤਾਰ ਸਨ। ਜੀ ਇਹ ਗੋਕਲ ਚੰਦ ਨਾਰਾਂਗ ਨੇ ਲਿਖਿਆ ਹੈ, ਹਿਸਟੋਰੀਅਨ ਨੇ, ਜੀ ਜਿਹੜਾ ਪੂਰਾ ਮੈਚਿਓਰ ਬੰਦਾ ਹੈ, ਪੜ੍ਹਿਆ ਲਿਖਿਆ ਪੜ੍ਹਿਆ ਲਿਖਿਆ ਪ੍ਰੋਫੈਸਰ ਸੀ। ਬੰਦਾ ਹੋਵੇ ਉਹਦੇ ਕੋਲੇ ਇਹ ਗੱਲ ਕਹਾਉਣੀ। ਹਾਂਜੀ। ਇੱਕ ਹਿੰਦੂ ਦੇ ਮਨ 'ਚ ਇਹ ਵਸਿਆ ਹੋਇਆ ਸੀ ਰਣਜੀਤ ਸਿੰਘ ਵਿਸ਼ਨੂੰ ਜੀ ਦੇ ਅਵਤਾਰ ਨੇ। ਜੀ ਇਹ ਇੱਕ ਸ਼ਰਧਾ ਹੈ ਤੁਹਾਡੀ, ਸ਼ਰਧਾ ਦੀ ਗੱਲ ਹੈ। ਸ਼ਰਧਾਂਜਲੀ ਹੈ। ਬਿਲਕੁਲ। ਉਹਨਾਂ ਨੂੰ ਰਣਜੀਤ ਸਿੰਘ ਇਤਨਾ ਵਿਸ਼ਵਾਸ ਪੈਦਾ ਹੋ ਗਿਆ ਸੀ ਕਿ ਉਹ ਹਰ ਗੱਲ ਇਹੀ ਕਹਿੰਦੇ ਸੀ ਇਹ ਤਾਂ ਹਿੰਦੂ ਅਵਤਾਰਾਂ ਦਾ ਹੀ ਰੂਪ ਹੈ ਜੀ ਬਿਲਕੁਲ ਸਾਡੇ ਲਈ। ਬਿਲਕੁਲ। ਉਹਨਾਂ ਨੂੰ ਉਹਦੀ ਦਾੜੀ ਕੇਸ ਨਹੀਂ ਸੀ ਦੀਂਦੇ ਵੀ ਸਿੱਖ ਹੈ ਇਹ। ਜੀ ਜੀ ਬਿਲਕੁਲ। ਨਾ ਕਿਸੇ ਨੂੰ ਇਹ ਦੀਂਦਾ ਸੀ ਕਿ ਜਿਹੜਾ ਫਕੀਰ ਅਜੀਜੀ ਦੀਨ ਹੈ ਵੀ ਮੁਸਲਮਾਨ ਹੈ ਉਹ। ਮੁਸਲਮਾਨ ਹੈ। ਕਿਸੇ ਨੂੰ ਨਹੀਂ ਦੀਂਦਾ ਸੀ। ਜੀ ਕਿਸੇ ਨੂੰ ਦੀਵਾਨ ਮੁਹਕਮ ਚੰਦ ਇਹ ਨਹੀਂ ਸੀ ਦੀਂਦਾ। ਮੈਂ ਤਾਂ ਤੁਹਾਨੂੰ ਕਹਿ ਦਿੱਤਾ ਬਾਣੀਆਂ ਕਹਿ ਕੇ, ਕਿਉਂਕਿ ਮੈਂ ਅੱਜ ਕੱਲ ਇਹ ਗੱਲ ਜਾਣ ਕੇ ਕਹਿਣੀ ਚਾਹੁੰਦਾ ਸੀ ਵੀ ਲੋਕ ਕੁਝ ਸਮਝਣ। ਸਮਝਣ ਬਿਲਕੁਲ। ਲੇਕਿਨ ਲੋਕਾਂ ਨੂੰ ਨਹੀਂ ਸੀ ਦੀਂਦਾ ਕਿ ਇਹ ਸਿੱਖ ਹੈ, ਇਹ ਮੁਸਲਮਾਨ ਹੈ ਜਾਂ ਇਹ ਹਿੰਦੂ ਹੈ। ਜੀ ਉਹ ਖਾਲਸਾ ਰਾਜ ਦੇ ਵਜ਼ੀਰ ਸਨ।
ਖਾਲਸਾ ਰਾਜ ਦੇ ਵਜ਼ੀਰ ਵਜੋਂ ਹੀ ਦੇਖਦੇ ਸਨ। ਜੀ ਇਹ ਗੱਲ ਸਮੁੱਚੇ ਪੰਜਾਬੀਆਂ ਦੇ ਮਨਾਂ ਵਿੱਚ ਬੈਠੀ ਹੋਈ ਸੀ। ਜੀ ਜਿੱਦੇ ਰਣਜੀਤ ਸਿੰਘ ਖਾਲਸਾ ਫੌਜ ਆਪਣੇ ਗੁਜਰਾਤ ਦੀ ਲੜਾਈ ਵਿੱਚ ਹਾਰ ਕੇ ਮਹਾਰਾਜਾ ਸ਼ੇਰ ਸਿੰਘ ਦੀ ਜਨਰਲਸ਼ਿਪ ਵਿੱਚ ਰਾਵਲਪਿੰਡੀ ਦੇ ਸਥਾਨ ਤੇ ਜਦੋਂ ਉਹਨਾਂ ਨੇ ਹਥਿਆਰ ਸੁੱਟੇ ਨੇ, ਓਕੇ ਹਾਰ ਗਏ, ਜੀ ਆਪਣੀਆਂ ਕਮਜ਼ੋਰੀਆਂ ਨਾਲ ਹਾਰ ਗਏ। ਕਿਸੇ ਨੂੰ ਦੋਸ਼ ਦੇਣ ਦੀ ਉੱਥੇ ਲੋੜ ਨਹੀਂ। ਜੀ ਉਹਨਾਂ ਨੇ ਬਹੁਤ ਬਹਾਦਰੀ ਦਿਖਾਈ। ਸ਼ੇਰ ਸਿੰਘ ਅਟਾਰੀ ਵਾਲੇ ਨੇ ਬਹੁਤ ਬਹਾਦਰੀ ਦਿਖਾਈ। ਜਿੰਨਾ ਉਹ ਜੀ ਭਰ ਕੇ ਅੰਗਰੇਜ਼ਾਂ ਨੂੰ ਮਾਰਨਾ ਚਾਹੁੰਦੇ ਸੀ, ਉਹਨਾਂ ਨੇ ਜੀ ਭਰ ਕੇ ਮਾਰਿਆ। ਬਿਲਕੁਲ ਆਪ ਮਰ ਮਿਟੇ ਉਹਨਾਂ ਨੂੰ ਮਾਰਦੇ। ਲੇਕਿਨ ਸਾਡੀ ਕਮਜ਼ੋਰੀ ਸੀ, ਫੌਜੀ ਕਮਜ਼ੋਰੀ ਸੀ। ਉਹਨਾਂ ਦੀ ਫੌਜ ਤਕੜੀ ਹੋ ਗਈ, ਜਿੱਤ ਲਿਆ, ਕੈਦ ਕਰ ਲਿਆ, ਹਥਿਆਰ ਸੁੱਟਣ ਲਈ ਹੁਕਮ ਕਰ ਦਿੱਤਾ। ਹਥਿਆਰ ਸੁੱਟ ਰਹੇ ਨੇ। ਹਥਿਆਰ ਸੁੱਟ ਕੇ ਸਿੱਖ ਜਿਹੜਾ ਖਾਲਸਾ ਸਿਪਾਹੀ ਹੈ, ਆਪਣੀ ਬੰਦੂਕ, ਤਲਵਾਰ, ਬਰਛਾ, ਢਾਲ ਸਿੱਟਣ ਲੱਗਿਆ। ਉਹ ਕੋਈ ਹੱਥ ਬੰਨ੍ਹ ਕੇ ਅੰਗਰੇਜ਼ ਤੋਂ ਇਹ ਨਹੀਂ ਮੰਗਦਾ ਕਿ ਮੇਰਾ ਰੁਜ਼ਗਾਰ ਦਾ ਬਣਾ ਦਿਓ ਤੁਸੀਂ। ਉਹ ਹਥਿਆਰ ਸੁੱਟ ਕੇ ਉਹ ਰੋਂਦਾ ਹੈ। ਬਿਲਕੁਲ ਰੋ ਕੇ ਕੀ ਕਹਿੰਦਾ, ਅੱਜ ਰਣਜੀਤ ਸਿੰਘ ਮਰ ਗਿਆ। ਉਹਨਾਂ ਲਈ ਰਣਜੀਤ ਸਿੰਘ 6 ਸਾਲ ਪਹਿਲਾਂ ਮਰਿਆ ਹੋਇਆ ਮਹਿਸੂਸ ਨਹੀਂ ਸੀ ਹੁੰਦਾ। ਉਹ ਕਹਿੰਦੇ ਰਣਜੀਤ ਸਿੰਘ ਅੱਜ ਮਰਿਆ। ਅੱਜ ਰਣਜੀਤ ਸਿੰਘ ਦੇ ਸਿਪਾਹੀ ਨੂੰ ਬਿਲਕੁਲ ਨਿਹੱਥਾ ਕਰ ਦਿੱਤਾ ਗਿਆ। ਉਹ ਆਪਣੇ ਨਿਹੱਥੇ ਹੋਣ ਦੀ ਗੱਲ ਨੂੰ ਰਣਜੀਤ ਸਿੰਘ ਦੇ ਮਰਨ ਨਾਲ ਤੁਲਨਾਉਂਦੇ ਸੀ। ਕਿੰਨਾ ਉਹਨਾਂ ਦੇ ਦਿਲ ਵਿੱਚ ਬੈਠਾ ਹੋਇਆ ਸੀ, ਕਿੱਡੀ ਵੱਡੀ। ਕਿਸੇ ਮਹਾਰਾਜੇ ਦੇ ਮੁਤਲਕ ਉਹਦੇ ਸਿਪਾਹੀ ਦੇ ਦਿਲ ਵਿੱਚ ਐਡੀ ਵੱਡੀ ਗੱਲ। ਕਿਤੇ ਆ ਜਿਹੜੇ ਤੁਸੀਂ ਰਿਆਸਤਾਂ ਦੇ ਮਹਾਰਾਜੇ ਕਿਹਾ, ਕਦੇ ਇਹਨਾਂ ਦੇ ਸਿਪਾਹੀ ਨੇ ਕਿਹਾ ਕਿ ਅੱਜ ਭੁਪਿੰਦਰ ਸਿੰਘ ਮਰ ਗਿਆ? ਕੋਈ ਮਤਲਬ ਨਹੀਂ। ਤਰਖਾਈ ਇਹਨਾਂ ਨੇ ਕੀ ਗੱਲ ਕਹਿਣੀ, ਦਿਲੋਂ ਤਾਂ ਨਹੀਂ ਹੋ ਰਹੀ। ਇਹ ਰਣਜੀਤ ਸਿੰਘ ਇਸ ਤਰ੍ਹਾਂ ਪੰਜਾਬੀਆਂ ਦੇ ਜਜ਼ਬਾਤ ਵਿੱਚ ਬੈਠਾ ਹੋਇਆ ਸੀ। ਥੋੜੀ ਜੀ ਗੱਲ ਮੈਂ ਸੰਕੀਰਣ ਸੋਚ ਵਾਲੀ ਇੱਥੇ ਇਹ ਵੀ ਕਰਦੇ ਆ, ਕਿਉਂਕਿ ਇੰਨੀ ਗੱਲ ਕਰੇ ਬਗੈਰ ਸਪਸ਼ਟੀਕਰਨ ਨਹੀਂ ਹੁੰਦਾ। ਸਭ ਤੋਂ ਵੱਧ ਰਣਜੀਤ ਸਿੰਘ ਹਿੰਦੂਆਂ ਦੇ ਜਜ਼ਬਾਤਾਂ ਵਿੱਚ ਬੈਠਾ ਹੋਇਆ ਸੀ, ਕਿਉਂਕਿ ਉਹ ਉਹਨਾਂ ਦੇ ਧਰਮ ਦੀ ਰਾਖੀ ਕਰਦਾ ਸੀ। ਫਿਰ ਸਿੱਖਾਂ ਦੇ ਜਜ਼ਬਾਤ ਵਿੱਚ ਬੈਠਾ ਹੋਇਆ ਸੀ, ਜਿਹਨੇ ਉਹਨਾਂ ਨੂੰ ਇਹ ਅਹਿਸਾਸ ਕਰਾ ਕੇ ਰੱਖਿਆ ਕਿ ਤੁਸੀਂ ਸੋਵਰਨ ਹੋ, ਤੁਸੀਂ ਰਾਜ ਕਰ ਰਹੀ ਕੌਮ ਹੋ। ਮੁਸਲਮਾਨਾਂ ਦੇ ਮਨ ਵਿੱਚ ਵੀ ਬੈਠਾ ਸੀ, ਲੇਕਿਨ ਮੁਸਲਮਾਨਾਂ ਦੇ ਜਜ਼ਬਾਤ ਨੂੰ ਅੰਗਰੇਜ਼ਾਂ ਨੇ ਆਉਂਦਿਆਂ ਸਾਰ ਪਕੜ ਲਿਆ। ਕਿਉਂਕਿ ਮੁਸਲਮਾਨ ਪੰਜਾਬ ਦੀ ਆਬਾਦੀ ਦੇ ਵਿੱਚ ਬਹੁ ਗਿਣਤੀ ਵਿੱਚ ਸੀ। ਅੰਗਰੇਜ਼ ਕੂਟਨੀਤੀ ਤੋਂ ਕੰਮ ਲੈਂਦੇ ਸਨ। ਉਹਨਾਂ ਨੇ ਕਿਹਾ ਬਹੁ ਗਿਣਤੀ ਨੂੰ ਆਪਣੇ ਹੱਕ ਦੀ ਕਰ ਲਓ, ਬਾਕੀ ਸਾਨੂੰ ਕੋਈ ਪਰਵਾਹ ਨਹੀਂ। ਉਹਨਾਂ ਨੇ ਆਉਂਦਿਆਂ ਹੀ ਜਦੋਂ ਪਹਿਲੀ ਵਾਰ ਸਤਲੁਜ ਦਰਿਆ ਪਾਰ ਕੀਤਾ, ਗਵਰਨਰ ਜਨਰਲ ਨੇ ਸਭਰਾਉਂ ਦੀ ਲੜਾਈ ਤੋਂ ਬਾਅਦ, ਸਭਰਾਉਂ ਦੀ ਲੜਾਈ ਹਾਰੀ 10 ਫਰਵਰੀ ਨੂੰ, ਸ਼ਾਇਦ 11 ਜਾਂ 12 ਨੂੰ ਗਵਰਨਰ ਜਨਰਲ ਨੇ ਸਤਲੁਜ ਪਾਰ ਕੀਤਾ ਪੂਰੀ ਫੋਰਸ ਨਾਲ। ਪਹਿਲਾ ਪੜਾਅ ਉਹਦਾ ਕਸੂਰ ਸੀ। ਕਸੂਰ ਤੋਂ ਲੈ ਕੇ ਸਤਲੁਜ ਦਰਿਆ ਤੱਕ ਮੁਸਲਮਾਨਾਂ ਦੀਆਂ ਲਾਈਨਾਂ ਬਣੀਆਂ ਖੜੀਆਂ ਸੀ। ਮੁਸਲਮਾਨਾਂ ਦੀਆਂ ਗਵਰਨਰ ਜਨਰਲ ਦਾ ਆਰਡਰ ਸੀ ਮੁਸਲਮਾਨਾਂ ਨੂੰ ਆਪਣੀ ਆਬਾਦੀ ਨੂੰ ਸਾਰੀ ਇੱਥੇ ਕੱਢ ਕੇ ਲੈ ਆਓ। ਸਤਲੁਜ ਤੋਂ ਲੈ ਕੇ ਕਸੂਰ ਤੱਕ ਲਾਈਨਾਂ ਬਣਾ ਕੇ ਖੜ ਜਾਓ। ਆਪਣੇ ਹੱਥਾਂ 'ਚ ਫੁੱਲ ਰੱਖੋ, ਫੁੱਲ ਪੱਤੀਆਂ ਰੱਖੋ, ਪੈਸੇ ਰੱਖੋ, ਠੀਕ ਹੈ ਨਾ। ਤੁਸੀਂ ਗਵਰਨਰ ਜਨਰਲ ਦੇ ਸਿਰਾਂ ਦੇ ਉੱਤੋਂ ਦੀ ਵਾਰੋ। ਗਵਰਨਰ ਜਨਰਲ ਕਹਿੰਦਾ ਸੀ ਅੱਜ ਤੁਹਾਨੂੰ ਅਸੀਂ ਸਿੱਖਾਂ ਦੀ ਗੁਲਾਮੀ ਚੋਂ ਆਜ਼ਾਦ ਕਰਾ ਲਿਆ। ਕਹੀ ਜੀ ਕੂਟਨੀਤੀ ਵਰਤੀ ਉਹਨੇ। ਸਤਲੁਜ ਪਾਰ ਕਰਨ ਸਾਰ ਜਿਉਂ ਹੀ ਗਵਰਨਰ ਜਨਰਲ ਮੁਸਲਮਾਨਾਂ ਦੇ ਇਕੱਠ 'ਚ ਸ਼ਾਮਲ ਹੋਇਆ, ਉਹਨੇ ਉੱਥੇ ਹੀ ਬੋਲਣਾ ਸ਼ੁਰੂ ਕਰ ਦਿੱਤਾ, ਮੁਸਲਮਾਨੋ ਅੱਜ ਅਸੀਂ ਤੁਹਾਨੂੰ ਸਿੱਖਾਂ ਦੇ ਕਬਜ਼ੇ ਚੋਂ ਆਜ਼ਾਦ ਕਰਵਾਇਆ। ਅੱਜ ਤੋਂ ਤੁਸੀਂ ਆਜ਼ਾਦ ਹੋ। ਭਾਵੇਂ ਆਬਾਦੀ ਕੁਛ ਵੀ ਸਮਝਦੀ ਹੋਵੇ, ਜੋ ਮਰਜ਼ੀ ਸਮਝਦੀ ਹੋਵੇ, ਮੁਸਲਮਾਨਾਂ ਦੇ ਮਨ 'ਚ ਇਹ ਗੱਲ ਪਾ ਦਿੱਤੀ ਗਈ ਤੁਸੀਂ ਹੁਣ ਤੱਕ ਸਿੱਖਾਂ ਦੇ ਗੁਲਾਮ ਸਨ, ਅੱਜ ਤੁਹਾਨੂੰ ਆਜ਼ਾਦ ਕਰਾ ਲਿਆ। ਉਦੋਂ ਤੋਂ ਲੈ ਕੇ 1947 ਤੱਕ ਪੰਜਾਬ ਦਾ ਮੁਸਲਮਾਨ ਅੰਗਰੇਜ਼ਾਂ ਦੇ ਨਾਲ ਲੱਗਿਆ ਰਿਹਾ। ਔਰ ਮੁੱਢ ਤੋਂ ਹੀ ਅੰਗਰੇਜ਼ਾਂ ਦੇ ਮਨ ਵਿੱਚ ਇਹ ਗੱਲ ਵਸਦੀ ਰਹੀ ਹੈ ਕਿ ਮੁਸਲਮਾਨਾਂ ਨੂੰ ਆਪਣੇ ਹੱਥ ਤੇ ਚੜਾ ਰੱਖੋ। ਹਿੰਦੁਸਤਾਨ ਨੂੰ ਕਦੇ ਇੱਕ ਨਹੀਂ ਹੋਣ ਦੇਣਾ, ਪੰਜਾਬ ਨੂੰ ਕਦੇ ਇੱਕ ਨਹੀਂ ਹੋਣ ਦੇਣਾ, ਤਾਂ ਕਿ ਸਿੱਖ ਮੁੜ ਕੇ ਨਾ ਤਾਕਤ ਫੜ ਜਾਣ। ਅੰਗਰੇਜ਼ਾਂ ਨੂੰ ਹਿੰਦੂਆਂ ਤੇ ਵੀ ਇਤਬਾਰ ਨਹੀਂ ਸੀ ਕਿ ਹਿੰਦੂ ਅਲਟੀਮੇਟਲੀ ਸਿੱਖਾਂ ਦੇ ਨਾਲ ਹੀ ਰਲਣਗੇ। ਠੀਕ ਹੈ ਨਾ। ਪਹਿਲੀ ਗੱਲ ਤਾਂ ਇਹ ਰਹੀ। ਅਗਲੀ ਗੱਲ ਰਹੀ, ਅੰਗਰੇਜ਼ ਚਾਹੁੰਦਾ ਸੀ ਜਦੋਂ ਤੱਕ ਰਣਜੀਤ ਸਿੰਘ ਸਿੱਖਾਂ ਦੇ ਹਿੰਦੂਆਂ ਦੇ ਜਜ਼ਬਾਤਾਂ ਵਿੱਚ ਵਸਿਆ ਹੋਇਆ ਨਾ, ਉਦੋਂ ਤੱਕ ਸਿੱਖਾਂ ਤੇ ਹਿੰਦੂਆਂ ਨੂੰ ਤੋੜਿਆ ਨਹੀਂ ਜਾ ਸਕਦਾ। ਆਪਸ ਵਿੱਚ ਫਿਰਕੇਦਾਰੀ ਨਹੀਂ ਵੰਡੀ ਜਾ ਸਕਦੀ। ਉਦੋਂ ਤੱਕ ਸਿੱਖਾਂ ਦੇ ਦਿਲਾਂ ਵਿੱਚੋਂ ਰਾਜ ਭਾਗ ਦੀ ਗੱਲ ਖਤਮ ਨਹੀਂ ਕੀਤੀ ਜਾ ਸਕਦੀ। ਸੋ ਅੰਗਰੇਜ਼ਾਂ ਨੇ ਅਗਲਾ ਵੱਡਾ ਕਦਮ ਇਹ ਚੁੱਕਿਆ,
ਐਸੀਆਂ ਲਿਖਤਾਂ ਲਿਖਵਾਉਣੀਆਂ ਸ਼ੁਰੂ ਕਰ ਦਿੱਤੀਆਂ। ਜੀ ਤੁਸੀਂ ਐਸੇ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪਰਸਨੈਲਿਟੀ ਨੂੰ ਵਰਣਨ ਕਰੋ ਜਿਸ ਤਰੀਕੇ ਨਾਲ ਸਿੱਖਾਂ ਦੇ ਮਨਾਂ ਵਿੱਚ ਨਫ਼ਰਤ ਪੈਦਾ ਹੋ। ਨਫ਼ਰਤ ਪੈਦਾ ਜੀ। ਕੀ ਗੱਲਾਂ ਲਿਖਵਾਈਆਂ ਉਹ ਸਿੱਖੋ। ਕਿਸ ਰਣਜੀਤ ਸਿੰਘ ਤੇ ਤੁਸੀਂ ਰਾਜ ਕਰਦੇ ਹੋ, ਉਸ ਰਣਜੀਤ ਸਿੰਘ ਦੇ ਰਾਜ ਵਿੱਚ ਤਾਂ ਸਿੱਖ ਧਰਮ ਢਹਿੰਦੀਆਂ ਕਲਾਂ 'ਚ ਜਾ ਰਿਹਾ ਸੀ। ਜੀ ਬਿਲਕੁਲ। ਉਹ ਤਾਂ ਕਿੰਨੇ ਵਿਆਹ ਕਰਵਾ ਲਏ ਸੀ ਉਹਨੇ। ਬਿਲਕੁਲ ਬਿਲਕੁਲ। ਉਹ ਸ਼ਰਾਬ ਪੀਂਦਾ ਸੀ। ਉਹ ਯਾਸ਼ ਦੱਸਿਆ ਗਿਆ। ਯਾਸ਼ ਦੱਸਿਆ ਗਿਆ। ਜੀ ਜੀ। ਇਹ ਆਸ਼ ਦੱਸਿਆ ਗਿਆ। ਜੀ ਬਿਲਕੁਲ। ਉਹ ਤਾਂ ਸ਼ਰਾਬ ਹੀ ਪੀਂਦਾ ਰਹਿੰਦਾ ਸੀ ਸਾਰਾ ਦਿਨ। ਜੀ। ਉਹਨੇ ਡੋਗਰਿਆਂ ਨੂੰ ਝਮਲਾ ਲਿਆ ਸੀ। ਬਿਲਕੁਲ। ਤੁਹਾਡੀ ਤਾਂ ਗਿਣਤੀ ਨਹੀਂ ਸੀ ਕਿਸੇ ਪਾਸੇ ਹੈਗੀ। ਬਿਲਕੁਲ ਬਿਲਕੁਲ। ਜਿਹੜੀ ਗੱਲ ਰਣਜੀਤ ਸਿੰਘ ਦੇ ਹੱਕ ਵਿੱਚ ਜਾਂਦੀ ਸੀ ਜੀ ਕਿ ਇਹ ਸਰਬੱਤ ਦਾ ਭਲਾ ਚਾਹੁੰਦਾ ਹੈ, ਜੀ ਜੀ। ਸਾਰੇ ਪੰਜਾਬੀਆਂ ਨੂੰ ਰਿਪਰੈਜ਼ੈਂਟੇਸ਼ਨ ਦੇ ਰਿਹਾ ਹੈ ਆਪਣੇ ਦਰਬਾਰ ਵਿੱਚ, ਅੰਗਰੇਜ਼ਾਂ ਨੇ ਉਸੇ ਹਥਿਆਰ ਨਾਲ ਹੀ ਸਿੱਖਾਂ ਨੂੰ ਮਾਰਿਆ। ਜੀ ਬਿਲਕੁਲ। ਤੁਹਾਡੀ ਤਾਂ ਗਿਣਤੀ ਹੀ ਕੋਈ ਨਹੀਂ ਸੀ। ਤੁਹਾਨੂੰ ਤਾਂ ਫੌਜ 'ਚ ਭਰਤੀ ਕੀਤਾ ਜਾਂਦਾ ਸੀ, ਤੁਹਾਨੂੰ ਬਾਹਰ ਕੱਢ ਦਿੱਤਾ ਜਾਂਦਾ, ਲੜੋ ਜਾਓ ਮਰੀ ਜਾਓ। ਦਰਬਾਰ 'ਚ ਤਾਂ ਹਿੰਦੂ ਭਰਤੀ ਕੀਤੇ ਹੋਏ ਸੀ, ਡੋਗਰੇ ਭਰਤੀ ਕੀਤੇ ਹੋਏ ਸੀ, ਮੁਸਲਮਾਨ ਵੀ ਨਹੀਂ ਸੀ ਕਹਿੰਦੇ ਉਹ। ਜੀ ਬਿਲਕੁਲ। ਕਹਿੰਦੇ ਨਹੀਂ ਸੀ, ਉਹਨਾਂ ਦਾ ਕੋਈ ਜ਼ਿਕਰ ਨਹੀਂ ਕਰ। ਡੋਗਰੇ ਮੁਸਲਮਾਨ ਦਾ ਕੋਈ ਕਮਾਲ ਦੀ ਗੱਲ ਦੇਖੋ ਤੁਸੀਂ। ਇਹ ਸਾਡਾ ਇੰਟੈਲੈਕਚੁਅਲ ਬੈਠਾ ਯੂਨੀਵਰਸਿਟੀਆਂ ਵਿੱਚ ਜਿਹੜਾ ਇਹਨਾਂ ਹੀ ਗੱਲਾਂ ਨੂੰ ਮੁੜ ਕੇ ਰਿਪੀਟ ਕਰ ਰਿਹਾ। ਬਿਲਕੁਲ ਬਿਲਕੁਲ। ਭਲੇ ਮਾਨਸਾ ਤੁਸੀਂ ਕੁਛ ਤਾਂ ਸੋਚੋ। ਅੰਗਰੇਜ਼ ਨੇ ਕਦੇ ਨਹੀਂ ਕਿਹਾ ਕਿ ਤੁਹਾਡੇ ਰਣਜੀਤ ਸਿੰਘ ਦੇ ਦਰਬਾਰ 'ਚ ਮੁਸਲਮਾਨਾਂ ਦੀ ਜ਼ਿਆਦਾ ਗਿਣਤੀ ਸੀ। ਜੀ। ਉਹਨਾਂ ਨੇ ਕਿਹਾ ਡੋਗਰਿਆਂ ਨਾਲ ਭਰਿਆ ਪਿਆ ਸੀ, ਹਿੰਦੂਆਂ ਨਾਲ ਭਰਿਆ ਪਿਆ ਸੀ। ਸੋ ਤੇ ਉਹਨਾਂ ਨੇ ਹੀ, ਕਿਉਂਕਿ ਸਿੱਖਾਂ ਕੋਲੋਂ ਰਾਜ ਖੋਹਿਆ ਸੀ, ਜਿੰਨੀ ਜਜ਼ਬਾਤੀ ਸਾਂਝ ਪੰਜਾਬੀਆਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਸੀ, ਉਨੀ ਹੀ ਖੜਗ ਸਿੰਘ ਨਾਲ ਸੀ, ਉਨੀ ਹੀ ਮਹਾਰਾਜਾ ਸ਼ੇਰ ਸਿੰਘ ਨਾਲ ਸੀ, ਉਨੀ ਹੀ ਮਹਾਰਾਜਾ ਦਲੀਪ ਸਿੰਘ ਨਾਲ ਸੀ, ਉਨੀ ਹੀ ਮਹਾਰਾਣੀ ਜਿੰਦ ਕੌਰ ਨਾਲ ਸੀ। ਮਹਾਰਾਣੀ ਜਿੰਦ ਕੌਰ ਤਾਂ, ਜੇ ਮੈਂ ਤੁਹਾਨੂੰ ਕਹਾਂ, ਜੇ ਉਹਨੂੰ ਸ਼ੇਰ ਦੀ ਬੱਚੀ ਕਿਹਾ ਜਾਵੇ ਉਹ ਵੀ ਛੋਟੀ ਗੱਲ ਹੈ। ਜੀ ਜੀ। ਲਾਹੌਰ ਦਰਬਾਰ ਦੀ ਇੱਕ ਗੱਲ ਇੱਥੇ ਮੈਂ ਖੜਗ ਸਿੰਘ ਔਰ ਨੌਨਿਹਾਲ ਸਿੰਘ ਦੇ ਬਾਰੇ ਕਹਿਣੀ ਚਾਹੂੰਗਾ। ਉਹਨਾਂ ਦੇ ਵਿੱਚ ਜਿਹੜੀ ਦਰਾਰ ਪਾਈ ਗਈ ਸੀ ਉਹਦੇ ਵਿੱਚ ਬਹੁਤ ਕੁਝ ਇਹੀ ਹੈ ਕਿ ਉਹ ਡੋਗਰਿਆਂ ਕਰਕੇ ਸੀ। ਇਸ ਬਾਰੇ ਥੋੜਾ ਜਿਹਾ ਸੰਖੇਪ 'ਚ ਦੱਸੋ। ਡੋਗਰੇ ਇੱਕ ਐਸਾ ਸੋਰਸ ਬਣ ਗਏ ਜੀ ਜੀ ਰਣਜੀਤ ਸਿੰਘ ਦੇ ਵਿਰੋਧੀ ਲਈ ਜੀ ਕਿ ਜਿੰਨੇ ਸਾਰੇ ਔਗਣ ਤੇ ਉਹ ਡੋਗਰਿਆਂ 'ਚ ਭਰ ਦਿੱਤੇ ਗਏ। ਜੀ। ਜੇ ਫੁੱਟ ਪੈਂਦੀ ਆ ਤਾਂ ਵੀ ਡੋਗਰਿਆਂ ਨੂੰ ਪਵਾਈ। ਜੇ ਕਿਤੇ ਹਾਰ ਹੋਈ ਆ ਤਾਂ ਵੀ ਡੋਗਰਿਆਂ ਨੇ ਪਾਈ ਹੈ। ਜੇ ਰਣਜੀਤ ਸਿੰਘ ਨੂੰ ਇਯਾਸ਼ੀ ਕਰਨ ਲਾਇਆ ਤਾਂ ਵੀ ਡੋਗਰਿਆਂ ਨੇ ਲਾਇਆ। ਡੋਗਰੇ ਨਾ ਹੋਏ ਉਹ ਤਾਂ ਇੱਕ ਮਸ਼ੀਨ ਬਣ ਕੇ ਉਹ ਤਾਂ ਪੂਰੀ ਹੈ। ਜੀ ਜੀ ਬਿਲਕੁਲ। ਫਿਰ ਰਾਜਨੀਤੀ ਫਿਰ ਅਕਲ ਹੀ ਨਹੀਂ। ਰਾਜਨੀਤੀ ਅਕਲ ਹੀ ਨਹੀਂ। ਫਿਰ ਰਾਜ ਤਰੱਕੀ ਕਿਵੇਂ ਕਰ ਗਿਆ ਵੀ ਇੰਨਾ। ਬਿਲਕੁਲ। ਫਿਰ ਅੰਗਰੇਜ਼ਾਂ ਨੇ ਕਿਹੜੇ ਮੂਰਖ ਰਾਜੇ ਨਾਲ ਸੰਧੀ ਕੀਤੀ ਸੀ 1809 ਦੀ। ਬਿਲਕੁਲ। ਜਦੋਂ ਉਹ ਡਰਦੇ ਰਹੇ 1845 ਤੱਕ ਉਹਨੇ ਸਤਲੁਜ ਨਹੀਂ ਪਾਰ ਕੀਤਾ। ਫਿਰ ਕੀ ਉਹ ਐਸੇ ਇਯਾਸ਼ ਰਾਜੇ ਤੋਂ ਡਰਦੇ ਰਹੇ? ਬਿਲਕੁਲ। ਗੱਲ ਤਾਂ ਉੱਥੇ ਹੁੰਦੀ। ਮਤਲਬ ਸਾਡੇ ਇੰਟੈਲੈਕਚੁਅਲ ਸਗੋਂ ਉਹਨਾਂ ਨੂੰ ਘੇਰ ਸਕਦੇ ਨੇ। ਜੀ ਜੀ। ਅੰਗਰੇਜ਼ਾਂ ਨੂੰ ਇਹ ਉਹਨਾਂ ਨੂੰ ਘੇਰਨ ਦੀ ਬਜਾਏ ਆਪ ਘੇਰ ਰਹੇ। ਉਹਨਾਂ ਨੇ ਅੱਜ ਤੁਹਾਨੂੰ ਲਾਇਬ੍ਰੇਰੀ ਜਾ ਕੇ ਦੇਖੋ, ਸੈਲਫਾਂ ਜਿਹੜੀਆਂ ਅੰਗਰੇਜ਼ੀ 'ਚ ਲਿਖੀਆਂ ਹੋਈਆਂ ਕਿਤਾਬਾਂ ਨੇ, ਜਾਂ ਅੰਗਰੇਜ਼ਾਂ ਦੀਆਂ ਲਿਖਵਾਈਆਂ ਹੋਈਆਂ, ਜਾਂ ਅੰਗਰੇਜ਼ਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਨੂੰ ਦੇਖ ਕੇ ਸਾਡੇ ਪ੍ਰੋਫੈਸਰਾਂ ਵੱਲੋਂ ਲਿਖੀਆਂ ਗਈਆਂ, ਜਿਹੜੇ ਸਾਡੇ ਹਿਸਟੋਰੀਅਨ ਤੇ ਪੰਜਾਬੀ ਪੜ੍ਹੇ ਨਹੀਂ ਸੀ, ਉਹ ਕਨਵੈਂਟਡ ਸਨ। ਇੰਗਲੈਂਡ 'ਚ ਜਿਹੜਾ ਪੜ੍ਹ ਕੇ ਆਇਆ ਹਿਸਟੋਰੀਅਨ ਬੜੇ ਮਾਣ ਨਾਲ ਕਹਿੰਦਾ ਸੀ ਮੈਂ ਇੰਗਲੈਂਡ ਰਿਟਰਨਡ ਆ, ਮੈਂ ਇੰਗਲੈਂਡ 'ਚੋਂ ਪਾਸ ਕਰਕੇ ਆਇਆ, ਮੈਂ ਕੈਂਬਰਿਜ ਯੂਨੀਵਰਸਿਟੀ 'ਚੋਂ ਪਾਸ ਕਰਕੇ ਆਇਆ, ਮੈਂ ਆਕਸਫੋਰਡ ਯੂਨੀਵਰਸਿਟੀ 'ਚੋਂ ਪਾਸ। ਇਹਨਾਂ ਨੂੰ ਪੰਜਾਬੀ ਨਹੀਂ ਸੀ ਆਉਂਦੀ। ਫਿਰ ਸਟੇਜ ਤੇ ਖੜ ਕੇ ਕਹਿੰਦੇ ਸੀ ਵੀ ਜਦ ਮੈਨੂੰ ਪੰਜਾਬੀ ਨਹੀਂ ਆਉਂਦੀ, ਮੈਂ ਤਾਂ ਅੰਗਰੇਜ਼ੀ 'ਚ ਬੋਲ ਸਕਦਾ। ਮਤਲਬ ਇਹ ਮਾਣ ਸਮਝਦੇ ਸੀ। ਹੁਣ ਜੇ ਤੁਸੀਂ ਪੰਜਾਬ ਦਾ ਹਿਸਟੋਰੀਅਨ ਇਸ ਗੱਲ 'ਚ ਮਾਣ ਸਮਝਦਾ, ਤੁਸੀਂ ਉਹਦੇ ਕੋਲ ਕੀ ਆਸ ਕਰੋਗੇ? ਜੀ ਬਿਲਕੁਲ। ਆ ਜਿਹੜੇ ਹੁਣ ਅੱਜ ਕਮੇਟੀ ਬਣਾਈ ਸੀ ਪੰਜਾਬ ਸਰਕਾਰ ਨੇ +2 ਤੇ ਪਲੱਸ, ਪਤਾ ਨਾ ਤੁਹਾਨੂੰ, ਸਕੂਲ ਦੇ ਬੱਚਿਆਂ ਵਾਸਤੇ, ਉਹੀ ਇਤਿਹਾਸਕਾਰ ਭਰਤੀ ਕੀਤੇ ਹੋਏ ਸਨ। ਇੰਦੂ ਬਾਂਗਾ ਤੇ ਗਰੇਵਾਲ ਕੌਣ ਨੇ? ਬਿਲਕੁਲ ਬਿਲਕੁਲ। ਆਕਸਫੋਰਡ ਪੜ੍ਹੇ ਹੋਏ ਨੇ ਤੇ ਕੈਂਬਰਿਜ ਪੜ੍ਹੇ ਹੋਏ ਨੇ। ਉਹਨਾਂ ਕੋਲ ਕੀ ਉਮੀਦ ਕਰ ਸਕਦੇ? ਉਹਨਾਂ ਤੋਂ ਤੁਸੀਂ ਕੀ ਉਮੀਦ ਕਰ ਸਕਦੇ ਹੋ? ਆ ਬਦਨਾਮ ਹੋ ਗਏ ਉਹ। ਬਿਲਕੁਲ ਠੀਕ ਹੈ ਨਾ। ਆਖਰਕਾਰ ਬੰਦਾ ਆਪਣੇ ਹੀ ਗੱਲਾਂ ਵਿੱਚ ਫਸ ਜਾਂਦਾ ਤੇ ਆਪਣੀਆਂ ਗੱਲਾਂ 'ਚ ਮਾਰਿਆ ਜਾਂਦਾ ਹੈ। ਭਾਈ ਰਣਜੀਤ ਸਿੰਘ ਦੇ ਵਿੱਚ ਜੇ ਇੰਨੇ ਔਗਣ ਹੁੰਦੇ, ਇੰਨੇ ਔਗਣਾਂ ਵਾਲਾ ਤਾਂ ਰਾਜਾ ਕੋਈ ਇੰਨੀ ਦੂਰ ਤੱਕ ਨਹੀਂ ਗਿਆ ਜਿੰਨੀ ਦੂਰ ਤੱਕ ਅੰਗਰੇਜ਼ਾਂ ਦੇ ਮੁਕਾਬਲੇ ਤੇ ਰਣਜੀਤ ਸਿੰਘ ਗਿਆ। ਜੀ ਜੀ। ਇਹ ਅੰਗਰੇਜ਼ਾਂ ਦੀਆਂ ਗੱਲਾਂ ਪਾਈਆਂ ਹੋਈਆਂ ਨੇ ਤੇ ਲਿਖਵਾਈਆਂ ਹੋਈਆਂ ਨੇ। ਤੇ ਸਾਨੂੰ ਆਪਣੀ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ, ਆਪਣੀ ਸੋਚ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਇੱਕ ਵਿਅਕਤੀ ਨੇ ਜ਼ੀਰੋ ਗਰਾਊਂਡ ਤੋਂ ਉੱਠ ਕੇ, ਆਪਣੀ ਗੁਜਰਾਂਵਾਲੇ ਤੋਂ ਉੱਠ ਕੇ, ਇੱਕ ਵਿਅਕਤੀ ਪਹਿਲਾਂ ਆਪਣੀ ਮਿਸਲ ਤੱਕ ਸੰਭਾਲਿਆ, ਫਿਰ ਸਾਰੀਆਂ ਮਿਸਲਾਂ ਨੂੰ ਇਕੱਠਾ ਕੀਤਾ, ਫਿਰ ਮੁਸਲਮਾਨ ਜਿਹੜੇ ਨਵਾਬ ਸਨ ਉਹਨਾਂ ਨੂੰ ਵੀ ਹਰਾਇਆ ਤੇ ਆਪਣੇ ਰਾਜ ਵਿੱਚ ਕਾਇਮ ਕੀਤਾ। ਫਿਰ ਇਸ ਹੱਦ ਤੱਕ ਚਲਿਆ ਗਿਆ ਕਿ ਅੰਗਰੇਜ਼ਾਂ ਨੂੰ ਵੀ ਉਹਦੇ ਨਾਲ ਸੰਧੀ ਕਰਨੀ। ਗਵਰਨਰ ਜਨਰਲ ਨੂੰ 2 ਵਾਰ ਉਹਦੇ ਨਾਲ ਮੁਲਾਕਾਤ ਕਰਨ ਲਈ ਉਹਦੀਆਂ ਸ਼ਰਤਾਂ ਅਧੀਨ ਉੱਥੇ ਜਾਣਾ ਪਿਆ। ਸ਼ਰਤਾਂ ਇਹੀ ਸੀਆਂ ਕਿ ਭਾਈ ਮੇਰੇ ਰਾਜ ਵਿੱਚ ਆਓਗੇ ਗਊ ਨਹੀਂ ਮਿਲੇਗੀ ਖਾਣ ਨੂੰ। ਇਹ ਸ਼ਰਤਾਂ ਸਨ। ਤੰਬਾਕੂ ਨਹੀਂ ਤੁਸੀਂ ਪੀ ਸਕੋਗੇ। ਹੁਣ ਦੱਸੋ, ਇੱਕ ਵਿਅਕਤੀ
ਸਧਾਰਨ ਘਰ ਵਿੱਚ ਪੈਦਾ ਹੋ ਕੇ ਐਡੇ ਵੱਡੇ ਮਹਾਰਾਜੇ ਦੀਆਂ ਬੁਲੰਦੀਆਂ ਤੱਕ ਚਲਿਆ ਗਿਆ। ਕਿਵੇਂ ਚਲਿਆ ਗਿਆ ਜੀ? ਚਲੇ ਗਏ, ਬਿਲਕੁਲ ਥੋੜੀ ਜੀ ਗੱਲ ਮੈਂ ਕਰਕੇ ਫਿਰ ਮੁਕਾਉਣਾ ਤੁਹਾਨੂੰ। ਜੀ ਜੀ ਇਹ ਗੱਲ ਕਿਸੇ ਨੇ ਦੱਸੀ ਨਹੀਂ। ਜੀ ਹਰ ਇੱਕ ਬੰਦਾ ਤੁਹਾਨੂੰ ਇਹ ਕਹੇਗਾ ਜੀ ਉਹ ਤਾਂ ਜੀ ਇੰਨੀ ਸ਼ਰਾਬ ਪੀਂਦਾ ਸੀ, ਬਿਲਕੁਲ ਉਹ ਤਾਂ ਜੀ ਜਿਹੜੀ ਸ਼ਰਾਬ ਪੀਂਦਾ ਸੀ ਨਾ ਉਹਦੀ ਆਪਦੀ ਕਢਵਾਈ ਹੋਈ ਸੀ, ਜੀ 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 ਉਹਦੇ ਵਿੱਚ ਹੀਰੇ ਰਤਨ ਹਾਂ ਐਰਾ ਵਗੈਰਾ ਪਾਏ ਹੁੰਦੇ ਸੀ ਜਿਹੜੇ ਨੂੰ ਹੋਰ ਤੇਜ਼ ਕਰਦੇ ਹੋਰ ਸੀ। ਤੇਜ਼ ਕਰ ਕਹਿੰਦੇ ਜੀ ਅਫੀਮ ਵੀ ਘੋਲਦਾ, ਅਫੀਮ ਵੀ ਘੋਲਦਾ ਸੀ। ਕਮਾਲ। ਇਹ ਤੁਹਾਡੀ ਖੋਜ ਹੈ ਇਹ। ਹਾਂਜੀ ਹੁਣ ਸੁਣੋ ਮੇਰੀ ਗੱਲ। ਜੀ ਜਿੰਨੇ ਇੱਥੇ ਅੰਗਰੇਜ਼ ਵਫਦ ਆਏ ਜੀ ਰਣਜੀਤ ਸਿੰਘ ਨੂੰ ਮਿਲ, ਆਪਣੀ ਵਿਸਕੀ ਨਾਲ ਲੈ ਕੇ ਆਉਂਦੇ, ਨਾਲ ਲੈ ਕੇ ਆਉਂਦੇ ਸੀ ਸਕੌਚ ਨਾਲ ਲੈ ਕੇ ਆਉਂਦੇ, ਬਿਲਕੁਲ ਕਿਉਂਕਿ ਉਹਨਾਂ ਨੂੰ ਇਹ ਸੀ ਸਾਨੂੰ ਇਹੋ ਜਿਹੀ ਸਕੌਚ ਕਿਤੇ ਮਿਲਣੀ। ਮਿਲਣੀ ਨਹੀਂ, ਬਿਲਕੁਲ ਰਣਜੀਤ ਸਿੰਘ ਕੋਲੇ ਕੋਈ ਸਕੌਚ ਨਹੀਂ, ਕੋਈ ਸਕੋਚ ਨਹੀਂ ਸੀ। ਜੀ ਐਡਾ ਵੱਡਾ ਮਹਾਰਾਜਾ ਹੋਵੇ ਬਿਲਕੁਲ ਉਹਦੇ ਕੋਲੇ ਸਕੌਚ ਨਾ ਹੋਵੇ। ਆ ਜਿਹੜੇ ਮਹਾਰਾਜੇ ਸਨ ਇਹਨਾਂ ਦੀਆਂ ਕਮਰਿਆਂ ਦੇ ਕਮਰੇ ਸਕੌਚ ਨਾਲ ਭਰੇ ਪਏ ਭਰੇ ਹੁੰਦੇ ਪਏ ਸੀ, ਬਿਲਕੁਲ ਜੀ ਬਿਲਕੁਲ। ਸੀ। ਰਣਜੀਤ ਸਿੰਘ ਦਾ ਆਰਡਰ ਸੀ ਨਾ ਖਾਲਸਾ ਰਾਜ ਦੇ ਵਿੱਚ ਅੰਗਰੇਜ਼ੀ ਸਕੌਚ ਆਵੇ, ਜੀ ਨਾ ਇੱਥੇ ਅੰਗਰੇਜ਼ਾਂ ਦੀ ਕੋਈ ਮੇਮ ਆਵੇ। ਇੱਥੇ ਜੀ ਕੋਈ ਸਰਦਾਰ ਕਿਸੇ ਮੇਮ ਨਾਲ ਵਿਆਹ ਨਹੀਂ ਕਰ ਸਕਦਾ। ਜੀ ਰਣਜੀਤ ਸਿੰਘ ਨੇ ਇੰਨੀਆਂ ਰਾਣੀਆਂ ਰੱਖੀਆਂ, ਕੋਈ ਮੇਮ ਸੀ? ਕੋਈ ਨਹੀਂ, ਉਹਦੇ ਇੰਨੇ ਵਜ਼ੀਰ ਰਹੇ, ਕਿਸੇ ਦੇ ਘਰ ਮੇਮ ਸੀ? ਬਿਲਕੁਲ ਇਤਿਹਾਸ ਕਿਤੇ ਆਹ ਜ਼ਿਕਰ ਸਾਲੇ ਲੱਡੂ ਬੱਚੂ ਜਿਹੜੇ ਮਹਾਰਾਜੇ ਸਨ, ਇਹਨਾਂ ਦੇ ਘਰਾਂ ਇਹਨਾਂ ਦੇ ਹਰਮਾਂ 'ਚ ਮੇਮਾਂ ਹੀ ਮੇਮਾਂ ਭਰੀਆਂ ਹੁੰਦੀਆਂ ਸਨ, ਜੀ ਜੀ ਸਕੌਚ ਨਾਲ ਕਮਰੇ ਭਰੇ ਰਹਿੰਦੇ ਸਨ। ਇਹ ਅੰਗਰੇਜ਼ਾਂ ਦੀ ਨੀਤੀ ਸੀ। ਜੀ ਹਰ ਇੰਡੀਅਨ ਮਹਾਰਾਜੇ ਨੂੰ ਸਕੌਚ ਪੀਣ ਲਾ ਦਿਓ, ਜੀ ਬਿਲਕੁਲ ਫ੍ਰੀ ਵੰਡੋ, ਜਿੰਨੀ ਸਪਲਾਈ ਕੀਤੀ ਜਾ ਸਕਦੀ ਹੈ ਦਿਓ, ਜੀ ਤਾਂ ਕਿ ਸਕੌਚ ਦਾ ਗੁਲਾਮ ਬਣ ਜਾਏ। ਜੀ ਹਰ ਮਹਾਰਾਜੇ ਨੂੰ ਮੇਮ ਦਾ ਗੁਲਾਮ ਬਣਾ ਦਿਓ। ਜੀ ਜਿਹੜੀ ਮੇਮ ਮਹਾਰਾਜੇ ਨਾਲ ਵਿਆਹ ਕਰਾਉਂਦੀ ਸੀ ਉਹਦੀ ਸ਼ਰਤ ਇਹ ਹੁੰਦੀ ਸੀ, ਮੈਂ ਮਹਾਰਾਣੀ ਬਣੂਗੀ ਤਾਂ ਹੀ ਤੁਹਾਡੇ ਨਾਲ ਵਿਆਹ ਕਰਾਉਂਗੀ। ਕਰਾਉਂਗੇ। ਇਹਦਾ ਮਤਲਬ ਇੱਕ ਪਾਸੇ ਸਕੌਚ ਨਾਲ ਤੁਸੀਂ ਉਹਨੂੰ ਕਾਬੂ ਕਰ ਲਿਆ, ਦੂਜੇ ਪਾਸੇ ਮੇਮ ਨਾਲ ਉਹਨੂੰ ਕਾਬੂ ਕਰ ਲਿਆ। ਜੀ ਅੰਗਰੇਜ਼ਾਂ ਨੇ, ਮੈਂ ਥੋੜੀ ਜੀ ਗੱਲ ਚੱਲਦਾ ਗੈਰ ਵਿਸ਼ੇ ਦੀ ਗੱਲ ਕਰਦੇ ਆ, ਥੋੜੀ ਜੀ ਕੋਈ, ਜੀ ਜੀ ਗਵਰਨਰ ਜਨਰਲ ਨੇ ਤਾਂ ਜਵਾਹਰ ਲਾਲ ਨਹਿਰੂ ਨੂੰ ਵੀ ਕਾਬੂ ਕਰ ਲਿਆ ਸੀ, ਆਪਣੀ ਘਰ ਵਾਲੀ ਘਰ ਵਾਲੇ ਦੀ ਲਾਰਡ ਮਾਊਂਟਬੈਟਨ ਲੇਡੀ ਮਾਊਂਟਬੈਟਨ ਹਾਂਜੀ ਉਹਦੇ ਕਰੋ ਹੁਕੂਮਤ ਕਰਕੇ ਗੱਲਾਂ ਦਬ ਗਈਆਂ। ਬਿਲਕੁਲ ਬਿਲਕੁਲ ਉਹਦੇ ਬੈੱਡ ਕਹਿੰਦੇ ਜੀ ਉਹਦੇ ਬੈੱਡਰੂਮ ਤੱਕ ਵੀ ਚਲੀ ਜਾਂਦੀ ਸੀ। ਉਹਦੇ ਬੈੱਡਰੂਮ ਤੱਕ ਜਾਣ ਦਾ ਮੀਨਿੰਗ ਕੀ ਸੀ? ਜੀ ਗਵਰਨਰ ਜਨਰਲ ਨੇ ਪੂਰੀ ਤਰ੍ਹਾਂ ਨਹਿਰੂ ਨੂੰ ਕਾਬੂ ਕਰਕੇ ਰੱਖਿਆ। ਉਹ ਸਕੌਚ ਨਾਲ ਕਾਬੂ ਨਹੀਂ ਹੋਇਆ, ਉਹ ਮੇਮ ਨਾਲ ਕਾਬੂ ਮੇਮ ਨਾਲ ਹੋਇਆ। ਕਾਬੂ ਰਣਜੀਤ ਸਿੰਘ ਨੂੰ ਕਾਬੂ ਕਰ ਸਕੇ? ਬਿਲਕੁਲ ਰਣਜੀਤ ਸਿੰਘ ਨੂੰ ਕਹਿੰਦੇ ਸੀ, ਜਦੋਂ ਅੰਗਰੇਜ਼ ਅਫਸਰ ਇੱਥੇ ਆਉਂਦੇ ਸੀ ਉਹਦੇ ਦਰਬਾਰ 'ਚ ਜਦੋਂ ਡਰਿੰਕ ਕਰਦੇ ਸੀ, ਮਹਾਰਾਜਾ ਸਾਹਿਬ ਤੁਸੀਂ ਸਕੌਚ ਪੀ ਕੇ ਦੇਖੋ। ਜੀ ਰਣਜੀਤ ਸਿੰਘ ਕਹਿੰਦਾ ਸੀ ਤੁਸੀਂ ਮੇਰੀ ਕਢਵਾਈ ਹੋਈ ਕਿਤਾਬ ਸ਼ਰਾਬ ਪੀ ਕੇ ਦੇਖੋ। ਜੀ ਰਣਜੀਤ ਸਿੰਘ ਦੀ ਤਿਆਰ ਕਰਵਾਈ ਹੋਈ ਸ਼ਰਾਬ ਸਕੌਚ ਨੂੰ ਵੀ ਮਾਤ ਪਾਉਂਦੀ ਸੀ। ਜੀ ਜੀ ਉਹ ਇਤਨੀ ਉੱਚ ਕੁਆਲਿਟੀ ਦੀ ਸੀ। ਜੀ। ਉਹ ਨਸ਼ੇ 'ਚ ਉੱਚ ਕੁਆਲਿਟੀ ਦੀ ਨਹੀਂ ਸੀ, ਜੀ ਉਹ એનર્ਜੈਟਿਕ ਸੀ। ਸੀ ਬਿਲਕੁਲ। ਕਿਵੇਂ ਸ਼ਰਾਬ ਨਿਕਲਦੀ ਹੈ? ਮਹਾਰਾਜਾ ਰਣਜੀਤ ਸਿੰਘ ਨੇ ਐਸੀਆਂ ਫੈਕਟਰੀਆਂ ਲਗਵਾਈਆਂ ਹੋਈਆਂ ਸੀਆਂ, ਉਹਦੀਆਂ ਐਸੀਆਂ ਹਦਾਇਤਾਂ ਸਨ ਕਿ ਸ਼ਰਾਬ એનર્ਜੈਟਿਕ ਹੋਵੇ, ਜੀ ਮਾੜਾ ਪ੍ਰਭਾਵ ਪਾਉਣ ਵਾਲੀ ਨਾ ਹੋਵੇ। ਜੀ ਸੋ ਰਣਜੀਤ ਸਿੰਘ ਦੇ ਰਾਜ ਦੀ ਕੱਢੀ ਹੋਈ ਸ਼ਰਾਬ, ਜੇ ਮੈਂ ਤੁਹਾਨੂੰ ਇਹ ਕਹਾਂ, ਬ੍ਰਿਟਿਸ਼ ਸਕੌਚ ਨਾਲੋਂ ਵੀ ਜ਼ਿਆਦਾ ਵਧੀਆ ਸੀ। ਜੀ ਬਿਲਕੁਲ। ਇਹਦਾ ਗੱਲ ਮੈਂ ਇੱਥੇ ਹੀ ਸਮੇਟਦਾ। ਜੀ ਇੱਕ ਗੱਲ ਤੁਸੀਂ ਪਹਿਲਾਂ ਵੀ ਕਹੀ ਸੀ ਤੇ ਵਾਰ-ਵਾਰ ਇਹ ਸਾਹਮਣੇ ਵੀ ਆਉਂਦੀ ਹੈ ਜੀ ਕਿ ਜਿੰਨਾ ਕੁਝ ਮਾੜਾ ਜੀ ਰਣਜੀਤ ਸਿੰਘ ਬਾਰੇ ਤੇ ਰਣਜੀਤ ਸਿੰਘ ਦੇ ਪੁੱਤਰਾਂ ਬਾਰੇ ਲਿਖਿਆ ਗਿਆ ਹੈ, ਜੀ ਉਹ ਸਾਰਾ ਅੰਗਰੇਜ਼ਾਂ ਦੀਆਂ ਲਿਖਤਾਂ ਵਿੱਚ ਹੈ। ਜੀ ਬਿਲਕੁਲ। ਕਿਉਂਕਿ ਅੰਗਰੇਜ਼ਾਂ ਨੇ ਸਿੱਖਾਂ ਕੋਲੋਂ ਰਾਜ ਖੋਹਿਆ ਸੀ। ਜੀ ਬਿਲਕੁਲ। ਸਿੱਖ ਰਾਜ ਹਰੇਕ ਪੰਜਾਬੀ ਦੇ ਜਜ਼ਬਾਤਾਂ ਵਿੱਚ ਬੈਠਿਆ ਹੋਇਆ ਸੀ। ਜੀ ਸੋ ਅੰਗਰੇਜ਼ਾਂ ਨੇ ਇਹ ਗੱਲ ਸੋਚੀ ਸੀ ਕਿ ਪੰਜਾਬੀਆਂ ਦੇ ਜਜ਼ਬਾਤ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦਾ ਅਕਸ ਮਟਿਆ ਦਿਓ, ਜੀ ਉਹਦੇ ਜਿਹੜੇ ਪੁੱਤਰ ਨੇ ਉਹਨਾਂ ਦਾ ਅਕਸ ਮਟਿਆ ਦਿਓ, ਰਾਜ ਉਹਨਾਂ ਦੇ ਜਜ਼ਬਾਤਾਂ ਵਿੱਚੋਂ ਖਤਮ ਹੋ ਜਾਏਗਾ। ਜੀ ਜੀ ਮਹਾਰਾਣੀ ਜਿੰਦਾਂ ਬਾਰੇ ਹਰ ਪੰਜਾਬੀ ਦੇ ਮਨ ਵਿੱਚ ਇੱਕ ਸਤਿਕਾਰ ਭਰਿਆ ਜਜ਼ਬਾਤ ਸੀ। ਜੀ ਬਿਲਕੁਲ। ਮਹਾਰਾਜਾ ਦਲੀਪ ਸਿੰਘ ਬਾਰੇ ਸਤਿਕਾਰ ਭਰਿਆ ਜਜ਼ਬਾਤ ਸੀ। ਮੈਂ ਗੱਲ ਇਹ ਕਹੀ ਸੀ ਕਿ ਮਹਾਰਾਣੀ ਜਿੰਦ ਕੌਰ ਤਾਂ ਇਤਨੀ ਦਲੇਰ ਸੀ, ਜੀ ਜੇ ਉਹਨੂੰ ਆਪਾਂ ਸ਼ੇਰ ਦੀ ਬੱਚੀ ਵੀ ਕਹਿ ਦਈਏ, ਇਹ ਤਖੱਲਸ ਵੀ ਛੋਟਾ ਹੈ। ਛੋਟਾ ਹੈ। ਜੀ ਉਹਦਾ ਬਬਰ ਸ਼ੇਰ ਦੀ ਬੱਚੀ ਸੀ, ਪਤਾ ਨਹੀਂ ਕਿਵੇਂ ਉਹਦਾ ਜਨਮ ਹੋਇਆ, ਕਿਵੇਂ ਅਕਾਲ ਪੁਰਖ ਨੇ ਉਹਦੇ ਰੂਪ 'ਚ ਇਹ ਰਣਜੀਤ ਮਹਾਰਾਣੀ ਜਿੰਦ ਕੌਰ ਨੂੰ ਭੇਜਿਆ। ਬਿਲਕੁਲ। ਅੰਗਰੇਜ਼ ਗਵਰਨਰ ਜਨਰਲ ਆਪਣੇ ਗੁਲਾਮ ਕੀਤੇ ਹੋਏ ਦਰਬਾਰ ਦੇ ਵਿੱਚੋਂ ਜੇ ਕਿਸੇ ਕੋਲੋਂ ਡਰਦਾ ਸੀ ਜੀ
ਤਾਂ ਮਹਾਰਾਣੀ ਜਿੰਦ ਕੌਰ ਕੋਲੋਂ ਡਰਦਾ ਸੀ। ਬਿਲਕੁਲ ਗਵਰਨਰ ਜਨਰਲ ਦੇ ਕੀ ਰਿਮਾਰਕਸ ਸਨ ਮਹਾਰਾਣੀ ਜਿੰਦ ਕੌਰ ਬਾਰੇ? ਜੀ ਗਵਰਨਰ ਜਨਰਲ ਕਹਿੰਦਾ ਸੀ ਆਪਣੇ ਅੰਗਰੇਜ਼ ਅਧਿਕਾਰੀਆਂ ਨੂੰ ਜਿਹੜੇ ਪੰਜਾਬ ਦੇ ਵਿੱਚ ਮਤਲਬ ਤਾਇਨਾਤ ਕੀਤੇ ਹੋਏ ਸੀ ਜੀ ਕਿ ਲਾਹੌਰ ਦਰਬਾਰ ਦੇ ਵਿੱਚ ਜੇ ਕੋਈ ਮਰਦ ਹੈ, ਜੀ ਜੇ ਕੋਈ ਦਲੇਰ ਮਰਦ ਹੈ, ਉਹ ਮਹਾਰਾਣੀ ਜਿੰਦ ਕੌਰ ਜਿੰਦ ਕੌਰ ਹੀ ਹੈ। ਬਹੁਤ ਸੋ ਉਹਨਾਂ ਨੇ ਮਹਾਰਾਣੀ ਜਿੰਦ ਕੌਰ ਨੂੰ ਨਾ ਹੀ ਸਿਰਫ ਲਾਹੌਰ ਚੋਂ ਕੱਢਿਆ, ਜੀ ਸਗੋਂ ਉਹਦਾ ਐਸਾ ਕਰੈਕਟਰ ਅਸੈਸੀਨੇਸ਼ਨ ਕੀਤਾ ਹੈ ਜੀ। ਕਿ ਮੁੜ ਕੇ ਇਹ ਪੰਜਾਬੀਆਂ ਦੇ ਜਜ਼ਬਾਤਾਂ ਵਿੱਚ ਬੈਠ ਹੀ ਨਾ ਸਕੇ। ਬੈਠ ਹੀ ਨਹੀਂ ਸਕੇ। ਬਿਲਕੁਲ ਜੀ ਕੀ ਕਰੈਕਟਰ ਅਸੈਸੀਨੇਸ਼ਨ? ਇੱਕ ਔਰਤ ਨੂੰ ਇੱਕ ਔਰਤ ਦਾ ਕਰੈਕਟਰ ਅਸੈਸੀਨੇਟ ਕਰਨਾ ਕੋਈ ਔਖਾ ਨਹੀਂ। ਕੋਈ ਔਖਾ ਨਹੀਂ। ਬਿਲਕੁਲ ਉਹਨੂੰ ਬਦ ਚੱਲਣ ਕਹਿ ਦੋ, ਬਿਲਕੁਲ ਜੀ ਬਿਲਕੁਲ ਔਰਤ ਤੁਹਾਨੂੰ ਜਵਾਬ ਦੇਣ ਨਹੀਂ ਆਏਗੀ। ਬਿਲਕੁਲ ਬਿਲਕੁਲ ਉਹਨੂੰ ਬੇਹਿਆ ਕਹਿ ਦੋ, ਬਿਲਕੁਲ ਜੀ ਬਿਲਕੁਲ ਜਿੰਨੀ ਉਹਨੂੰ ਇਆਸ਼ੀ ਵਾਲੀ ਕਹਿ ਸਕਦੇ ਹੋ ਉਨੀ ਕਹਿ ਦੋ, ਕੋਈ ਸੀਮਾ ਹੀ ਨਹੀਂ ਹੈਗੀ। ਔਰ ਕੋਈ ਸੀਮਾ ਹੀ ਨਹੀਂ। ਔਰ ਸਭ ਤੋਂ ਵੱਡੀ ਗਦਾਰ ਉਹਨੂੰ ਗਰਦਾਨਿਆਂ ਜਾਂ ਬਹੁਤੀਆਂ ਲਿਖਤਾਂ ਕੀ ਸੀਗਾ ਕਿ ਜਦੋਂ ਅਸੀਂ ਫੇਰੂ ਸ਼ਹਿਰ ਦੀਆਂ ਲੜਾਈਆਂ ਦਾ ਜ਼ਿਕਰ ਕਰਦੇ, ਸਭਰਾਵਾਂ ਦੀ ਲੜਾਈ ਜ਼ਿਕਰ ਕਰਦੇ, ਵੀ ਤੋਪ ਦੇ ਗੋਲਿਆਂ 'ਚ ਜੋ ਭਰਦੀ ਰਹੀ, ਉਹ ਭਰਦੀ ਰਹੀ। ਇਦਾਂ ਹੋਇਆ। ਤੋਪਾਂ ਦੀਆਂ ਫੈਕਟਰੀਆਂ 'ਚ ਜਾ ਕੇ ਮਹਾਰਾਣੀ ਜਿੰਦ ਕੌਰ ਕੰਮ ਕਰਦੀ ਸੀ। ਹਾਂ ਦੇਖੋ ਮਹਾਰਾਣੀ ਜਿੰਦ ਕੌਰ ਦੇ ਪੁੱਤਰ ਦਾ ਰਾਜ ਸੀ ਭਾਈ ਸਾਹਿਬ। ਬਿਲਕੁਲ ਉਹਦਾ ਪੁੱਤਰ ਸੋਵਰਨ ਸੀ ਪੰਜਾਬ ਦਾ। ਬਿਲਕੁਲ ਜੀ। ਉਹ ਆਪਣੇ ਪੁੱਤਰ ਦੀ ਫਿਊਚਰ ਲਈ ਕੰਮ ਕਰ ਰਹੀ ਸੀ। ਕੋਈ ਮਾਂ ਇਹ ਨਹੀਂ ਚਾਹੁੰਦੀ ਹੁੰਦੀ ਕਿ ਉਹ ਐਸਾ ਕੰਮ ਕਰੇ ਕਿ ਉਹਦੇ ਪੁੱਤਰ ਦਾ ਰਾਜ ਹੀ ਖਤਮ ਹੋ ਜਾਏ। ਰਾਜ ਹੀ ਖਤਮ ਹੋ ਜਾਏ। ਬਿਲਕੁਲ ਮਹਾਰਾਣੀ ਜਿੰਦ ਕੌਰ ਨੇ ਇੱਕ ਔਰਤ ਹੋਣ ਦੇ ਬਾਵਜੂਦ ਵੀ ਇੰਨੀ ਕੋਸ਼ਿਸ਼ ਕੀਤੀ ਸੀ ਕਿ ਖਾਲਸਾ ਫੌਜਾਂ ਪੂਰੀ ਦ੍ਰਿੜਤਾ ਨਾਲ ਲੜਨ। ਜੀ ਲੇਕਿਨ ਉਹ ਮਹਿਲਾਂ ਦੇ ਵਿੱਚੋਂ ਕਿੱਥੇ ਜਾ ਸਕਦੀ ਸੀ? ਉਹਦੀ ਇੱਕ ਦੇਖ ਰੇਖ ਹੀ ਸੀ ਨਾ। ਜੀ ਜੀ ਗਦਾਰੀ ਤਾਂ ਉਹਨਾਂ ਜਰਨੈਲਾਂ ਨੇ ਕੀਤੀ ਜਿਨ੍ਹਾਂ ਜਰਨੈਲਾਂ ਨੂੰ ਅੰਗਰੇਜ਼ਾਂ ਨੇ ਖਰੀਦ ਲਿਆ ਸੀਗਾ। ਬਿਲਕੁਲ। ਔਰ ਉਹ ਕੱਲੇ ਡੋਗਰੇ ਨਹੀਂ, ਉਹ ਸਾਰੇ ਰਲੇ ਮਿਲੇ ਹੋਏ ਸੀਗੇ। ਉਹ ਸਾਰੇ ਕੱਲੇ ਡੋਗਰੇ ਨਹੀਂ, ਡੋਗਰਾ ਤਾਂ ਕੱਲਾ ਉਦੋਂ ਗੁਲਾਬ ਸਿੰਘ ਹੀ ਸੀ। ਜੀ ਜੀ ਬਿਲਕੁਲ। ਅੰਗਰੇਜ਼ਾਂ ਨੇ ਨਾ ਰਾਜਾ ਲਾਲ ਸਿੰਘ ਦੀ ਗੱਲ ਕੀਤੀ ਹੈ, ਨਾ ਰਾਜਾ ਧਿਆਨ ਸਿੰਘ, ਨਾ ਰਾਜਾ ਆਪਣੇ ਤੇਜ ਸਿੰਘ ਦੀ ਗੱਲ ਕੀਤੀ। ਜੀ ਇਹ ਲੋਕ ਆਪਣੀਆਂ ਫੌਜਾਂ ਲੈ ਕੇ ਖੜੇ ਰਹੇ। ਜੀ ਬਿਲਕੁਲ ਬਿਲਕੁਲ। ਸੰਖੇਪ ਜੀ ਮੈਂ ਗੱਲ ਦੱਸਦੇ ਆ, ਜਿਹੜਾ ਹਰੀਕੇ ਪੱਤਣ ਹੈ ਜੀ, ਪਰਲੇ ਪਾਸੇ ਸਭਰਾਓਂ ਵੱਡਾ, ਹਾਂਜੀ, ਉਰਲੇ ਪਾਸੇ ਸਭਰਾਓਂ ਛੋਟਾ ਸਭਰਾਓਂ ਜੀ, ਉਰਲੇ ਪਾਸੇ ਲੜਾਈ ਹੋਈ। ਜੀ ਜੀ ਬਿਲਕੁਲ। ਪਰਲੇ ਪਾਸੇ 42000 ਫੌਜ ਖੜੀ ਸੀ ਜੀ, 42000 ਫੌਜ ਤੇਜ ਸਿੰਘ ਦੀ ਕਮਾਂਡ ਹੇਠ। ਜੀ ਜੀ। ਇਧਰ ਕੱਲੀ ਬਾਗੀ ਹੋ ਕੇ ਸ਼ਾਮ ਸਿੰਘ ਅਟਾਰੀ ਵਾਲੇ ਦੀ ਕਮਾਂਡ ਹੇਠ ਸਿਰਫ 20000 ਫੌਜ ਆਈ ਹੋਈ ਸੀ। ਜੀ 20000 ਫੌਜ ਲੜਦੀ ਹੋਈ ਮਰ ਗਈ ਉੱਥੇ। ਜੀ। ਲੇਕਿਨ ਹਥਿਆਰ ਨਹੀਂ ਛੁੱਟੇ ਉਹਨਾਂ। ਹਥਿਆਰ ਨਹੀਂ ਛੁੱਟੇ। ਕਨਿੰਗਮ ਇਹ ਕਹਿੰਦਾ ਹੈ ਜੀ 20000 ਦੀ 20000 ਖਾਲਸਾ ਫੌਜ ਨੇ ਭਾਵੇਂ ਅਸੀਂ ਉਹਨੂੰ ਘੇਰਾ ਪਾ ਲਿਆ, ਜੀ, ਭਾਵੇਂ ਅਸੀਂ ਉਹਨੂੰ ਆਪਣੇ ਘੇਰੇ 'ਚ ਲੈ ਲਿਆ, ਜੇ ਪਿੱਛੇ ਸਿਰਫ ਇੱਕ ਸਤਲੁਜ ਵਾਲਾ ਪਾਸਾ ਸੀ ਜਿੱਥੇ ਉਹ ਭੱਜ ਸਕਦੀ ਸੀ, ਪਰ ਸਤਲੁਜ ਦੇ ਵਿੱਚ ਡੁੱਬ ਸਕਦੀ ਸੀ ਉਹ। ਨਾ ਤਾਂ ਕਿਸੇ ਖਾਲਸਾ ਸਿਪਾਹੀ ਨੇ ਆਤਮ ਸਮਰਪਣ ਕੀਤਾ ਜੀ ਸਾਡੇ ਸਾਹਮਣੇ, ਨਾ ਕਿਸੇ ਖਾਲਸਾ ਸਿਪਾਹੀ ਨੇ ਹੱਥ ਖੜੇ ਕਰਕੇ ਸਾਨੂੰ ਆਪਣੀ ਗ੍ਰਿਫਤਾਰੀ ਦਿੱਤੀ ਹੈ। ਅਸੀਂ ਉਹਨਾਂ ਨੂੰ ਲੜਦਿਆਂ ਨੂੰ ਦੇਖ ਰਹੇ ਹਾਂ। ਜੇ ਸਿਪਾਹੀ ਖੜਾ ਤਾਂ ਲੜ ਰਿਹਾ, ਨਹੀਂ ਤਾਂ ਡਿੱਗ ਪੈਂਦਾ। ਡਿੱਗੇ ਪਿਆਂ ਨੂੰ ਅਸੀਂ ਸੰਭਾਲਿਆ ਨਹੀਂ। 20 ਦੀ 20000 ਫੌਜ ਉੱਥੇ ਐਂ ਖਤਮ ਹੋ ਗਈ। 42000 ਫੌਜ ਪਰਲੇ ਪਾਸੇ ਖੜੀ ਤੇਜ ਸਿੰਘ ਦੀ ਕਮਾਂਡ ਹੇਠ ਖੜੀ ਦੇਖ ਰਹੀ ਹੈ। ਜਿਹੜੇ ਭੱਜ ਕੇ ਉਧਰ ਜਿਹੜੇ ਜਾ ਵੀ ਰਹੇ ਨੇ ਕੁਝ ਸਤਲੁਜ ਪਾਰ ਕਰਕੇ, ਉਹਨਾਂ ਨੂੰ ਉਹ ਡੁਬੋਦੇ ਰਹੇ ਨੇ ਖੁਦ। ਉਹ ਕਿਸ਼ਤੀਆਂ ਦਾ ਪੁਲ ਉਹਨਾਂ ਨੇ ਤੋੜਤਾ। ਇਹਦਾ ਤਾਂ ਗੱਲ ਨਹੀਂ ਕੀਤੀ ਕਿਸੇ ਅੰਗਰੇਜ਼ ਨੇ, ਕੱਲੇ ਕਨਿੰਗਮ ਨੇ ਕੀਤੀ ਹੈ। ਕਨਿੰਗਮ ਦੀ ਕੀਤੀ ਹੋਈ ਗੱਲ ਦਾ ਉਹਨੂੰ ਸਜ਼ਾ ਦਿੱਤੀ, ਉਹਦੀ ਨੌਕਰੀ ਖੋਲੀ, ਨੌਕਰੀ ਚੋਂ ਕੱਢ ਦਿੱਤਾ। ਤੇ ਇਹ ਗੱਲਾਂ ਕਿਉਂ ਲਿਖੀਆਂ? ਬਿਲਕੁਲ, ਇਹਨਾਂ ਦੇ ਹੱਕ ਦੀ ਗੱਲ ਕਿਉਂ ਕੀਤੀ ਸੀ? ਇਹ ਕਿਉਂ ਦੱਸਿਆ ਕਿ ਇਹ ਜਿਹੜੇ ਜਰਨੈਲ ਸਨ ਇਹ ਵਿਕੇ ਹੋਏ ਸਨ, ਇਹਨਾਂ ਦੀ ਗਦਾਰੀ ਕਰਕੇ ਖਾਲਸਾ ਫੌਜ ਹਾਰੀ ਹੈ। ਮਤਲਬ ਤੁਸੀਂ ਆਪ ਹੀ ਸੋਚ ਲਓ ਕਿ ਜਿਹੜੇ ਗਦਾਰ ਸਨ ਅੰਗਰੇਜ਼ਾਂ ਨੇ ਉਹਨਾਂ ਨੂੰ ਲੁਕੋਇਆ, ਜਿਹੜੇ ਸਰਦਾਰ ਸਨ ਉਹਨਾਂ ਨੂੰ ਗਦਾਰ ਸਾਬਤ ਕੀਤਾ। ਮਹਾਰਾਣੀ ਜਿੰਦ ਕੌਰ ਦੀ ਕਰੈਕਟਰ ਅਸੈਸੀਨੇਸ਼ਨ ਕਰਕੇ ਬਦਨਾਮ ਕੀਤਾ। ਮਹਾਰਾਜਾ ਦਲੀਪ ਸਿੰਘ ਨੂੰ ਇਸ ਕਰਕੇ ਬਦਨਾਮ ਕਰਤਾ। ਉਹ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਥੋੜਾ ਸੀ, ਉਹਦਾ ਕਿਸੇ ਝਿਉਰ ਦਾ ਸੀ ਜਾਂ ਝਿਉਰੀ ਦਾ ਸੀ। ਬਿਲਕੁਲ ਬਿਲਕੁਲ। ਉਹ ਭਲੇ ਮਾਨਸੋ ਜਿੱਥੇ ਇੰਗਲੈਂਡ ਦੇ ਕਲਚਰ ਵਿੱਚ ਕੋਈ ਆਦਮੀ ਤੇ ਜਾਤ ਦਾ ਕੋਈ ਰੱਖੇ ਨਹੀਂ ਜਾਂਦਾ, ਉੱਥੇ ਤਾਂ ਤੁਸੀਂ ਇਹ ਕਹਿੰਦੇ ਨਹੀਂ ਕਿ ਕਿਹੜਾ ਅੰਗਰੇਜ਼ ਕਿਹੜੀ ਜਾਤ ਦੀ ਔਲਾਦ ਹੈ, ਕਿਹੜੀ ਤੀਵੀਂ ਦੀ ਔਲਾਦ ਹੈ, ਜਿੱਥੇ ਕਿ ਹੈ ਗੱਲਾਂ। ਇੱਥੇ ਤਾਂ ਸਭ ਕੁਝ ਪਰਖਿਆ ਜਾਂਦਾ ਸੀ। ਰਣਜੀਤ ਸਿੰਘ ਵਰਗੇ ਰਾਜੇ ਦੇ ਰਾਜ ਵਿੱਚ ਜੇ ਇਹ ਵੀ ਨਹੀਂ ਪਤਾ ਕਿ ਇਹ ਝਿਉਰੀ ਦਾ ਜਾਂ ਝਿਉਰ ਦਾ, ਉਹ ਰਾਜ ਵੀ ਕੀ ਹੋਇਆ? ਤੁਸੀਂ ਉਸ ਰਾਜ ਨਾਲ ਕਿਉਂ ਸੰਧੀ ਕੀਤੀ ਬਈ? ਫਿਰ ਕੀ ਸੋਚ ਕੇ ਸੰਧੀ ਕੀਤੀ ਸੀ? ਸੋ ਇਹ ਗੱਲਾਂ ਅੰਗਰੇਜ਼ਾਂ ਦੀਆਂ ਫਲਾਈਆਂ ਹੋਈਆਂ ਭਾਈ ਸਾਹਿਬ। ਇਸ ਤੋਂ ਬਾਅਦ ਦੀ ਥੋੜੀ ਸਰ ਗੱਲ ਕਰ ਲਈਏ। ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਤੋਂ ਬਾਅਦ ਵੀ ਅੰਗਰੇਜ਼ਾਂ ਨੇ ਜਦੋਂ 12 ਵਸਾਈਆਂ, ਉਦੋਂ ਜਿਹੜੇ ਸਿੱਖ
ਉੱਥੇ ਵਸਾਏ ਗਏ ਆ, ਇਸ ਗੱਲੋਂ ਵੀ ਡਰਦੇ ਰਹੇ ਕਿ ਉਹ ਜਿਹੜੀ ਸਪਿਰਿਟ ਸੀ ਸਿੱਖੀ ਵਾਲੀ ਉਹ ਸਿੱਖ ਕੌਮ 'ਚ ਨਾਲ ਆਉਂਦੀ ਸੀਗੀ। ਰਣਜੀਤ ਸਿੰਘ ਰਾਜਕਾਲ ਦੇ ਬਹੁਤ ਸਾਰੇ ਲੋਕ ਜਿਉਂਦੇ ਸੀ, ਉਹਨਾਂ ਨੂੰ ਡਰ ਸੀ ਕਿ ਮੁੜ ਜਿਹੜਾ ਹੈਗਾ ਖਾਲਸਾ ਰਾਜ ਲਈ ਸੰਘਰਸ਼ ਨਾ ਕਰਨ, ਇਸ ਕਰਕੇ ਇਹਨਾਂ ਨੂੰ ਘੋੜੇ ਤੇ ਜ਼ਮੀਨਾਂ ਦੇ ਕੇ ਇਹਨਾਂ ਨੂੰ ਪੱਟ ਲਿਆ ਜਾਵੇ, ਇਹ ਕਾਰਨ ਸੀ। ਇਹ ਵੀ ਗੱਲ ਹੋ ਸਕਦੀ ਹੈ ਜੀ ਜੀ ਜੀ, ਲੇਕਿਨ ਨਿਰੀ ਪੂਰੀ ਇਹ ਗੱਲ ਨਹੀਂ ਸੀ। ਸਿੱਖਾਂ ਚੋਂ ਤਾਂ ਅੰਗਰੇਜ਼ਾਂ ਨੂੰ 1947 ਤੱਕ ਜੀ ਰਣਜੀਤ ਸਿੰਘ ਦਿਖਣੋਂ ਨਹੀਂ ਹਟਿਆ। ਜੀ, ਤੁਹਾਨੂੰ ਮੈਂ ਸੱਚ ਦੱਸਾਂ, 1947 ਤੱਕ। ਹਾਂ ਜੀ ਭਾਵੇਂ ਸਿੱਖ ਅੰਗਰੇਜ਼ਾਂ ਦੇ ਵਫਾਦਾਰ ਹੋ ਗਏ ਸੀ, ਜੀ ਭਾਵੇਂ ਸਿੱਖਾਂ ਨੇ 1857 ਦੇ ਗਦਰ ਵਿੱਚ ਵੀ ਅੰਗਰੇਜ਼ਾਂ ਦੀ ਮਦਦ ਕੀਤੀ, ਜੀ, ਪਰ ਜਦੋਂ ਵੀ ਉਹ ਕਦੇ ਕਿਸੇ ਸਿੱਖ ਨੂੰ ਬਾਗੀ ਹੋਇਆ ਦੇਖਦੇ ਸੀ ਨਾ, ਉਹਦੇ ਵਿੱਚੋਂ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਹੀ ਦਿਖਦਾ ਸੀ। ਉਹ ਅੰਤਲੇ ਦਮ ਤੱਕ ਦਿਸਣੋਂ ਨਹੀਂ ਹਟਿਆ। ਅਗਲੀ ਗੱਲ, ਸਿੱਖਾਂ ਨੂੰ ਇਹ ਕਿਉਂ ਕਲੋਨੀਆਂ ਦਿੱਤੀਆਂ, ਜ਼ਮੀਨਾਂ ਮਤਲਬ ਇਹ ਜ਼ਮੀਨਾਂ ਅਲਾਟ ਕੀਤੀਆਂ? ਜੀ ਜੀ, ਨਹਿਰੀ ਕਲੋਨੀਆਂ ਵਾਲੀ ਸਾਰੀ ਖੇਤਰ ਜੀ ਸਿੱਖ ਸਰਦਾਰਾਂ ਦੀਆਂ ਜ਼ਗੀਰਾਂ ਸੀ, ਜਗੀਰਾਂ ਸੀ ਜੀ, ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੀਆਂ। ਉਸ ਵੇਲੇ ਜੀ ਅੰਗਰੇਜ਼ੀ ਰਾਜ ਆਉਣ ਤੇ ਇਹ ਜ਼ਗੀਰਾਂ ਜ਼ਬਤ ਕਰ ਲਈਆਂ ਗਈਆਂ, ਜੀ, ਲੇਕਿਨ ਅੰਗਰੇਜ਼ਾਂ ਨੂੰ ਇਹ ਪਤਾ ਸੀ ਕਿ ਬੇਸਿਕਲੀ ਇਹ ਸਿੱਖ ਸਰਦਾਰਾਂ ਦੀਆਂ ਜ਼ਗੀਰਾਂ ਨੇ। ਜੀ, ਹੁਣ ਉਹਨਾਂ ਨੇ ਸਿੱਖ ਸਰਦਾਰਾਂ ਦੀਆਂ ਖੋਈਆਂ ਹੋਈਆਂ ਜ਼ਗੀਰਾਂ ਨੂੰ ਆਪਣੀ ਇੱਛਾ ਅਨੁਸਾਰ, ਆਪਣੀ ਨੀਤੀ ਅਨੁਸਾਰ ਵੰਡਣਾ ਸੀ। ਜੀ, ਉਹਨਾਂ ਨੇ ਵੰਡਤਾ ਇਹ ਕਿ ਜਿਹੜੇ ਫੌਜੀ ਨੇ, ਜੀ, ਫੌਜੀਆਂ ਨੂੰ ਆਪਾਂ ਇੱਥੇ ਅਲਾਟ ਕਰ ਦਿਓ। ਜੀ, ਸਿੱਖ ਜ਼ਿਆਦਾ ਫੌਜੀ ਸਨ, ਜੀ, ਜਾਂ ਸਿੱਖ ਜਿਹੜੇ ਗੁੱਡ ਕਲਟੀਵੇਟਰ ਨੇ, ਜੀ, ਕਿਸਾਨ ਨੇ, ਉਹਨਾਂ ਨੂੰ ਜ਼ਿਆਦਾ ਕਰ ਦਿਓ ਤਾਂ ਕਿ ਉਹ ਇੱਥੇ ਰਹਿ ਕੇ ਇਹਨਾਂ 'ਚ ਫਸਲਾਂ ਬੀਜਣ, ਜੀ, ਅਨਾਜ ਹੋਵੇ, ਸਾਨੂੰ ਮਿਲੇ। ਤਾਂ ਉਹਨਾਂ ਨੇ ਨਹਿਰੀ ਕਲੋਨੀਆਂ ਕੱਟਣ ਸਾਰ ਸਿੱਖਾਂ ਨੂੰ ਜ਼ਿਆਦਾ ਜ਼ਮੀਨਾਂ ਦਿੱਤੀਆਂ। ਜੀ, ਇਹ ਉਹਦੇ ਕਾਰਨ ਦੋ ਸਨ। ਇੱਕ ਤਾਂ ਸਿੱਖ ਸਰਦਾਰਾਂ ਦੀ ਪਹਿਲੀ ਜ਼ਗੀਰ ਸੀ ਇਹ, ਜੀ, ਤਾਂ ਕਿ ਸਿੱਖਾਂ ਦੇ ਮਨ 'ਚ ਇਹ ਬਣਿਆ ਰਹੇ ਸਾਡੀਆਂ ਜ਼ਗੀਰਾਂ ਸਾਨੂੰ ਹੀ ਮਿਲ ਰਹੀਆਂ ਨੇ। ਬਿਲਕੁਲ। ਦੂਜੀ ਉਹ ਇਹ ਸਮਝਦੇ ਸਨ ਕਿ ਖੇਤੀ ਸਿਰਫ ਪੰਜਾਬ ਦੇ ਵਿੱਚੋਂ ਸਿੱਖ ਕਮਿਊਨਿਟੀ ਹੀ ਕਰ ਸਕਦੀ ਜੀ, ਹੈ। ਬਿਲਕੁਲ। ਉਹਨਾਂ ਨੂੰ ਲੋੜ ਸੀ ਜਿਹੜਾ ਖਰਚਾ ਉਹਨਾਂ ਨੇ ਨਹਿਰਾਂ ਕੱਢਣ ਤੇ ਕੀਤਾ ਸੀ, ਜੀ, ਜੀ, ਉਹਦਾ ਖਰਚਾ ਵਾਪਸ ਲੈਣ ਦੀ, ਵਾਪਸ ਲੈ ਮਾਮਲੇ ਦੇ ਰੂਪ ਵਿੱਚ, ਮਾਲੀ ਦੇ ਰੂਪ ਚ, ਜੀ, ਮਾਲੀਏ ਦੇ ਰੂਪ ਵਿੱਚ, ਜੀ, ਜੀ। ਅਨਾਜ ਦੇ ਰੂਪ ਵਿੱਚ। ਜੀ, ਕਿਉਂਕਿ ਇਹ ਅਨਾਜ ਉਹਨਾਂ ਦੇ ਪੰਜਾਬ ਦੇ ਲੋਕਾਂ ਲਈ ਪੈਦਾ ਨਹੀਂ ਸੀ ਕੀਤਾ। ਜੀ, ਜੀ, ਇਹ ਅਨਾਜ ਉਹਨਾਂ ਨੇ ਯੂਰਪ ਲੈ ਕੇ ਜਾਣਾ ਯੂਰਪ ਸੀ, ਲਈ ਕੀਤਾ। ਇੰਗਲੈਂਡ ਲੈ ਕੇ ਜਾਣਾ ਸੀ। ਜੀ, 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 ਹੁਣ ਜਿਹੜਾ ਮਾਲੀਆ ਲਿਆ ਉਹਨਾਂ ਨੇ ਕੈਸ਼ ਦੇ ਰੂਪ ਵਿੱਚ। ਜੀ, ਜੀ, ਕੈਸ਼ ਦੇ ਰੂਪ ਵਿੱਚ ਕੋਈ ਵੀ ਕਿਸਾਨ ਦੇ ਕੇ ਰਾਜੀ ਨਹੀਂ ਸੀ, ਜੀ। ਕਿਉਂਕਿ ਕੈਸ਼ ਹੁੰਦਾ ਨਹੀਂ ਸੀ ਕਿਸੇ ਕੋਲ। ਨਹੀਂ ਸੀ। ਇਹ ਜਿਹੜੇ ਜਾਇਲਦਾਰ ਨੰਬਰਦਾਰ ਵੀ ਉਸੇ ਦੀ ਹੁੰਦਾ ਉਹਨੂੰ, ਸਭ ਉੱਥੇ ਹੀ ਉਪਜਦੀ ਹੈ ਸਾਰੀ ਗੱਲ ਇਹ। ਜੀ, ਜੀ। ਲੇਕਿਨ ਉਹਨਾਂ ਨੇ ਐਸੇ ਤਰੀਕੇ ਨਾਲ ਜਾਇਲਦਾਰ ਨੰਬਰਦਾਰ ਬਣਾਏ ਕਿ ਆਪਣੇ ਵਫਾਦਾਰ ਬਣਾਏ ਉਹ। ਜੀ, ਜੀ, ਠੀਕ ਹੈ ਨਾ। ਬੇਸਿਕ ਕਹਾਣੀ ਉਹ ਸੀ, ਇਹ ਸੀ ਕਿ ਇਹ ਖੇਤਰ ਸਿੱਖ ਜ਼ਗੀਰਦਾਰਾਂ ਦਾ ਹੈ। ਜੀ, ਜੀ, ਇੱਥੇ ਸਿੱਖ ਹੀ ਡੋਮੀਨੇਟ ਕਰਨੇ ਚਾਹੀਦੇ ਨੇ। ਠੀਕ ਹੈ ਨਾ। ਜੀ, ਜੀ, ਤੇ ਕੈਸ਼ ਦੇ ਰੂਪ ਵਿੱਚ ਕਿਸਾਨ ਮਾਲੀਆ ਨਹੀਂ ਦੇ ਸਕਦਾ। ਜੀ, ਰਣਜੀਤ ਸਿੰਘ ਨੇ ਵੀ ਨਹੀਂ ਕਦੇ ਲਿਆ। ਜੀ, ਇੱਕ ਕਿਸਾਨ ਨੂੰ ਮਾਲੀਏ ਦੇ ਰੂਪ ਵਿੱਚ ਭਾਵੇਂ ਉਹਦੇ ਕੋਲ 2 ਮਣ ਕਣਕ ਲੈ ਲਓ, ਭਾਵੇਂ 10 ਮਣ ਕਣਕ ਲੈ ਲਓ, ਜੀ, ਜੀ, ਭਾਵੇਂ 20 ਮਣ ਕਣਕ ਲੈ ਲਓ, ਉਹਨੂੰ ਮਹਿਸੂਸ ਨਹੀਂ ਸੀ ਹੁੰਦਾ। ਜੀ, ਜੇ ਉਸੇ ਕਿਸਾਨ ਨੂੰ ਕਹਿ ਦਈਏ ਤੂੰ 20 ਮਣ ਛੱਡ, 10 ਮਣ ਛੱਡ, ਸਾਨੂੰ 1 ਰੁਪਿਆ ਕੈਸ਼ ਦੇ ਦੇ, ਬਿਲਕੁਲ ਉਹਨੂੰ 1 ਰੁਪਿਆ ਵੀ ਕੈਸ਼ ਦੇਣ ਦਾ ਔਖਾ ਲੱਗਦਾ ਸੀ, ਕਿਉਂਕਿ ਕੈਸ਼ ਹੁੰਦਾ ਹੀ ਨਹੀਂ ਸੀ। ਹੁੰਦਾ ਹੀ ਨਹੀਂ ਸੀਗਾ। ਬਿਲਕੁਲ। ਸਾਰਾ ਕੰਮ ਹੀ ਅਨਾਜ 'ਚ ਹੁੰਦਾ ਸੀ। ਜੇ ਬਾਣੀਏ ਕੋਲੋਂ ਤੁਸੀਂ ਕਿਸੇ ਦੁਕਾਨਦਾਰ ਕੋਲੋਂ ਉਧਾਰ ਲੈ ਕੇ ਆਉਣਾ ਹੈ, ਉਹਨੂੰ ਅਨਾਜ ਚੁਕਾ ਦੇਣਾ। ਬਿਲਕੁਲ। ਅੱਗੇ ਬਾਣੀਆ ਉਹਨੂੰ ਵੇਚਦਾ ਫਿਰ ਨਾ। ਬਿਲਕੁਲ। ਉਦੋਂ ਇਹ ਪੰਜਾਬ 'ਚ ਸੀ ਸਥਿਤੀ। ਇਹੀ ਰਿਵਾਜ ਸੀ। ਜੀ, ਜੀ। ਸੋ ਅੰਗਰੇਜ਼ਾਂ ਨੇ ਸਿੱਖਾਂ ਦੇ ਭਲੇ ਲਈ ਇਹ ਕਲੋਨੀਆਂ ਨਹੀਂ ਕੱਟੀਆਂ। ਜੀ, ਅੰਗਰੇਜ਼ਾਂ ਨੂੰ ਅਨਾਜ ਚਾਹੀਦਾ ਸੀ। ਜੀ, ਇੰਗਲੈਂਡ 'ਚ ਹੋਰ ਕੁਝ ਨਹੀਂ ਸੀ ਹੁੰਦਾ, ਅਨਾਜ ਨਹੀਂ ਸੀ ਹੁੰਦਾ, ਹੋਰ ਸਭ ਕੁਝ ਹੁੰਦਾ ਸੀ। ਜੀ, ਇੰਡਸਟਰੀਅਲਿਸਟ ਸੀ ਇੰਗਲੈਂਡ, ਲੇਕਿਨ ਐਗਰੀਕਲਚਰਿਸਟ ਨਹੀਂ ਸੀ ਉਹ। ਜੀ, ਇੱਥੋਂ ਦਾਣਾ ਜਾਂਦਾ ਸੀ। ਅੰਗਰੇਜ਼ਾਂ ਨੂੰ ਇਹਨਾਂ ਤੇ ਖਰਚ ਕੀਤਾ ਹੋਇਆ ਕਲੋਨੀਆਂ ਤੇ ਨਹਿਰੀਆਂ ਤੇ ਖਰਚਾ ਵਾਪਸ ਚਾਹੀਦਾ ਸੀ। ਵਾਪਸ ਚਾਹੀਦਾ। ਉਹ ਕੈਸ਼ ਮਾਲੀਏ ਦੇ ਰੂਪ ਵਿੱਚ ਉਹਨਾਂ ਨੇ ਵਾਪਸ ਲਿਆ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਇੰਨਾ ਰੌਚਕ ਜਿਹੜੇ ਤੱਥ ਸਾਨੂੰ ਤੁਹਾਡੇ ਤੋਂ ਪਤਾ ਲੱਗੇ ਹੈਗੇ ਆ, ਔਰ ਮੈਂ ਉਮੀਦ ਕਰਦਾ ਕਿਉਂਕਿ ਆਮ ਤੌਰ ਤੇ ਕੀ ਸੀਗਾ ਵੀ ਸਾਡੇ ਵਰਗੀ ਪੀੜ੍ਹੀ ਔਰ ਸਾਡੇ ਤੋਂ ਪਹਿਲਾਂ ਸਾਡੇ ਪਿਓਰ ਦਾਦੇ ਦੀ ਪੀੜ੍ਹੀ ਆ, ਉਹ ਵੀ ਉਹਨਾਂ ਹੀ ਹਾਲਾਤਾਂ ਦੇ ਵਿੱਚ ਜੋ ਉਹਨਾਂ ਨੂੰ ਪੜ੍ਹਾਇਆ ਗਿਆ ਜਾਂ ਉਹ ਕਿਤਾਬਾਂ ਉਹਨਾਂ ਦੇ ਹੱਥ ਲੱਗੀਆਂ ਉਹ ਇਹੀ ਸੀ। ਬਿਲਕੁਲ। ਉਹਨਾਂ ਦੇ ਮਨ 'ਚ ਇੱਕ ਭਰਮ ਰਿਹਾ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਨਹੀਂ ਉਹ ਇੱਕ ਚੰਗਾ ਰਾਜਾ ਨਹੀਂ ਸੀ, ਉਹ ਇੱਕ ਯਾਸ਼ ਰਾਜਾ ਸੀ, ਡੋਗਰਿਆਂ ਨੇ ਉਹਦਾ ਰਾਜ ਤਬਾਹ ਕਰ ਦਿੱਤਾ। ਇਸ ਤਕਰੀਬਨ ਸਾਰੇ ਹੀ ਮਤਲਬ ਪੰਜਾਬੀ ਜਿਹੜੇ ਉਹ ਭੁਲੇਖੇ ਦਾ ਸ਼ਿਕਾਰ ਹੈਗੇ। ਬਹੁਤ ਘੱਟ ਆ ਕਿ ਆਪ ਜੀ ਵਰਗੇ ਖੋਜੀ ਬਿਰਤੀ ਵਾਲੇ ਇਤਿਹਾਸਕਾਰ ਜਿਹੜੀ ਇਹ ਚੀਜ਼ ਤੱਥ ਸਾਡੇ ਸਾਹਮਣੇ ਲੈ ਕੇ ਆਏ ਆ। ਸੋ ਇਹ ਬਹੁਤ ਹੀ ਵਧੀਆ ਲੱਗਿਆ ਹੈਗਾ। ਉਹ ਕਿਤਾਬ ਚੁੱਕੋ, ਮੇਰੀ ਇਹ ਕਿਤਾਬ ਇਹਨਾਂ ਸਾਰੀਆਂ ਗੱਲਾਂ ਦਾ ਮਹਾਰਾਜਾ ਰਣਜੀਤ ਸਿੰਘ ਬਾਰੇ ਜਵਾਬ ਦੇਵੇਗੀ। ਜੀ ਬਿਲਕੁਲ ਜੀ। ਇਹ ਕਿਤਾਬ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜੀ, 5 ਦਰਿਆਵਾਂ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ, ਜੋ ਕਿ ਡਾਕਟਰ ਸਾਹਿਬ ਦੀ ਬਿਲਕੁਲ ਖੋਜ ਦੇ ਵਿੱਚੋਂ ਨਿਕਲੀ ਹੋਈ ਕਿਤਾਬ ਹੈਗੀ ਔਰ ਬਹੁਤ ਵੱਡਾ ਇਤਿਹਾਸ ਸਾਡੇ ਲਈ ਸਾਹਮਣਯੋਗ ਹੈਗਾ, ਜਿਹਦੇ ਵਿੱਚ ਨਵੇਂ ਇੰਕਸ਼ਾਫ ਜਿਹੜੇ ਇਸ ਕਿਤਾਬ ਦੇ ਜ਼ਰੀਏ ਸਾਡੇ ਸਾਹਮਣੇ ਹੋਣਗੇ।
ਗੱਲ ਜਦੋਂ ਫਿਰ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਲਿਆਉਂਦੇ ਆ ਕਿ ਕਿਸ ਤਰੀਕੇ ਦਾ ਉਹ ਰਾਜ ਰਿਹਾ ਹੈਗਾ ਆ, ਜਿਸ ਮਹਾਰਾਜਾ ਰਣਜੀਤ ਸਿੰਘ ਦੇ ਖੂਨ ਦੇ ਵਿੱਚ ਪਿਤਾ ਮਹਾ ਸਿੰਘ, ਦਾਦਾ ਚੜ੍ਹਤ ਸਿੰਘ ਤੇ ਪੜਦਾਦਾ ਬਾਬਾ ਨੌਧ ਸਿੰਘ ਵਰਗੇ ਦਾ ਜਿਹੜਾ ਖੂਨ ਹਲੋਰੇ ਖਾਂਦਾ ਹੋਵੇ, ਉਹ ਰਣਜੀਤ ਸਿੰਘ ਕਿਸ ਤਰੀਕੇ ਇਸ ਤਰ੍ਹਾਂ ਬੇਈਮਾਨ ਔਰ ਯਸ਼ ਰਾਜਾ ਹੋ ਸਕਦਾ ਹੈਗਾ। ਸਿੱਖ ਰਾਜ ਦੀ ਅਸਲੀ ਸਪਿਰਟ, ਸਿੱਖੀ ਦੀ ਅਸਲੀ ਸਪਿਰਟ ਨਾਲ ਉਸ ਰਾਜੇ ਨੇ ਦੂਰ ਤੱਕ ਧੁੰਮਾਂ ਪਾਈਆਂ ਔਰ ਪੂਰੀ ਦੁਨੀਆ ਉਹਨੂੰ ਮੰਨਦੀ ਹੈ। ਸੋ ਡਾਕਟਰ ਸਾਹਿਬ ਨਾਲ ਉਸ ਬਾਰੇ ਗੱਲਬਾਤ ਕਰਕੇ ਬਹੁਤ ਹੀ ਵਧੀਆ ਲੱਗਿਆ ਔਰ ਮੈਂ ਉਮੀਦ ਕਰਦਾ ਹੈਗਾ ਵੀ ਤੁਹਾਨੂੰ ਵੀ ਇਹ ਪ੍ਰੋਗਰਾਮ ਜਿਹੜਾ ਹੈਗਾ ਬਹੁਤ ਹੀ ਵਧੀਆ ਲੱਗਿਆ ਹੋਊਗਾ ਔਰ ਤੁਸੀਂ ਆਪਣੇ ਜਿਹੜੇ ਹੈਗੇ ਸੁਝਾਅ ਵੀ ਇਸ ਪ੍ਰੋਗਰਾਮ ਦੇ ਬਾਰੇ ਸਾਨੂੰ ਲਿਖ ਕੇ ਭੇਜਣੇ ਹੈਗੇ ਆ, ਦੱਸਣਾ ਕਿ ਕਿਸ ਤਰੀਕੇ ਨਾਲ ਇਹ ਤੁਹਾਨੂੰ ਜਿਹੜਾ ਪ੍ਰੋਗਰਾਮ ਚੰਗਾ ਲੱਗਾ ਔਰ ਹੋਰ ਅਗਾਂਹ ਤੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹੋਰ ਕੀ ਕੁਝ ਵਧੀਆ ਕਰ ਸਕਦੇ, ਇਹ ਸੁਝਾਅ ਵੀ ਸਾਨੂੰ ਭੇਜਿਆ ਕਰੋ। ਸੋ ਇਸ ਪ੍ਰੋਗਰਾਮ ਦੇ ਵਿੱਚ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਿੱਖ ਚੈਨਲ ਵੱਲੋਂ ਡਾਕਟਰ ਸੁਖਦਿਆਲ ਸਿੰਘ ਜੀ ਦਾ, ਜਿਨ੍ਹਾਂ ਨੇ ਕਿ ਸਾਨੂੰ ਇੰਨਾ ਵਕਤ ਦਿੱਤਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ। ਤੇ ਅੰਤ ਵਿੱਚ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।